सरकार मुर्दाबाद, मुर्दाबाद मुर्दाबाद। किसान मजदूर एकता जिंदाबाद, जिंदाबाद जिंदाबाद। समूह साध संगत जी, थोड़ी जी लंबी गल करांगे आपां। ਤੁਹਾਨੂੰ ਜਿਹੜਾ ਹੈਗਾ ਇਹਨਾਂ ਆਰਡੀਨੈਂਸਸ ਬਾਰੇ, ਇਹਨਾਂ ਦੇ ਮਾਰੂ ਪ੍ਰਭਾਵਾਂ ਬਾਰੇ ਤੇ ਜਿਹੜੇ ਇੱਥੇ ਇੰਟੈਲੀਜੈਂਸ ਖਲੋਤੀ ਆ ਤੇ ਜਿਹੜਾ ਸੋ ਕਾਲਡ ਇੰਟੈਲੀਜੈਂਸੀ ਆ ਜਿਹਨੂੰ ਬੁੱਧੀਜੀਵੀ ਵਰਗ ਕਹਿ ਦਿੰਦੇ ਆ, ਪੰਜਾਬ ਦਾ ਜਾਂ ਹਿੰਦੁਸਤਾਨ ਦਾ ਜਾਂ ਜਿਹੜੇ ਕੋਈ ਹੋਰ ਵੀ ਦੂਰ ਦਰਾਡੇ ਲੋਕ ਬੈਠੇ ਆ, ਉਹ ਬੜੇ ਵੰਨ ਸੁਵੰਨੇ ਤਰਕ ਦਿੰਦੇ ਆ ਜਿਹਦੇ 'ਚ ਅਕਾਲੀ ਦਲ, ਬਾਦਲ ਤੇ ਭਾਜਪਾ ਦੇ ਜਿਹੜੇ ਸਿਪਾਹੀ ਦੱਸਦੇ ਆ ਆਪਦੇ ਆਪ ਨੂੰ, ਉਹ ਔਰ ਕਾਂਗਰਸ ਦੇ ਜਿਹੜੇ ਦਮਗਜੇ ਮਾਰਦੇ ਆ ਕਿ ਕੈਪਟਨ ਅਮਰਿੰਦਰ ਸਿੰਘ ਨੇ 40 ਮਿੰਟਾਂ ਦਾ ਸੈਸ਼ਨ ਕਰਕੇ ਇਹਨਾਂ ਆਰਡੀਨੈਂਸਸ ਨੂੰ ਰੱਦ ਕਰਤਾ। ਉਹ ਸਾਰੀਆਂ ਗੱਲਾਂ ਕੱਲੀਆਂ ਕੱਲੀਆਂ ਠੇਠ ਤੁਹਾਡੀ ਭਾਸ਼ਾ 'ਚ ਮੈਂ ਤੁਹਾਨੂੰ ਦੱਸਾਂਗਾ। ਉਸ ਤੋਂ ਪਹਿਲਾਂ ਸਾਡੇ ਮੁਲਾਜ਼ਮ ਭਰਾ ਨੇ, ਉਹਨਾਂ ਨੂੰ ਸੰਬੋਧਨ ਹੋ ਕੇ ਇੱਕ ਗੱਲ ਕਰਨੀ ਚਾਹੁੰਦਾ ਕਿ ਜਦੋਂ ਮੀਰ ਜਿਹੜਾ ਸੀਗਾ, ਮੀਰ ਮੰਨੂ, ਮੁਆਫੀ ਚਾਹੁੰਦਾ, ਮੀਰ ਮੰਨੂ ਜਦੋਂ ਸਿੰਘਾਂ ਦੇ ਸਿਰਾਂ ਦੇ ਮੁੱਲ 80-80 ਰੁਪਏ, ਜਿਹੜੇ ਪੁਰਾਣੇ ਬਜ਼ੁਰਗ, ਨਵਿਆਂ ਨੂੰ ਤੇ ਇਤਿਹਾਸ ਪਤਾ ਹੀ ਨਹੀਂ, ਸਾਡੇ ਸਿਰ ਤੇ ਪੱਗ ਹੈਗੀ ਆ ਤੇ ਜਿਹੜੇ ਸਾਡੇ ਤੋਂ ਅਗਲੀ ਪੀੜ੍ਹੀ ਆ, ਸਾਡੇ ਦਾੜੀ ਮੁੱਛ ਗਈ, ਉਹਨਾਂ ਦੀ ਪੱਗ ਵੀ ਚਲੇ ਜਾਣੀ ਆ। ਸੋ ਉਦੋਂ ਇੱਕ ਅਖਾਣ ਜਿਹੜਾ ਪਾਇਆ ਜਾਂਦਾ ਸੀ ਕਿ ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ। ਸੋ ਇਹ ਇੰਟੈਲੀਜੈਂਸ, ਇਹ ਇਹਨਾਂ ਦਾ ਅਮਲਾ ਫੈਲਾ ਪ੍ਰਸ਼ਾਸਨ, ਜਿੰਨੇ ਇਹਨਾਂ ਦੇ ਦਰਜਾ ਬਦਰਜਾ ਸਾਰੇ ਸਤਿਕਾਰਯੋਗ ਅਧਿਕਾਰੀ ਨੇ, ਇਹ ਆਪਦੇ ਡਿਪਟੀ ਕਮਿਸ਼ਨਰ ਨੂੰ, ਆਪਦੇ ਚੀਫ ਸੈਕਟਰੀ ਨੂੰ, ਆਪਦੇ DIG ਜੇਲ੍ਹ ਨੂੰ ਦੱਸ ਦੇਣ ਕਿ ਇਹ ਜਿਹੜੇ ਕਾਨੂੰਨ ਨੇ ਉਹ ਤੁਹਾਡੇ ਵੀ ਉਹਨਾਂ ਦੇ ਖਿਲਾਫ ਨੇ। ਅਸੀਂ ਨਸ਼ਿਆਂ ਦੀ ਲੜਾਈ ਲੜੀ ਅੱਜ ਤੋਂ 2 ਸਾਲ ਪਹਿਲਾਂ, ਤੁਰ ਕੇ ਚੰਡੀਗੜ੍ਹ ਗਏ, ਉੱਥੇ ਵੀ ਇਸ ਤਰ੍ਹਾਂ ਹੀ 300-400 ਮੁਲਾਜ਼ਮ ਚੰਡੀਗੜ੍ਹ ਪੁਲਿਸ ਦਾ, ਪੰਜਾਬ ਪੁਲਿਸ ਦਾ, ਔਰ ਜਦੋਂ ਉਹਨਾਂ ਨੂੰ ਮਾੜਾ ਜਿਹਾ ਕੁਰੇਦਿਆ ਖੋਲਿਆ, ਉਹਨਾਂ ਦੇ ਨਾਲ ਗੱਲ ਕੀਤੀ ਤੇ ਉਹਨਾਂ ਦੇ ਵਿੱਚੋਂ ਵੀ 30-40% ਉਹ ਸੀਗੇ ਜਿਹੜੇ ਕਹਿੰਦੇ ਸੀ ਕਿ ਕਿਸੇ ਦਾ ਪੁੱਤਰ ਨਸ਼ਾ ਪੀ ਕੇ, ਸਮੈਕ ਪੀ ਕੇ ਮਰ ਗਿਆ ਔਰ ਕਿਸੇ ਦਾ ਨਸ਼ੇ ਤੇ ਲੱਗਿਆ ਹੋਇਆ। ਉਵੇਂ ਹੀ ਇਹ ਲੜਾਈ ਇਕੱਲੇ ਕਿਸਾਨਾਂ ਦੀ, ਇਕੱਲੇ ਮਜ਼ਦੂਰਾਂ ਦੀ ਜਾਂ ਜਿਹੜੇ ਇੱਥੇ ਲੋਕ ਬੈਠੇ ਆ, ਇਹਨਾਂ ਇਕੱਲਿਆਂ ਦੀ ਨਹੀਂ। ਇਸ ਆਰਡੀਨੈਂਸ ਦੀ ਵਧੀਆ ਗੱਲ ਇਹ ਆ ਕਿ ਇਹਨੇ ਸਾਰਿਆਂ ਨੂੰ ਹੀ ਬਰਾਬਰ ਕਰ ਦੇਣਾ, ਸਾਰਿਆਂ ਨੂੰ ਇੱਕੋ ਵੇਲਣੇ ਚੋਂ ਲੰਘਾਉਣਾ, ਸਾਰਿਆਂ ਦੀ ਧੌਣ ਤੇ ਤਲਵਾਰ ਆ ਔਰ ਸਾਰਿਆਂ ਤੇ ਇੱਕੋ ਜਿਹਾ ਸੁਹਾਗਾ ਫਿਰਨਾ ਆ। ਭਾਵੇਂ ਚੰਡੀਗੜ੍ਹ ਦੇ ਦਫ਼ਤਰਾਂ 'ਚ ਬੈਠਾ ਚੀਫ ਸੈਕਟਰੀ ਤੇ DGP ਤੇ ਭਾਵੇਂ ਮੁੱਖ ਮੰਤਰੀ ਦੇ ਸਲਾਹਕਾਰ ਤੇ ਭਾਵੇਂ ਸਰਦਾਰ ਸੁਖਬੀਰ ਸਿੰਘ ਬਾਦਲ ਔਰ ਇਹਨਾਂ ਦੇ ਸੱਜੇ ਖੱਬੇ ਤੁਰੀ ਫਿਰਨ ਵਾਲੀ ਜਿਹੜੀ ਫੌਜ ਆ, ਉਹਨਾਂ ਦੀਆਂ ਜ਼ਮੀਨਾਂ ਵੀ ਇਹਨਾਂ ਨੇ ਇਦਾਂ ਹੀ ਧੱਕੇ ਨਾਲ ਲੈਣੀਆਂ ਆ ਔਰ ਉਹਨਾਂ ਦਾ ਵੀ ਨੁਕਸਾਨ ਓਨਾ ਹੀ ਹੋਣਾ ਆ। ਸੋ ਹੁਣ ਆਪਾਂ ਵਜ਼ਾਹਤ ਦੇ ਨਾਲ ਥੋੜਾ ਜਿਹਾ ਤਫਸੀਲ ਦੇ ਵਿੱਚ ਇਹਨਾਂ ਆਰਡੀਨੈਂਸਸ ਬਾਰੇ ਗੱਲ ਕਰਦੇ ਆ ਕਿ ਹੈ ਕੀ ਨੇ। ਉਸ ਤੋਂ ਪਹਿਲਾਂ ਤੁਹਾਨੂੰ ਮੈਂ ਪਿੱਛੇ ਲੈ ਚੱਲਦਾ, ਜਦੋਂ ਪਾਰਟੀਸ਼ਨ ਹੋਈ, ਅਸੀਂ ਸਰਹੱਦੀ ਇਲਾਕੇ ਦੇ ਲੋਕ ਆ। 1947 ਦੇ ਵਿੱਚ ਸਾਡੇ ਬਜ਼ੁਰਗ ਹਲੇ ਵੀ ਕਹਿੰਦੇ ਆ ਕਿ ਆਜ਼ਾਦੀ ਨਹੀਂ, ਇਹ ਜਾੜਾ ਹੋਇਆ ਵਾ, ਔਰ ਅੰਗਰੇਜ਼ੀ ਦੇ ਇਤਿਹਾਸਕਾਰ ਜਿਹੜੇ ਉਹ ਲਿਖਦੇ ਆ ਕਿ ਦਿਸ ਇਜ਼ ਮੀਅਰ ਟ੍ਰਾਂਸਫਰ ਆਫ ਪਾਵਰ। ਇਹ ਇੱਕ ਡਾਕੂਮੈਂਟ ਸੀ, ਸਧਾਰਨ ਦਸਤਾਵੇਜ਼, ਜਿਹਦੇ ਨਾਲ ਪਾਵਰ ਗੋਰੇ ਅੰਗਰੇਜ਼ਾਂ ਨੇ ਜਾਣ ਲੱਗਿਆ ਕਾਲਿਆਂ ਅੰਗਰੇਜ਼ਾਂ ਨੂੰ ਦੇਤੀ। ਔਰ ਜਿਹੜਾ ਜਦੋਂ ਕੱਲਾ ਫਿਰੋਜ਼ਪੁਰ ਫੀਡਰ ਹੁੰਦਾ ਸੀ ਔਰ ਜਦੋਂ ਪਾਰਟੀਸ਼ਨ ਹੋਣ ਲੱਗੀ ਤੇ ਜਿਹੜਾ ਰੈੱਡ ਕਲਿਫ, ਜਿਹਨੂੰ ਰੈੱਡ ਕਲਿਫ ਲਾਈਨ ਕਿਹਾ ਜਾਂਦਾ, ਜਿਹੜਾ ਬਾਰਡਰ ਆ ਹਿੰਦੁਸਤਾਨ ਤੇ ਪਾਕਿਸਤਾਨ ਦੇ ਵਿੱਚ, ਉਹ ਰੈੱਡ ਕਲਿਫ ਜਿਹੜਾ ਸੀਗਾ ਕਰੋਨਲ, ਉਹਨੇ ਕਿਹਾ ਕਿ ਜਿਹੜਾ ਫਿਰੋਜ਼ਪੁਰ ਦਾ ਇਲਾਕਾ ਹੈ ਉਹ ਪਾਕਿਸਤਾਨ ਨੂੰ ਦਿੱਤਾ ਜਾਊਗਾ। ਉੱਥੇ ਕਿਉਂਕਿ ਪੰਜਾਬ ਦੇ ਨਾਲ ਧੱਕਾ ਅੱਜ ਤੋਂ ਨਹੀਂ, ਜਦੋਂ ਤੋਂ ਇਹ ਭਾਰਤ ਮੁਲਕ ਬਣਿਆ ਉਦੋਂ ਤੋਂ ਹੀ ਸ਼ੁਰੂ ਹੋਇਆ। ਉਦੋਂ ਆਪਦੇ ਨਿੱਜੀ ਮਫਾਦਾਂ ਹਿੱਤਾਂ ਦੇ ਵਾਸਤੇ ਉੱਥੇ ਜਿਹੜੀ ਇਹਨਾਂ ਨੇ ਉੱਪਰ ਹੇਠਾਂ ਕੀਤੀ ਔਰ ਫਿਰੋਜ਼ਪੁਰ ਦਾ ਇਲਾਕਾ, ਔਰ ਉਹਦਾ ਸਭ ਤੋਂ ਵੱਡਾ ਜਿਹੜੀ ਮਿਸਾਲ ਕੀ ਦਿੱਤੀ ਗਈ ਕਿ ਗੰਗ ਕਨਾਲ। ਆਪਾਂ ਗੰਗ ਕਨਾਲ ਤੋਂ ਸ਼ੁਰੂ ਕਰਦੇ ਹਾਂ। ਪੰਜਾਬੀਓ, ਅਸੀਂ 4 ਚਫੇਰਿਓਂ ਘਿਰੇ ਹੋਏ ਆ, ਅੰਗਰੇਜ਼ੀ 'ਚ ਜਿਹਨੂੰ ਕਹਿ ਦਿੰਦੇ ਆ ਕਿ ਮਲਟੀਫੇਰੀਅਸ, ਜਿਹੜਾ ਸਾਡਾ ਸੰਘਰਸ਼ ਜਾਂ ਸਾਡੀ ਜਿਹੜੀ ਕਮਜ਼ੋਰੀ ਹੈ, 4 ਚਫੇਰਿਓਂ ਅਸੀਂ ਘਿਰੇ ਕਿਵੇਂ ਆ। ਸੱਭਿਆਚਾਰਕ ਸੰਕਟ ਇੱਥੇ ਆ, ਸਾਡਾ ਸੱਭਿਆਚਾਰ ਕਿੱਥੇ ਆ ਅੱਜ। ਆਰਥਿਕ ਸੰਕਟ ਇੱਥੇ ਆ, ਕੋਈ 50 ਕਿੱਲਿਆਂ ਵਾਲਾ ਜ਼ਮੀਨਦਾਰ ਆ ਤੇ ਉਹਦੀ 50 ਲੱਖ ਦੀ ਲਿਮਟ ਆ, ਕੋਈ OBC ਬੈਂਕ ਅੱਗੇ ਖੜਾ ਹੁੰਦਾ, ਕੋਈ ICICI ਅੱਗੇ ਔਰ ਕੋਈ SBI ਅੱਗੇ, ਜੋ ਕੋਈ 50 ਕਿੱਲਿਆਂ ਵਾਲਾ ਤੇ ਉਹਦੀ ਉਹੋ ਜਿਹੀ ਲਿਮਟ ਆ। ਸਮਾਜਿਕ ਸਰਕਲ, ਜਿਹੜਾ ਸਮਾਜਿਕ ਸੰਕਟ ਆ, ਉਹ ਸਾਡੇ ਤੇ ਆ। 4 ਚਫੇਰਿਓਂ ਅਸੀਂ ਘਿਰ ਗਏ ਆ। ਗੰਗ ਕਨਾਲ ਰਾਜਾ ਗੰਗਾ ਸਿੰਘ ਨੇ ਕਢਵਾਈ ਸੀਗੀ ਕਿ ਬੀਕਾਨੇਰ ਦੇ ਇਲਾਕੇ ਤੱਕ ਜਿਹੜਾ ਹੈਗਾ ਪੰਜਾਬ ਦਾ ਪਾਣੀ ਜਾਵੇ। ਔਰ ਉਸ ਤੋਂ ਬਾਅਦ ਜਦੋਂ ਇੰਦਰਾ ਗਾਂਧੀ ਨੇ ਰੀਆਰਗੇਨਾਈਜੇਸ਼ਨ ਐਕਟ ਲਿਆਂਦਾ, ਉਹ ਨਹਿਰ ਜਿਹੜੀ ਜਿਹਨੂੰ ਅਸੀਂ ਬੀਕਾਨੇਰ ਫੀਡਰ ਕਹਿ ਦਿੰਦੇ ਆ ਜਾਂ ਰਾਜਸਥਾਨ ਫੀਡਰ, ਜਾਂ 2 ਨਵੰਬਰ 1984 ਨੂੰ ਉਹਦਾ ਨਾਂ ਜਦੋਂ ਇੰਦਰਾ ਗਾਂਧੀ ਦੀ ਮੌਤ ਹੋ ਗਈ ਔਰ ਰੱਖ ਦਿੱਤਾ ਗਿਆ ਇੰਦਰਾ ਗਾਂਧੀ ਕਨਾਲ। ਹਿੰਦੁਸਤਾਨ ਦੀ ਸਭ ਤੋਂ ਵੱਡੀ ਨਹਿਰ ਹੈ ਔਰ 16,70,000 ਕਿੱਲਾ ਕੱਲੇ ਜੈਸਲਮੇਰ ਜ਼ਿਲ੍ਹੇ ਦਾ 16,070 ਲੱਖ ਕਿੱਲੇ ਨੂੰ ਪਾਣੀ ਦਿੰਦੀ ਆ ਉਹ ਨਹਿਰ। ਔਰ 9100 ਕਿੱਲਾ ਜਿਹੜਾ ਉੱਥੇ ਬਰਮਾੜ ਜ਼ਿਲ੍ਹਾ ਆ, ਔਰ ਉਸ ਤੋਂ ਪਿੱਛੇ ਥਾਰ ਮਾਰੂਥਲ ਜਿਹੜਾ ਹਿੰਦੁਸਤਾਨ ਦਾ ਸਭ ਤੋਂ ਵੱਡਾ ਮਾਰੂਥਲ ਹੈ, ਉੱਥੋਂ ਤੱਕ ਪੰਜਾਬ ਦਾ ਪਾਣੀ ਇਹ ਲੈ ਕੇ ਜਾਂਦੇ ਆ। 1954 ਦੇ ਵਿੱਚ ਸਾਡੇ ਸਿਰ ਦੇ ਉੱਤੇ ਇਹਨਾਂ ਨੇ ਜਿਹੜਾ ਸਤਲੁਜ ਦੇ ਉੱਪਰ ਭਾਖੜਾ ਡੈਮ ਬਣਾਇਆ ਉਹ ਮੜਤਾ ਔਰ ਗੁਲਜ਼ਾਰੀ ਨਾਲ ਨੰਦਾ, ਉਦੋਂ ਕੇਂਦਰ ਦਾ ਜਿਹੜਾ ਇਰੀਗੇਸ਼ਨ ਮਿਨਿਸਟਰ, ਜਿਹਨੂੰ ਅਸੀਂ ਸਿੰਚਾਈ ਮੰਤਰੀ ਕਹਿ ਦਿੰਦੇ, ਉਹ ਆਇਆ ਔਰ ਆ ਕੇ ਉਹਨੇ ਲੋਕਾਂ ਨੂੰ ਝੂਠੇ ਸੱਚੇ ਜਿਹੜੇ ਆ ਸਬਜ਼ ਬਾਗ ਦਿਖਾਏ ਔਰ
ਸਾਰਾ ਜਿਹੜਾ ਜਿੰਨੀ ਬਿਜਲੀ ਸਤਲੁਜ ਦੇ ਉੱਥੇ ਪੈਦਾ ਹੁੰਦੀ ਆ ਭਾਖੜਾ ਡੈਮ ਤੇ, ਉਹ ਜਾਂਦੀ ਕਿੱਥੇ? ਦਿੱਲੀ ਔਰ ਹਰਿਆਣਾ ਨੂੰ। 25 ਪੈਸੇ 50 ਪੈਸੇ 1 ਰੁਪਈਆ ਯੂਨਿਟ। ਅਸੀਂ ਬਿਜਲੀ ਕਿੰਨੀ ਬਾਲਦੇ ਆ? 7 ਰੁਪਈਏ 8 ਰੁਪਈਏ, ਔਰ ਜਦੋਂ 200 ਯੂਨਿਟ ਦੇ ਉੱਤੇ ਹੋ ਜਾਂਦਾ ਤੇ 11 ਰੁਪਈਏ। ਸੋ ਇਹ ਇੱਕ ਧੱਕਾ ਨਹੀਂ, ਧੱਕੇ ਦਰ ਧੱਕਾ, ਧੱਕਾ ਦਰ ਧੱਕਾ। ਔਰ ਉਸ ਤੋਂ ਬਾਅਦ ਜਦੋਂ ਪੰਜਾਬੀ ਸੂਬਾ ਬਣਿਆ ਵਾ, ਸਾਡੇ ਆਗੂ ਚਾਹੇ ਅਸੀਂ ਮਾਸਟਰ ਤਾਰਾ ਸਿੰਘ ਤੋਂ ਸ਼ੁਰੂ ਹੋ ਜਾਈਏ, ਔਰ ਸੋ ਕਾਲਡ ਸਾਡਾ ਜਿਹੜਾ ਫਖਰੇ ਕੌਮ 5 ਵਾਰੀਆਂ ਦਾ ਮੁੱਖ ਮੰਤਰੀ ਔਰ ਕੈਪਟਨ ਅਮਰਿੰਦਰ ਸਿੰਘ ਜਿਹੜਾ ਦੂਜੀ ਵਾਰੀ ਮੁੱਖ ਮੰਤਰੀ ਬਣਿਆ, ਉਹਨੇ ਕਿਵੇਂ ਬੇਵਕੂਫ ਬਣਾਇਆ, ਉਸ ਗੱਲ ਤੇ ਮੈਂ ਅੱਗੇ ਆਉਣਾ ਆ। ਰੀਆਰਗੇਨਾਈਜੇਸ਼ਨ ਐਕਟ ਤੋਂ ਬਾਅਦ ਜਦੋਂ 1966 ਚ ਪੰਜਾਬੀ ਸੂਬਾ ਬਣਦਾ ਤੇ ਪੰਜਾਬੀ ਬੋਲਦੇ ਇਲਾਕੇ ਔਰ ਆਨੰਦਪੁਰ ਦਾ ਮਤਾ, ਆਨੰਦਪੁਰ ਦੇ ਮਤੇ ਦੀਆਂ ਦੋ ਚੀਜ਼ਾਂ ਵੀ ਨਹੀਂ ਪੂਰੀਆਂ ਕਰਵਾ ਸਕੇ, ਝੂਠੇ ਸੱਚੇ ਮਰਨ ਵਰਤ ਰੱਖ ਕੇ। ਔਰ ਉਸ ਤੋਂ ਬਾਅਦ ਜਿਹੜਾ ਸੰਤ ਹਰਚੰਦ ਸਿੰਘ ਲੌਂਗੋਵਾਲਾ, ਉਹਦੀ ਅਸੈਸੀਨੇਸ਼ਨ ਹੋ ਜਾਂਦੀ ਹੈ। ਔਰ ਪੰਜਾਬ ਦੇ ਹਾਲਾਤ ਜਿਹੜੇ ਹੈਗੇ ਆ 1982 ਤੋਂ ਬਾਅਦ ਆਨਵਰਡ, ਜਦੋਂ ਸਾਡਾ ਤਖਤ ਢਾਇਆ ਗਿਆ ਔਰ ਸਾਡੇ ਲੋਕਾਂ ਦੀ ਜੀਨੋਸਾਈਡ ਕਤਲੇਆਮ ਕੀਤੀ ਗਈ, ਔਰ ਉਹਨੂੰ ਇਹ ਜਿਹੜੇ ਹੈਗੇ ਆ ਦੰਗੇ ਦੱਸਦੇ ਅੱਜ ਵੀ ਇਤਿਹਾਸ ਦੇ ਵਿੱਚ। ਉਹ ਲੰਬੀ ਫਹਿਰਿਸਤ ਉਦੋਂ ਤੋਂ ਲੈ ਕੇ ਅਗਰ ਅਸੀਂ 1947 ਤੋਂ ਤੁਰੀਏ, ਅਸੀਂ ਪਾਰਟੀਸ਼ਨ ਝੱਲੀ, ਉਜਾੜਾ ਝੱਲਿਆ, ਅਸੀਂ ਬਚ ਗਏ। ਪੰਜਾਬ ਦੇ ਲੋਕ, ਪੰਜਾਬ ਦੀ ਸਰਬਤ ਮਿੱਟੀ, ਗੁਰੂਆਂ ਪੀਰਾਂ ਦਾ ਇਹ ਜਿਹੜਾ ਖਿੱਤਾ ਵਾ, ਇਹਨੂੰ ਬੜੀਆਂ ਇੱਥੇ ਹਨੇਰੀਆਂ ਝੁੱਲੀਆਂ, ਇੱਥੇ ਕਈ ਅਬਦਾਲੀ ਵਰਗੇ ਆਏ ਪਰ ਇਹ ਮਰਿਆ ਨਹੀਂ। ਉਸ ਤੋਂ ਬਾਅਦ ਪਾਰਟੀਸ਼ਨ ਹੋਈ, ਉਜਾੜਾ ਹੋਇਆ, ਅਸੀਂ ਲੋਕ ਫਿਰ ਬਚ ਗਏ। ਸਾਡੇ ਬਜ਼ੁਰਗਾਂ ਨੇ ਪਾਕਿਸਤਾਨੋਂ ਆ ਕੇ, ਜਿਨ੍ਹਾਂ ਨੂੰ ਅਸੀਂ ਲਾਹੌਰੀਏ ਕਹਿੰਦੇ ਆ, ਖਾਲੀ ਹੱਥ ਆਏ ਸੀ। ਫਿਰ ਪੁਰਾਣੇ ਬਜ਼ੁਰਗ ਕਹਿੰਦੇ ਆ ਪੁੱਤਰ ਜ਼ਮੀਨਾਂ ਹੈਗੀਆਂ ਸੀ ਤੇ ਤੁਰ ਕੇ ਮਗਰ ਆ ਗਈਆਂ। ਅੱਜ ਇੱਥੇ ਚੰਗੀਆਂ ਕੋਠੀਆਂ, ਚੰਗੀਆਂ ਕਾਰਾਂ, ਚੰਗੇ ਪੁੱਤਰ ਬੱਚੇ ਪੜ੍ਹਾ ਲਿਖਾ ਕੇ ਚੰਗੇ ਅਹੁਦਿਆਂ ਤੇ ਫਾਇਜ਼ ਨੇ। ਆ ਜਿਹੜੇ ਸਾਡੇ ਭਰਾ ਅਫਸਰ ਵੀ ਖੜੇ ਨੇ, ਉਹਨਾਂ ਪਰਿਵਾਰਾਂ ਦੇ ਵਿੱਚੋਂ ਹੀ ਬਹੁਤੇ ਸਾਡੇ ਵਿੱਚ ਅੱਜ ਮੌਜੂਦ ਨੇ। ਉਸ ਤੋਂ ਬਾਅਦ ਨਸ਼ਿਆਂ ਦੀ ਅੱਤਵਾਦੀ ਹਨੇਰੀ ਝੱਲੀ, 20 ਸਾਲ ਲਗਾਤਾਰ ਸਾਡੇ ਪੁੱਤਰ ਜਿਹੜੇ ਮਰਦੇ ਰਹੇ। ਜੇ ਪੁਲਿਸ ਵਾਲੇ ਸੀ ਉਹ ਵੀ ਸਾਡੇ ਭਰਾ ਸੀ। ਜੇ ਨੌਜਵਾਨਾਂ ਦਾ ਖੂਨ ਡੁੱਲਿਆ, 15 ਸਾਲ ਤੋਂ ਲੈ ਕੇ 35 ਸਾਲ ਤੱਕ ਦੇ ਨੌਜਵਾਨ ਜਿਹੜੇ ਹੈਗੇ, ਤੁਸੀਂ ਮਾਝੇ 'ਚ ਜਾਓ, ਥੱਲੇ ਜਿਹੜਾ ਠੇਠ ਮਾਝਾ ਵਾ, ਭਿੱਖੀਵਿੰਡ ਤੋਂ ਥੱਲੇ ਦੇ ਸਾਰੇ ਪਿੰਡ ਆ, ਉੱਥੇ ਤੁਹਾਨੂੰ ਸਾਡੀ ਉਮਰ ਦਾ ਕੋਈ ਨੌਜਵਾਨ ਨਹੀਂ ਮਿਲਣਾ, ਕਿਉਂਕਿ ਸਾਰੇ ਹੀ ਖਤਮ ਕਰ ਦਿੱਤੇ ਗਏ। ਕਾਰਨ ਪਿੱਛੇ ਜੋ ਮਰਜ਼ੀ ਸੀਗਾ, ਉਹਦੇ 'ਚੋਂ ਵੀ ਅਸੀਂ ਬਚ ਗਏ। ਅਸੀਂ ਫੇਰ ਖੜੇ ਹੋ ਗਏ, ਅਸੀਂ ਫੇਰ ਉੱਠ ਖੜੇ। ਫੇਰ ਪੰਜਾਬ ਦੇ ਵਿੱਚ ਇੱਕ ਵਾਰ ਹਵਾਵਾਂ ਵਗੀਆਂ, ਇਹਨਾਂ ਨੇ ਸੱਭਿਆਚਾਰਕ ਮੇਲੇ ਸਰਕਾਰਾਂ ਨੇ ਲਵਾਉਣੇ ਸ਼ੁਰੂ ਕਰਤੇ। ਫਿਰ ਇਹਨਾਂ ਨੇ ਸਾਨੂੰ ਨਸ਼ਿਆਂ ਦੀ ਦਲਦਲ ਦੇ ਵਿੱਚ ਡੁਬੋਇਆ। ਉਹਦੇ ਲਈ ਜ਼ਿੰਮੇਵਾਰ ਕੌਣ ਆ, ਕਿਹੜੀ ਸਰਕਾਰ ਆ, ਉਸ ਗੱਲ 'ਚ ਆਪਾਂ ਨਹੀਂ ਪੈਣਾ, ਉਹ ਗੱਲ ਰਾਜਨੀਤਿਕ ਹੋ ਜਾਂਦੀ ਹੈ। ਨਸ਼ਿਆਂ ਦੇ ਵਿੱਚ ਸਾਡੇ ਗੱਭਰੂ ਗਲਤਾਨ ਹੋ ਗਏ। ਪਿੰਡਾਂ ਦੇ ਵਿੱਚ 100 ਦੀ ਗਿਣਤੀ ਦੇ ਵਿੱਚ ਜਿਹੜੇ ਹੈਗੇ ਨੌਜਵਾਨ ਮਰੇ ਆ। ਸਰਕਾਰੀ ਅੰਕੜਾ ਜਿਹੜਾ ਕਹਿੰਦਾ ਵਾ, ਏਮਸ ਜਿਹੜਾ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ ਆ, ਜਿੱਥੇ ਇੰਦਰਾ ਗਾਂਧੀ ਦੀ ਜਦੋਂ ਅਸੈਸੀਨੇਸ਼ਨ ਹੋਈ ਉਹਨੂੰ ਲੈ ਕੇ ਗਏ ਸੀ, ਹਿੰਦੁਸਤਾਨ ਦਾ ਸਭ ਤੋਂ ਵਧੀਆ ਹਸਪਤਾਲ, ਉਹਨਾਂ ਨੇ ਇੱਕ ਸਰਵੇ ਕੀਤਾ ਵਾ। ਉਹ ਕਹਿੰਦੇ ਕਿ ਡੇਲੀ ਦਾ ਜਿਹੜਾ ਹੈਗਾ ਵਾ 75 ਕਰੋੜ ਦਾ ਕਾਰੋਬਾਰ ਆ ਪੰਜਾਬ ਦੇ ਵਿੱਚ ਨਸ਼ਿਆਂ ਦਾ, 75 ਕਰੋੜ ਦਾ। ਸਾਡੇ 'ਚ ਜਿੰਨੇ ਇੱਥੇ ਬੈਠੇ ਆ, ਕਿਸੇ ਨੇ ਕਦੀ 75 ਲੱਖ ਵੀ ਇਕੱਠਾ ਨਹੀਂ ਵੇਖਿਆ ਹੁਣ। ਸੋ 75 ਕਰੋੜ ਰੁਪਏ ਦਾ ਔਰ 20,000 ਕਰੋੜ ਦਾ ਸਾਲ ਦਾ ਨਸ਼ਾ, ਮੈਂ ਕਹਾਂਗਾ ਕਿ ਸਰਕਾਰਾਂ ਹੀ ਵੇਚਦੀਆਂ ਵਾ। ਕਿਉਂਕਿ ਅਗਰ ਅੱਜ ਇੱਥੇ ਅਸੀਂ ਬੈਠੇ ਆ 200-250 ਬੰਦਾ, ਤੇ ਇੱਥੇ ਕਿੰਨਾ ਅਮਲਾ ਫੈਲਾ। ਫਿਰੋਜ਼ਪੁਰ ਦੇ ਐਸਐਸਪੀ ਨੇ ਸਾਰੀ ਪੁਲਿਸ ਸਾਡੇ ਉੱਤੇ ਲਾਤੀ ਆ। ਪਿੱਛੇ ਐਲਐਮਜੀ ਬੀੜ ਕੇ ਖੜੇ ਆ, ਜਿਵੇਂ ਇੱਥੇ ਅੱਤਵਾਦੀ ਆ ਗਏ ਹੁੰਦੇ ਆ। ਜਦੋਂ ਨਸ਼ਾ ਰੋਕਣਾ ਹੁੰਦਾ ਵਾ, ਉਦੋਂ ਪੰਜਾਬ ਪੁਲਿਸ ਤੇ, ਉਦੋਂ ਪੰਜਾਬ ਸਰਕਾਰ ਜਿਹੜੀ ਹੈਗੀ ਆ, ਇਹਨਾਂ ਨੂੰ ਕਿਹੜੀ ਬਿੱਲੀ ਨੱਸ ਜਾਂਦੀ ਆ, ਕਿਹੜਾ ਸੱਪ ਸੁੰਘ ਜਾਂਦਾ ਹੈ। ਸੋ ਉਸ ਦਲਦਲ ਚੋਂ, ਉਸ ਜਿਹੜੀ ਹੈਗੀ ਆ ਹਨੇਰੀ ਦੇ ਵਿੱਚੋਂ ਵੀ ਅਸੀਂ ਬਚ ਗਏ। ਪਰ ਜਿਹੜਾ ਆਖਰੀ ਜ਼ਹਿਰ ਦਾ ਟੀਕਾ ਆ, ਜਿਹੜਾ ਨਰਿੰਦਰ ਮੋਦੀ ਦੀ ਕੇਂਦਰ ਗਵਰਨਮੈਂਟ ਸਾਨੂੰ ਲਾਉਣ ਲੱਗੀ ਆ, ਇਹਦੇ ਤੋਂ ਸਾਡੇ ਤੋਂ ਬਚਿਆ ਨਹੀਂ ਜਾਣਾ। ਉਹਦਾ ਕਾਰਨ ਹੁਣ ਮੈਂ ਤੁਹਾਨੂੰ ਦੱਸਦਾ। ਹੁਣ ਆਪਾਂ ਆਰਡੀਨੈਂਸਸ ਤੇ ਆਉਂਦੇ ਆ ਕਿ ਆਰਡੀਨੈਂਸ ਹੈ ਕੀ ਭਲਾ। ਪਹਿਲਾਂ ਇੱਕ ਵਕੀਲ ਹੋਣ ਦੇ ਨਾਤੇ ਮੈਂ ਤੁਹਾਨੂੰ ਇਹਨਾਂ ਦੀ ਟੈਕਨੀਕਲ ਜਿਹੜੀ ਲੀਗਲੀ ਗੱਲ ਦੱਸਦਾ ਕਿ ਲੀਗਲ ਤੌਰ ਦੇ ਉੱਪਰ, ਕਾਨੂੰਨੀ ਤੌਰ ਦੇ ਉੱਪਰ ਇਹ ਆਰਡੀਨੈਂਸ ਗਲਤ ਕਿਵੇਂ ਹੈ। ਆਰਡੀਨੈਂਸ ਅਧਿਨਿਵੇਸ਼ ਜਿਹਨੂੰ ਕਹਿ ਦਿੰਦੇ ਆ, ਬਣਾਉਣ ਦੀ ਤਾਕਤ ਹੁੰਦੀ ਆ ਰਾਸ਼ਟਰਪਤੀ ਦੇ ਕੋਲ। ਰਾਸ਼ਟਰਪਤੀ ਹੰਗਾਮੀ ਹਾਲਾਤਾਂ ਦੇ ਵਿੱਚ, ਜਦੋਂ ਪਾਰਲੀਮੈਂਟ ਦੇ, ਸਾਡੀ ਸੰਸਦ ਦੇ ਜਿਹੜੇ ਹੈਗੇ ਆ ਸਦਨ ਜਦ ਨਹੀਂ ਬੈਠੇ ਹੁੰਦੇ, ਉਦੋਂ ਆਰਡੀਨੈਂਸ ਲਾਗੂ ਕਰ ਸਕਦਾ ਆ ਉਹ ਕਿ ਹਾਂ ਹੁਣ ਬਹੁਤ ਐਮਰਜੈਂਸੀ ਦੀ ਸਿਚੁਏਸ਼ਨ ਆ, ਔਰ ਸਥਿਤੀ ਨੂੰ ਸੰਭਾਲਣ ਦੇ ਵਾਸਤੇ ਜਿਹੜਾ ਹੈਗਾ ਇੱਕ ਨਵਾਂ ਕਾਨੂੰਨ ਲੈ ਕੇ ਆਉਣਾ ਪਊਗਾ। ਇੱਥੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਸਪੋਰਟਡ ਬੰਦੇ ਆ, ਉਹ ਕਹਿੰਦੇ ਆ ਹੱਲੇ ਇਹ ਆਰਡੀਨੈਂਸ ਆ, ਕਾਨੂੰਨ ਬਣੇ ਨਹੀਂ। ਉਹਨਾਂ ਨੂੰ ਤੁਸੀਂ ਇਹ ਗੱਲ ਦੱਸਿਓ ਕਿ ਆਰਡੀਨੈਂਸ ਜਿਹੜਾ ਹੈਗਾ, ਉਹਦੇ 'ਚ ਕਾਨੂੰਨ ਜਿੰਨੀ ਹੀ ਤਾਕਤ ਹੁੰਦੀ ਹੈ, ਆਰਡੀਨੈਂਸ ਦੀ ਮਿਆਦ ਸਿਰਫ 6 ਮਹੀਨੇ ਹੁੰਦੀ ਹੈ। ਅਗਰ 6 ਮਹੀਨਿਆਂ 'ਚ ਇਹਨਾਂ ਦੀ ਦਾਲ ਨਾ ਗਲੀ, ਉਹਨੂੰ 6 ਮਹੀਨੇ ਹੋਰ ਐਕਸਟੈਂਡ ਕਰ ਲੈਣਗੇ। ਸੋ ਆਰਡੀਨੈਂਸ ਐਂਡ ਐਕਟ ਆਰ ਇਕੁਅਲੀ ਪਾਵਰਫੁਲ। ਮਸਲਾ ਇਹ ਹੈ ਕਿ ਜੇ 6 ਮਹੀਨੇ ਬਾਅਦ ਇੰਜ ਲੋਕਾਂ ਦਾ, ਆਵਾਮ ਦਾ, ਪੰਜਾਬ ਦੀ ਸੰਗਤ ਦਾ, ਹਿੰਦੁਸਤਾਨ ਦੇ ਲੋਕਾਂ ਦਾ ਪ੍ਰੈਸ਼ਰ ਬਣ ਗਿਆ ਤੇ ਉਹਨੂੰ ਵਿਡਰਾਅ ਕਰ ਲੈਣਗੇ। ਪਰ ਉਹਦੀ ਤਾਕਤ ਇੱਕੋ ਜਿੰਨੀ ਆ। ਪਹਿਲਾ ਜਵਾਬ ਇਹਨਾਂ ਨੂੰ ਇਹ ਦਿਆ ਕਰੋ। ਸੋ ਪਹਿਲੀ ਤਾਂ ਗੱਲ ਇਹ ਕਿ ਗੈਰ ਸੰਵਿਧਾਨਕ ਹੈ। ਅਗਰ ਅਸੀਂ ਹਿੰਦੁਸਤਾਨ 'ਚ, ਭਾਰਤ 'ਚ ਰਹਿੰਦੇ ਆ, ਭਾਰਤ ਦੇ ਸੰਵਿਧਾਨ ਨੂੰ ਮੰਨਦੇ ਆ ਕਿ ਠੀਕ ਆ ਪੰਜਾਬ ਨਾਲ ਬਹੁਤ ਧੱਕੇ ਹੋਏ, ਅਸੀਂ ਫਿਰ ਵੀ ਸਿਰ ਝੁਕਾਉਂਦੇ ਆ। ਬਾਬਾ ਸਾਹਿਬ ਅੰਬੇਦਕਰ ਨੇ ਜਿਹੜਾ ਸਾਨੂੰ ਸੰਵਿਧਾਨ ਬਣਾ ਕੇ ਦਿੱਤਾ, ਅਸੀਂ ਕਨਸਟੀਟਿਊਸ਼ਨ ਨੂੰ ਫੋਲੋ ਕਰਦੇ ਆ। ਪਰ ਕਨਸਟੀਟਿਊਸ਼ਨਲ ਵੈਲਿਊਜ਼ ਦੇ ਅਗੇਂਸਟ ਜਿਹੜੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਤੋਂ ਨਰਿੰਦਰ ਮੋਦੀ ਦੀ ਸਰਕਾਰ ਨੇ ਆਰਡੀਨੈਂਸ ਪਾਸ ਕਰਾਏ, ਔਰ ਸਾਡੀ ਵੱਡੀ ਭੈਣ ਸਰਦਾਰਨੀ ਹਰਸਿਮਰਤ ਕੌਰ ਬਾਦਲ ਉਸ ਕੈਬਨਿਟ ਮੀਟਿੰਗ ਦੀ
ਨੁਮਾਇੰਦਗੀ ਕਰ ਰਹੇ ਸੀ, ਉਹਦੇ ਵਿੱਚ ਬੈਠੇ ਸੀ, ਉਹਦੇ ਨਾਲ ਹੀ ਰਲਦੀ ਗੱਲ ਤੁਹਾਨੂੰ ਹੋਰ ਦੱਸ ਦਿਆਂ ਕਿ ਜੰਮੂ ਕਸ਼ਮੀਰ ਦੇ ਵਿੱਚ ਪੰਜਾਬੀ ਭਾਸ਼ਾ ਇਹਨਾਂ ਨੇ ਖਤਮ ਕਰਤੀ। ਅਫੀਸ਼ੀਅਲ ਲੈਂਗੁਏਜਸ ਜਿਹੜੀਆਂ ਦਫ਼ਤਰੀ ਭਾਸ਼ਾਵਾਂ ਨੇ, ਉਸ ਮੀਟਿੰਗ 'ਚ ਵੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਬੈਠੀ ਸੀ ਔਰ ਸਵੇਰੇ ਉੱਠ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਚਿੱਠੀ ਕਿਹਨੂੰ ਲਿਖਦੇ ਆ? ਜੰਮੂ ਕਸ਼ਮੀਰ ਦੇ ਗਵਰਨਰ ਨੂੰ, ਕਿ ਪਹਿਲਾਂ ਭੈਣ ਜੀ ਉਹਨਾਂ ਨੂੰ ਪੁੱਛ ਲਾ ਜਾਂ ਉਹਨਾਂ ਨੂੰ ਸਮਝਾ ਦੇ ਕਿ ਬੀਬਾ ਉੱਥੇ ਬੈਠ ਕੇ ਜਿਹੜਾ ਹੈਗਾ ਵਾ ਕੁਛ ਤੇ ਬੋਲਿਆ ਕਰੋ। ਤੁਹਾਨੂੰ ਪੰਜਾਬ ਦੇ ਸਰਕਾਰ ਨੇ, ਪੰਜਾਬ ਦੇ ਲੋਕਾਂ ਨੇ ਚੁਣ ਕੇ ਭੇਜਿਆ ਔਰ ਨਿਤਿਨ ਗਡਕਰੀ ਤੋਂ ਇਹ ਸੜਕਾਂ ਪਾਸ ਕਰਾ ਕੇ ਲਿਆਏ ਔਰ ਹੁੱਬ ਕੇ ਸਾਰੇ ਮੀਡੀਆ ਦੇ ਸਾਹਮਣੇ ਕਹਿੰਦੇ ਆ ਕਿ ਕੇਂਦਰ ਸਰਕਾਰ ਸਾਰਾ ਖਰਚਾ ਦੇ ਰਹੀ ਹੈ। ਕੇਂਦਰ ਸਰਕਾਰ ਨੂੰ ਨੋਟ ਕਿਤੇ ਉੱਪਰੋਂ ਥੋੜਾ ਡਿੱਗਦੇ ਆ। ਕੇਂਦਰ ਸਰਕਾਰ GST ਲਾ ਕੇ ਸਾਰਾ ਟੈਕਸ ਸਾਡੀਆਂ ਜੇਬਾਂ ਚੋਂ ਕੱਢ ਕੇ ਲੈ ਗਈ ਔਰ ਇਸੇ ਸੰਵਿਧਾਨ ਦੀ ਜਿਹੜੀ ਕਲੌਜ਼ ਹੈ 268 ਔਰ 265 ਉਹਦੇ ਤਹਿਤ ਜਿਹੜੇ ਮਾੜੇ ਮੋਟੇ ਟੈਕਸ ਬਚੇ ਸੀ ਸੂਬਾ ਸਰਕਾਰਾਂ ਕੋਲੋਂ ਉਹ ਵੀ ਲੈ ਗਏ ਔਰ ਰਹਿੰਦਾ ਖੁੰਦਾ ਜਿਹੜਾ ਇਹ ਹੁਣ ਕਹਿ ਰਿਹਾ ਅਮਰਿੰਦਰ ਸਿੰਘ ਕਹਿੰਦਾ ਕਿ ਮੈਂ 4625 ਕਰੋੜ ਰੁਪਈਆ ਮਾਫ ਕੀਤਾ ਪੰਜਾਬ ਦੇ ਕਿਸਾਨਾਂ ਦਾ, 5 ਕਿੱਲਿਆਂ ਤੋਂ ਥੱਲੇ ਵਾਲੇ ਦਾ 2 ਲੱਖ ਰੁਪਈਆ ਕਰਜ਼ਾ ਮਾਫ ਕਰਤਾ। ਉਹ 4625 ਕਰੋੜ ਰੁਪਈਆ ਵੀ ਮੰਡੀ ਬੋਰਡ ਤੋਂ ਉਧਾਰ ਲੈ ਕੇ ਇਹਨਾਂ ਨੇ ਜਿਹੜਾ ਮਾਫ ਕੀਤਾ ਆ, ਜਿਹੜੇ ਮੰਡੀ ਬੋਰਡ ਨੂੰ ਖਤਮ ਕਰ ਰਿਹਾ ਔਰ ਮੰਡੀ ਬੋਰਡ ਨੇ ਪਿਛਲੇ ਸਾਲ 2019-20 ਦੇ ਵਿੱਚ 3626 ਕਰੋੜ ਰੁਪਈਆ ਕਮਾਇਆ। ਇਹਨਾਂ ਨੂੰ ਇਹ ਵੀ ਪੁੱਛਿਓ ਕਿ ਜਦੋਂ ਮੰਡੀ ਬੋਰਡ ਭੰਗ ਹੋ ਗਿਆ ਉਹ ਪੈਸੇ ਕਿੱਥੋਂ ਆਉਣੇ ਆ? 68242 ਕਿਲੋਮੀਟਰ ਸੜਕਾਂ ਨੇ ਪੰਜਾਬ ਦੀਆਂ ਜਿਹੜੀਆਂ ਸਾਡੇ ਪਿੰਡਾਂ ਨੂੰ ਲਿੰਕ ਰੋਡ ਜਾਂਦੀਆਂ, ਜਿਨ੍ਹਾਂ ਨੂੰ ਮੰਡੀ ਬੋਰਡ ਬਣਾਉਂਦਾ ਆ। ਮੰਡੀ ਬੋਰਡ ਭੰਗ ਹੋ ਗਿਆ, ਉਹਨਾਂ ਨੂੰ ਕੌਣ ਬਣਾਊਗਾ? 12000 ਕਰੋੜ ਦੀ ਸੰਪਤੀ ਹੈ ਮੰਡੀ ਬੋਰਡ ਦੀ ਥਰੂ ਆਊਟ ਦਾ ਪੰਜਾਬ, ਜਿਹੜੀਆਂ ਤੇ 3500 4000 ਮੰਡੀਆਂ ਨੇ, 6000 ਇਹਨਾਂ ਦਾ ਮੁਲਾਜ਼ਮ ਆ ਔਰ ਮਾਰਕੀਟ ਕਮੇਟੀ ਦੀਆਂ ਆਪਾਂ ਥਾਂ ਤੇ ਇੱਥੇ ਦੇਖਦੇ ਆ ਦੁਕਾਨਾਂ ਨੇ। ਉਹ ਸਾਰੀ ਸੰਪਤੀ ਦਾ ਵਾਲੀ ਵਾਰਸ ਕੌਣ ਹੋਊਗਾ? ਸੋ ਆਪਾਂ ਆਰਡੀਨੈਂਸਸ ਵੱਲ ਦੁਬਾਰਾ ਆਉਂਦੇ ਆ ਕਿ ਪਹਿਲਾ ਜਿਹੜਾ ਆਰਡੀਨੈਂਸ ਆ ਜਿਹਨੂੰ ਫਾਰਮਰ ਫੈਸਿਲੀਟੇਸ਼ਨ ਐਂਡ ਐਮਪਾਵਰਮੈਂਟ ਐਕਟ ਕਿਹਾ ਜਾਂਦਾ ਹੈ, ਫੈਸਿਲੀਟੇਟ ਕਰਨਾ ਕਿ ਤੁਹਾਨੂੰ ਬਹੁਤ ਸਹੂਲਤਾਂ ਦੇ ਰਹੇ ਆ। ਔਰ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਮੈਂ 2.5 ਕਰੋੜ ਨੌਕਰੀਆਂ ਦਊਂਗਾ ਔਰ 2024 ਤੱਕ ਕਿਸਾਨਾਂ ਦੀ ਜਿਹੜੀ ਆਮਦਨ ਆ ਉਹ ਦੁੱਗਣੀ ਕਰ ਦੂੰਗਾ। ਇੱਥੇ ਤੁਸੀਂ ਬੈਠੇ ਹੋ ਸਾਰੇ, ਕਿੰਨੇ ਕੁ ਦੀ ਆਮਦਨ ਦੁੱਗਣੀ ਹੋਈ ਆ? ਕਿਸਾਨ ਜਿਹੜਾ ਹੈਗਾ ਉਹ ਰੋਟੀ ਤੋਂ ਵੀ ਆਤਰ ਹੋਇਆ ਪਿਆ। ਭਾਵੇਂ ਤੁਸੀਂ ਸਾਹਿਬੇ ਜਾਇਦਾਦ ਵੀ ਜੇ ਤਾਂ ਵੀ ਜਿੱਡਾ ਵੱਡਾ ਸਿਰ ਓਡੀ ਵੱਡੀ ਪੀੜ ਵਾਲੀ ਗੱਲ ਆ। ਔਰ ਸਾਡੇ ਵਾਰ-ਵਾਰ ਜਿਹੜਾ ਹੈਗਾ ਸਾਡੀ ਧੌਣ ਤੇ ਤਲਵਾਰ ਰੱਖਦੇ ਆ, ਕਦੀ ਪਰਾਲੀ ਸਾੜਨ ਨੂੰ ਲੈ ਕੇ, ਕਦੀ ਜਿਹੜਾ ਹੈਗਾ ਬਦਲਵੀਂ ਖੇਤੀ ਨੂੰ ਲੈ ਕੇ। ਔਰ ਉਹਦੇ 'ਚ ਵੀ ਮੈਂ ਕੱਲ ਵੀ ਇੱਥੇ ਦੱਸਿਆ ਸੀਗਾ ਕਿਉਂਕਿ ਗੱਲਾਂ ਬਹੁਤ ਨੇ ਰਲਦੀਆਂ ਜੁੜਦੀਆਂ, ਆਪਾਂ ਸਾਰੀਆਂ ਤੁਹਾਡੇ ਧਿਆਨ 'ਚ ਲੈ ਕੇ ਆਊਂਗਾ। ਇਹ ਕਹਿੰਦੇ ਕਿ NGT ਜਿਹੜਾ ਹੈਗਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਆ, ਉਹਦੀਆਂ ਹਦਾਇਤਾਂ ਨੇ ਕਿ ਪੰਜਾਬ ਦਾ ਧੂਆਂ ਜਿਹੜਾ ਦਿੱਲੀ ਚਲੇ ਜਾਂਦਾ ਔਰ ਉਹ ਕਹਿੰਦੇ ਆ ਕਿ ਤੁਸੀਂ ਪਰਾਲੀ ਨਾ ਸਾੜੋ। NGT ਦੇ ਵਿੱਚ UP ਦੇ ਇੱਕ ਕਿਸਾਨ ਨੇ ਇੱਕ ਪਟੀਸ਼ਨ ਦਾਇਰ ਕੀਤੀ ਸੀ ਔਰ ਉਹਦੇ ਵਿੱਚ NGT ਨੇ ਸਾਰੀਆਂ ਸਰਕਾਰਾਂ ਨੂੰ, ਜਿਹਦੇ 'ਚ ਸਾਡੀ ਪੰਜਾਬ ਸਰਕਾਰ ਵੀ ਸ਼ਾਮਲ ਆ, ਜਦੋਂ ਇਹਨਾਂ ਦੇ SDM ਸਾਨੂੰ ਮੋਬਾਈਲ ਦਿਖਾਉਂਦੇ ਆ ਕੇ ਕਿਹਾ ਵੇਖੋ ਜੀ ਮੋਬਾਈਲ ਦੇ ਉੱਪਰ ਸੈਟੇਲਾਈਟ ਤੇ ਸਾਨੂੰ ਪਤਾ ਲੱਗ ਗਿਆ ਕਿ ਫਲਾਂ ਪਿੰਡ 'ਚ ਅੱਗ ਲੱਗੀ ਆ, ਫਲਾਂ ਜ਼ਿਮੀਂਦਾਰ ਨੇ ਅੱਗ ਲਾਈ ਆ। ਔਰ ਉੱਥੇ ਸਾਡਾ ਵਿਵਾਦ ਕਿਹਨਾਂ ਨਾਲ ਪਾਉਂਦੇ ਆ? ਇਹੋ ਜਿਹੇ ਸਾਡੇ ASI ਜਾਂ ਸਬ ਇੰਸਪੈਕਟਰ ਭਰਾ ਨੇ ਜਿਨ੍ਹਾਂ ਦਾ ਸਾਡੇ ਨਾਲ ਰੋਜ਼ ਦਾ ਵਾਹ ਆ। ਕੋਈ ਤੁਹਾਡੇ ਕੋਲੇ ਡਿਪਟੀ ਕਮਿਸ਼ਨਰ, ਕੋਈ ਤੁਹਾਡੇ ਕੋਲੇ ਡਿਸਟ੍ਰਿਕਟ ਫੂਡ ਐਂਡ ਸਪਲਾਈ ਕੰਟਰੋਲਰ ਜਾਂ ਕੋਈ ਹੋਰ ਜ਼ਿਲ੍ਹੇ ਦਾ ਅਫਸਰ ਆਉਂਦਾ, ਇਹ ਆਉਂਦੇ ਨੇ ਤਾਂ ਕਿ ਜੇ ਇਹਨਾਂ ਨਾਲ ਤੁਹਾਡਾ ਵਿਵਾਦ ਪਵੇ ਤੇ ਤੁਹਾਡੀ ਆਪਸੀ ਵੀ ਜਿਹੜੀ ਹੈਗੀ ਆ ਰਫਾਕਤ ਖਤਮ ਹੋਵੇ ਔਰ ਇਹ ਵੀ ਮਨ 'ਚ ਰੰਜਿਸ਼ ਰੱਖਣ ਕਿ ਕੋਈ ਗੱਲ ਨਹੀਂ, ਤੂੰ ਉਸ ਦਿਨ ਮੈਨੂੰ ਮਾੜਾ ਚੰਗਾ ਬੋਲਿਆ ਸੀ, ਮੇਰੇ ਇੱਕ ਵਾਰੀ ਆ ਸਹੀ ਗੋਡਿਆਂ ਥੱਲੇ ਤੈਨੂੰ ਮੈਂ ਸਿੱਧਾ ਕਰੂੰਗਾ। ਸੋ ਇਹ ਸਾਰੀਆਂ ਇਹਨਾਂ ਦੀਆਂ ਪਾਲਿਸੀਜ਼ ਨੇ, ਨੀਤੀਆਂ ਨੇ। ਉਹ ਵਿਕਰਮ ਤੋਂਗੜ ਨੇ ਜਿਹੜੀ ਪਟੀਸ਼ਨ ਫਾਈਲ ਕੀਤੀ, ਉਹਦੇ ਵਿੱਚ NGT ਨੇ ਕਿਹਾ ਆ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਗਾਂ ਜਦੋਂ ਕਣਕ ਦਾ ਸੀਜ਼ਨ ਆਉਣਾ ਹੈ ਔਰ ਇਹਨਾਂ ਨੇ ਫਿਰ ਤੁਹਾਨੂੰ ਕਹਿਣਾ ਕਿ ਤੁਸੀਂ ਅੱਗ ਨਾ ਲਾਓ। ਨਿੱਜੀ ਤੌਰ ਦੇ ਉੱਤੇ ਮੈਂ ਇਸ ਹੱਕ 'ਚ ਵੀ ਹੈਗਾ ਕਿ ਅੱਗ ਲਾ ਕੇ ਜਿਹੜਾ ਹੈਗਾ ਉਹ ਪੋਲਿਊਸ਼ਨ ਕ੍ਰੀਏਟ ਕੀਤਾ ਜਾਵੇ, ਪਰ ਜਿਹੜਾ ਜ਼ਿਮੀਂਦਾਰ ਹੈ ਜਦੋਂ ਉਹਦੇ ਕੋਲੇ ਅਸਾਸੇ ਹੀ ਨਹੀਂ, ਸੋਰਸ ਹੀ ਨਹੀਂ, ਪੈਸੇ ਹੀ ਨਹੀਂ, ਉਹ ਕੀ ਕਰੇਗਾ? ਜਾਂ ਤਾਂ ਫਾਹ ਲੈ ਕੇ ਮਰ ਜਾਵੇ। ਬੀਬੀ ਜਗੀਰ ਕੌਰ ਐਡੀ ਬੇਸ਼ਰਮੀ ਨਾਲ ਇੱਕ ਚੈਨਲ ਤੇ ਇੰਟਰਵਿਊ ਦੇ ਰਹੀ ਸੀ ਕਿ ਚਲੋ ਜਿਹੜਾ ਕੋਈ 200-250 ਰੁਪਈਆ ਕਮਾਉਂਦਾ ਸੀ ਮਰ ਗਿਆ ਤੇ ਉਹਨੂੰ ਸਰਕਾਰ ਹੁਣ 2.5 ਲੱਖ ਦੇ ਦੂਗੀ। ਮਤਲਬ ਇਹਨਾਂ ਨੇ ਤੇ ਸ਼ਰਮ ਵੀ ਲਾ ਕੇ ਜਿਵੇਂ ਕਹਿੰਦੇ ਆ ਕਿੱਲੀ ਤੇ ਟੰਗੀ ਹੋਈ ਹੈ। ਸੋ ਉਸ ਜਜਮੈਂਟ ਦੇ ਵਿੱਚ NGT ਕਹਿੰਦੀ ਆ ਕਿ ਜੇ ਤੁਸੀਂ ਕਿਸਾਨ ਨੂੰ ਅੱਗ ਲਾਉਣ ਤੋਂ ਰੋਕਣਾ ਆ ਤੇ ਕਿਸਾਨ ਨੂੰ ਮਲਚਰ ਦਿਓ, ਕਿਸਾਨ ਨੂੰ ਜਿਹੜਾ ਹੈਗਾ ਟਾਵੇਂ ਹਲ ਦਿਓ, ਕਿਸਾਨ ਨੂੰ ਹੈਪੀ ਸੀਡਰ ਪ੍ਰੋਵਾਈਡ ਕਰਾਓ, ਕਿਸਾਨ ਨੂੰ ਰੂਟਾਵੇਟਰ ਪ੍ਰੋਵਾਈਡ ਕਰਾਓ, ਕਿਸਾਨ ਨੂੰ ਜਿਹੜੇ ਹੋਰ ਨਵੇਂ ਇਕਵਿਪਮੈਂਟ ਆ ਜਿਹੜੇ ਅੱਜ ਸਾਡੇ ਤੋਂ 5-5 7-7 ਲੱਖ ਰੁਪਈਆ ਲੈ ਕੇ ਤੁਹਾਨੂੰ ਕਹਿੰਦੇ ਆ ਫਾਰਮ ਭਰੋ ਔਰ ਕਮੇਟੀਆਂ ਬਣਾਓ ਨਿੱਕੀਆਂ ਸਹਿਕਾਰੀ ਸਭਾਵਾਂ ਦੀਆਂ, ਉਹ ਫਿਰ ਦੇਾਂਗੇ। ਔਰ ਉਹਦੇ ਵਿੱਚ ਵੀ ਜਿਹੜੇ ਆਪਦੇ ਬੰਦੇ ਕਰਿੰਦੇ ਆ ਪ੍ਰਾਈਵੇਟ ਕੰਪਨੀਆਂ ਦੇ, ਜਿਹੜਾ ਸਾਨੂੰ ਰੂਟਾਵੇਟਰ ਬਾਹਰੋਂ 1,10,000 ਦਾ ਮਿਲਦਾ ਉਹਦਾ 2.5 ਲੱਖ ਲਾਉਂਦੇ ਆ ਕਿ 50% ਇਹਦੇ ਤੇ ਸਬਸਿਡੀ ਦੇ ਦਿਆਂਗੇ। ਸੋ ਉਹ ਜਦੋਂ ਕਿਸੇ SDM ਨੂੰ ਜਾਂ ਕਿਸੇ ਤਹਿਸੀਲਦਾਰ ਨੂੰ ਉਹ ਪੜਾਉਂਦੇ ਆ, ਤੁਹਾਨੂੰ ਵੀ ਪੜ੍ਹਨੀ ਆਉਂਦੀ, ਉਹਨਾਂ ਨੂੰ ਸਾਰਾ ਕੁਝ ਪਹਿਲਾਂ ਹੀ ਪਤਾ ਹੁੰਦਾ, ਉਹ ਉਧਰ ਨੂੰ ਮੋਹ ਹੀ ਨਹੀਂ ਕਰਦੇ। ਤੇ ਜਿੱਥੇ ਕੋਈ ਆਪਾਂ ਬੋਲਣ ਵਾਲਾ ਹੁੰਦਾ ਉਸ ਤੋਂ ਪੰਜਾਬੀ 'ਚ ਸਾਡੀਆਂ ਮਾਵਾਂ ਬੇਟੀਆਂ ਨੇ ਗੱਲ ਕਈ ਵਾਰ ਨੀਵੇਂ ਪੱਧਰ ਦੀ ਲੱਗਦੀ ਹੈ ਕਿ ਚੱਡਿਆਂ 'ਚ ਪੂਛ ਲੈ ਕੇ ਤੀਰ ਹੋ ਜਾਂਦੇ ਆ, ਤੇ ਜਿੱਥੇ ਕੋਈ ਭਲਾ ਮਾਨਸ ਕਿਸਾਨ ਹੁੰਦਾ ਆ ਉਹਨੂੰ ਜਿਹੜਾ ਹੈਗਾ ਵਾ ਤੰਗ ਪਰੇਸ਼ਾਨ ਕਰਦੇ। ਸੋ ਮੈਂ ਆਰਡੀਨੈਂਸ ਵੱਲ ਦੁਬਾਰਾ ਆਉਣਾ ਕਿ ਜਿਹੜਾ ਪਹਿਲਾ ਆਰਡੀਨੈਂਸ ਹੈ ਜਿਹਦੇ 'ਚ ਕਹਿੰਦੇ ਆ
ਕਿ ਅਸੀਂ ਮੰਡੀ ਤੋੜ ਦੇਣੀ ਹੈ। ਉਹ APMC ਐਕਟ ਆ, ਐਗਰੀਕਲਚਰ ਪ੍ਰੋਡਿਊਸ ਮਾਰਕੀਟ ਕਮੇਟੀ ਐਕਟ 1961 ਚ ਬਣਾਇਆ ਗਿਆ ਸੀ। ਉਸ ਤੋਂ ਪਹਿਲਾਂ ਵੀ ਜਿਹੜਾ ਹੈਗਾ ਪਿੱਛੇ ਜੇ ਆਪਾਂ ਚੱਲੀਏ, ਜਦੋਂ ਹਰੀ ਕ੍ਰਾਂਤੀ ਦਾ ਜਿਹੜਾ ਪ੍ਰਯੋਗ ਸ਼ੁਰੂ ਹੋਇਆ, ਉਦੋਂ ਕੀ ਸੀ ਕਿ ਡੈਫੀਸ਼ੀਐਂਟ ਸਟੇਟ ਸੀਗੀ ਜਿਹੜਾ ਹਿੰਦੁਸਤਾਨ ਆ, ਕਿ ਇੱਥੇ ਅਨਾਜ ਦੀ, ਇੱਥੇ ਕਣਕ ਦੀ, ਇੱਥੇ ਹੋਰ ਚੀਜ਼ਾਂ ਦੀ ਜਿਹੜੀ ਘਾਟ ਆ। ਸੋ ਉਹ ਡੈਫੀਸ਼ੀਐਂਸੀ ਨੂੰ ਦੂਰ ਕਰਕੇ, ਕਿਉਂਕਿ ਪੰਜਾਬ ਬੇਸਿਕਲੀ ਇਹਦੇ ਪਿੱਛੇ ਕਾਰਨ ਕੀ ਹੈ, ਕਾਰਪੋਰੇਟ ਦੀ ਹੁਣ ਨਿਗਾਹ ਕੀ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਹੋਰ ਸਾਜ਼ਿਸ਼ ਜਿਹੜੀ ਇੱਥੇ ਹੋਣ ਵਾਲੀ ਹੈ ਕਿ ਇਹ ਜਿਹੜਾ ਪਾਣੀ ਹੈ ਸਾਡੀ ਧਰਤੀ ਦੇ ਥੱਲੇ, ਪਹਿਲਾਂ ਹੀ ਅਸੀਂ ਜਿਹੜਾ ਹੈਗਾ ਕਦੇ ਐਕਵਾ ਬਿਨਾ, ਕਦੇ ਐਕਵਾ ਲੋਰ, ਕਦੇ ਹਿਮਾਲਿਆ ਦੀਆਂ ਬੋਤਲਾਂ ਜਿਹੜੀਆਂ ਹੈਗੀਆਂ 20-30-50 ਰੁਪਏ ਦੀਆਂ ਲੈ ਕੇ ਪੀਂਦੇ ਆ। ਆਉਣ ਵਾਲੇ ਸਮੇਂ 'ਚ ਜਦੋਂ ਕੰਟਰੈਕਟ ਫਾਰਮਿੰਗ ਦੇ ਤਹਿਤ ਤੁਹਾਡੇ ਤੋਂ ਤੁਹਾਡੀ ਜ਼ਮੀਨ ਲੈਣੀ, ਸਾਡੀ ਪੈਣੀ ਵੀ ਸਾਡਾ ਹੀ ਪਾਣੀ ਕੱਢ ਕੇ ਜਿਹੜਾ ਹੈਗਾ ਸਾਨੂੰ ਵਾਟਰ ਕੂਲਰ ਭਰ ਕੇ 100 ਰੁਪਈਆ ਲੀਟਰ ਦੇ ਹਿਸਾਬ ਨਾਲ ਇਹ ਵੇਚਿਆ ਕਰਦੇ। ਸੋ ਉਹ ਮਾਰਕੀਟ ਜਿਹੜਾ ਬਣਿਆ ਸੀ ਕਿ ਲਿਮਟਡ ਜੁਰਿਸਡਿਕਸ਼ਨ, ਜਿਹਦੇ ਤੇ ਮੰਡੀ ਬੋਰਡ ਦੇ ਤਹਿਤ ਮਾਰਕੀਟ ਕਮੇਟੀਆਂ ਬਣੀਆਂ ਤੇ ਮਾਰਕੀਟ ਕਮੇਟੀ ਦੇ ਥੱਲੇ ਜਿਹੜੀਆਂ ਵੱਡੀਆਂ ਇਹ ਅਪਡੇਟ ਆਉਂਦੇ ਔਰ ਕਿਸਾਨ ਜਿਹੜਾ ਹੈਗਾ ਆਪਣੀ ਉਪਜ ਉਸ ਮੰਡੀ ਉਹ ਵੀ 2 ਦਿਨਾਂ ਬਾਅਦ ਦੀਆਂ ਚੀਕਾਂ ਨਿਕਲ ਜਾਂਦੀਆਂ, ਜੋ ਰੇਟ 2200 ਤੋਂ ਸਿੱਧਾ 1900 2000 ਤੇ ਆ ਜਾਂਦਾ ਨਾ। ਤੇ ਉਹ ਕਹਿੰਦਾ ਅਸੀਂ ਪਹਿਲਾਂ ਹੀ ਕਹਿੰਦੇ ਕਿ ਬਦਲ ਮੰਡੀ ਫੁੱਟ ਕੇ ਆਇਆ। ਸਾਨੂੰ ਸਿਖਾਇਆ, ਸਾਡੇ ਦਿਮਾਗ 'ਚ ਇਸ ਤਰੀਕੇ ਨਾਲ ਇਹ ਚੀਜ਼ਾਂ ਫਿੱਟ ਕੀਤੀਆਂ ਗਈਆਂ। ਸੋ ਜਦੋਂ ਮੰਡੀ ਟੁੱਟ ਗਈ, ਹੋਣਾ ਕੀ ਹੈ ਗੱਲ, ਤੁਸੀਂ ਸਾਰੇ ਧਿਆਨ ਨਾਲ ਸੁਣਿਓ। ਮੈਂ ਉੱਥੇ ਵੀ 3 ਦਿਨ ਲਗਾਤਾਰ ਸਮਝਾਉਣ ਦਾ ਯਤਨ ਕੀਤਾ ਔਰ ਜਿਹੜੇ ਲੋਕ ਇਹਨਾਂ ਆਰਡੀਨੈਂਸ ਦੇ ਹੱਕ 'ਚ ਬੋਲਦੇ ਆ, ਉਹ ਚਾਹੇ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ, ਚਾਹੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ, ਔਰ ਚਾਹੇ ਇਹਨਾਂ ਦੇ ਕਰਿੰਦੇ ਆ, ਉਹਨਾਂ ਨੂੰ ਇਹ ਪੁੱਛੋ ਕਿ ਜਦੋਂ ਮੰਡੀ ਟੁੱਟ ਗਈ, ਅੱਜ ਝੋਨੇ ਦਾ ਜਾਂ ਕਣਕ ਦਾ ਰੇਟ ਕਰੀਬ 1900 ਰੁਪਈਆ, 1860 ਜਾਂ 70 ਜੋ ਵੀ ਇਹਨਾਂ ਨੇ ਮਾੜਾ ਮੋਟਾ ਬੋਨਸ ਚਾਲੂ ਕੀਤਾ ਹੈ। ਅਸੀਂ ਜਿਹੜਾ ਹੈਗਾ ਸਾਡੀ ਫਸਲ ਮਾੜੀ ਹੋਵੇ ਚੰਗੀ ਹੋਵੇ, ਚਾਹੇ ਉਹਨੂੰ 2 ਪੱਖੇ ਲਾ ਲੈਣ, 3 ਪੱਖੇ ਲਾ ਲੈਣ, ਆਪਦਾ ਜਿਹੜਾ ਮੋਇਸਚਰ ਮੀਟਰ ਲੈ ਕੇ ਆਉਂਦੇ ਆ, ਅਖੀਰ ਇਹਨਾਂ ਨੂੰ ਉਸ ਰੇਟ ਤੇ ਖਰੀਦਣੀ ਪੈਂਦੀ ਹੈ। ਜਦੋਂ ਮੰਡੀ ਟੁੱਟ ਗਈ ਔਰ ਇਹਦੇ ਨਾਲ ਜਿਹੜਾ ਦੂਸਰਾ ਐਕਟ ਹੈਗਾ ਜਿਹਦੇ ਨਾਲ ਇਹਨਾਂ ਨੇ ਕਾਰਪੋਰੇਟ ਨੂੰ ਖੁੱਲ੍ਹ ਦੇਣੀ ਹੈ ਕਿ ਤੁਸੀਂ ਜਿਹੜਾ ਹੈਗਾ ਪ੍ਰਾਈਵੇਟ ਪਲੇਅਰ ਜਿਹਨਾਂ ਨੂੰ ਕਹਿ ਦਿੱਤਾ ਜਾਂਦਾ ਉਹ ਖਰੀਦ ਕਰਨਗੇ ਆ ਕੇ। ਇਹ ਤਰਕ ਕੀ ਦਿੰਦੇ ਆ ਕਿ MSP ਖਤਮ ਨਹੀਂ ਹੋਣੀ, ਜਿਹਨੂੰ ਅਸੀਂ ਘੱਟੋ ਘੱਟ ਸਮਰਥਨ ਮੁੱਲ ਕਹਿੰਦੇ ਆ, ਮਿਨੀਮਮ ਸਪੋਰਟ ਪ੍ਰਾਈਸ। ਤੇ ਜ਼ਿਮੀਂਦਾਰ ਹੈਗਾ ਜਦੋਂ ਮਰਜ਼ੀ, ਜੇ ਉਹਨੂੰ ਨਹੀਂ ਪ੍ਰਾਈਵੇਟ ਪਲੇਅਰ ਤੋਂ ਵਾਰਾ ਖਾਊਗਾ ਪ੍ਰਾਈਵੇਟ ਵਾਲੇ ਨੂੰ, ਕਿ ਉਹ ਜਾ ਕੇ ਮਿਨੀਮਮ ਸਪੋਰਟ ਪ੍ਰਾਈਸ ਤੇ ਵੇਚ ਲੂਗਾ। ਉਹਦੇ ਨਾਲ ਤੁਹਾਨੂੰ ਮਾਰ ਇਹਨਾਂ ਨੇ ਕਿਵੇਂ ਮਾਰਨੀ ਹੈ, ਇਹ ਗੱਲ ਧਿਆਨ ਨਾਲ ਸੁਣਨ ਵਾਲੀ ਹੈ। ਕਿਉਂਕਿ ਕਈ ਵਾਰ ਸਾਨੂੰ ਸਮਝ ਨਹੀਂ ਆਉਂਦੀ, ਸਾਨੂੰ ਲੱਗਦਾ ਕਿ ਹਾਂ ਮੇਰੇ ਤਾਏ ਦੇ ਪੁੱਤ ਨੇ ਕਿਹਾ ਸੀ ਧਰਨੇ ਤੇ ਜਾਣਾ ਤੇ ਨਾਲ ਆਪਾਂ ਚੱਲ ਆਉਂਦੇ ਆ, ਔਰ ਘਰੇ ਆ ਕੇ ਸ਼ਾਮ ਨੂੰ ਸਾਗ ਨਾਲ ਰੋਟੀਆਂ ਖਾ ਕੇ ਫਿਰ ਸੌਂਗੇ। ਉਹ ਬਿਰਤੀ ਜਿਹੜੀ ਆ ਉਹਦੇ 'ਚ ਬਾਹਰ ਨਿਕਲਣਾ ਪੈਣਾ ਜੇ ਬਦਲਣਾ ਜੇ। ਬਾਅਦ 'ਚ ਮੈਂ ਇਹਨਾਂ ਸਾਰੇ ਭਰਾਵਾਂ ਤੇ ਵੀ ਆਊਂਗਾ ਜਿਹੜੇ ਇੱਥੇ ਵਰਦੀਆਂ ਪਾ ਕੇ ਖਲੋਤੇ ਆ, ਕਿ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਹੀ ਗਿਆ ਹੋਣਾ ਕਿ ਜਿਹੜਾ ਕਹਿੰਦੇ ਆ ਕਿ ਕੇਂਦਰ ਗਵਰਨਮੈਂਟ ਦਾ ਜਿਹੜਾ ਔਰ ਜਿਹੜਾ ਇਹਨਾਂ ਦਾ ਫਾਈਨਾਂਸ ਕਮਿਸ਼ਨ ਦਾ ਬੈਠਾ ਹੋਇਆ ਵਾ, ਉਹ ਹਲੇ ਤੱਕ ਫਾਈਨਾਂਸ ਕਮਿਸ਼ਨ ਉੱਠਿਆ ਹੀ ਨਹੀਂ ਪੰਜਾਬ ਸਰਕਾਰ ਦਾ। 3-4 ਸਾਲ ਹੋ ਗਏ ਬੈਠੇ ਆ ਕਿ ਇਹਨਾਂ ਦੀਆਂ ਭਰਾਵਾਂ ਦੀਆਂ ਤਨਖਾਹਾਂ ਵਧਾਉਣੀਆਂ ਨੇ। ਸਾਨੂੰ ਜ਼ਰੂਰ ਲੱਗਦਾ ਕਿ 50-50 ਹਜ਼ਾਰ ਲੈਂਦੇ ਆ, ਇਹਨਾਂ ਨੂੰ ਪੁੱਛ ਕੇ ਵੇਖੋ ਇਹ 50 ਹਜ਼ਾਰ ਤੇ ਵੀ ਔਖੇ ਆ, ਵੀ ਖਰਚੇ ਬਹੁਤ ਜ਼ਿਆਦੇ ਆ। ਸੋ ਇਹਨਾਂ ਦੀ ਧੌਣ ਦੇ ਉੱਤੇ ਵੀ ਤਲਵਾਰ ਸਰਕਾਰ ਨੇ ਇੱਥੇ ਹੀ ਰੱਖਣੀ ਆ ਕਿ ਕੇਂਦਰ ਸਰਕਾਰ ਦੀਆਂ ਨੀਤੀਆਂ ਜਿਹੜੀਆਂ ਹੈਗੀਆਂ ਉਹਦੇ ਅਕੋਰਡਿੰਗਲੀ ਉਹੀ ਨੋਰਮਸ ਜਿਹੜੇ ਆ ਲਾਗੂ ਕਰੋ, ਔਰ ਉਹੀ ਰਿਟਾਇਰਮੈਂਟ ਦੀ ਜਿਹੜੀ ਉਮਰ ਆ ਉਹ 2-2 ਸਾਲ ਘੱਟ ਕਰੋ, ਔਰ ਸਾਰਾ ਜਿਹੜਾ ਹੈਗਾ ਆਊਟਸੋਰਸਿੰਗ ਦੇ ਥਰੂ ਭਰਤੀ ਕਰੋ। ਉਧਰ ਵੀ ਆਪਾਂ ਆਵਾਂਗੇ। ਸੋ ਜਦੋਂ ਮੰਡੀ ਟੁੱਟ ਗਈ, ਉਦਾਹਰਨ ਦੇ ਤੌਰ ਦੇ ਉੱਪਰ ਸਪੋਜ਼ ਕਰੋ ਅਗਰ ਸਾਡੀ ਬਦਕਿਸਮਤੀ ਜਾਂ ਅਨਫੋਰਚੂਨੇਟਲੀ ਜਾਂ ਜਿਹੜੇ ਸਾਡੇ 20 ਮੈਂਬਰ ਪਾਰਲੀਮੈਂਟ ਨੇ, 20 ਦੇ ਵਿੱਚੋਂ 13 ਲੋਕ ਸਭਾ ਦੇ ਮੈਂਬਰ ਔਰ 7 ਰਾਜ ਸਭਾ ਦੇ ਮੈਂਬਰ, ਜੇ ਇਹ ਸਾਰੇ ਹੀ ਭੁਗਤ ਜਾਂਦੇ ਆ ਉਹਦੇ ਹੱਕ ਦੇ ਵਿੱਚ ਆਰਡੀਨੈਂਸ ਦੇ। ਔਰ ਇਹ ਵੀ ਹੈਰਾਨੀ ਦੀ ਗੱਲ ਆ, 191 ਬੰਦੇ, 545 ਮੈਂਬਰ ਨੇ ਲੋਕ ਸਭਾ ਦੇ, ਉਹਨਾਂ ਚੋਂ 191 ਬੰਦੇ ਖੇਤੀਬਾੜੀ ਵਾਲੇ ਆ। ਉਹਨਾਂ ਦਾ ਵੀ ਪਤਾ ਲੱਗਣਾ 14 ਤਰੀਕ ਨੂੰ, ਕਿਉਂਕਿ ਉਹਨਾਂ ਨੇ ਜਿਵੇਂ ਮਨਪ੍ਰੀਤ ਸਿੰਘ ਬਾਦਲ ਵਰਗੇ ਜਾਂ ਹੋਰ ਉਹਨਾਂ ਨੇ ਲਿਖਿਆ ਹੋਇਆ ਕਿ ਤੁਹਾਡਾ ਧੰਦਾ ਕੀ ਹੈ, ਸਾਡਾ ਧੰਦਾ ਖੇਤੀਬਾੜੀ ਹੈ, ਕਿ ਉਹ ਕਿਸਾਨਾਂ ਦੇ ਹੱਕ 'ਚ ਭੁਗਤਦੇ ਆ ਜਾਂ ਆਪਦੀਆਂ ਪਾਰਟੀਆਂ ਦੇ ਹੱਕ ਦੇ ਵਿੱਚ ਵੋਟਾਂ ਪਾਉਂਦੇ ਆ। ਸੋ ਜਦੋਂ ਮੰਡੀ ਟੁੱਟ ਗਈ ਔਰ 2021-22 ਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਕਾਰਪੋਰੇਟ ਦਾ, ਜਿਹਨੂੰ ਪ੍ਰਾਈਵੇਟ ਪਲੇਅਰ ਕਹਿ ਦਿੰਦੇ ਆ, ਉਹ ਤੁਹਾਡੀ ਕਣਕ ਦਾ, ਤੁਹਾਡੇ ਝੋਨੇ ਦਾ ਰੇਟ ਦਊਗਾ 2500, 3000, ਹੋ ਸਕਦਾ 3500 ਰੁਪਈਆ ਵੀ ਦੇ ਦੇਵੇ। ਅਸੀਂ ਬੜੇ ਖੁਸ਼ ਹੋਵਾਂਗੇ 3500 ਰੁਪਈਆ ਸੁਣ ਕੇ, ਸਾਡੇ ਮੂੰਹ 'ਚੋਂ ਲਾਲਾਂ ਡਿੱਗ ਡਿੱਗ ਕੇ ਝੱਗਾ ਸਾਰਾ ਗਿੱਲਾ ਹੋ ਜਾਣਾ ਕਿ ਗੱਲ ਹੀ ਬੜੀ ਵਧੀਆ ਬਣੀ ਹੈ। ਕਿੱਥੇ 1800, ਕਿੱਥੇ 3500। ਪਿੱਦੀ ਸਾਹਿਬ ਤੇ ਪੰਨੂ ਸਾਹਿਬ ਤੇ ਜਿਹੜੇ ਹੋਰ ਬੰਦੇ ਆ, ਇਹ ਤੇ ਐਵੇਂ ਸਾਨੂੰ ਖੱਜਲ ਕਰਦੇ ਰਹੇ, ਧੁੱਪੇ ਭਾਉਂਦੇ ਰਹੇ, ਮੋਰਚੇ ਲਾਉਂਦੇ ਰਹੇ। ਔਰ 1 ਸਾਲ 2 ਸਾਲ ਅਸੀਂ ਉਸ ਰੇਟ ਤੇ ਫਸਲ ਵੇਚਾਂਗੇ, ਕਿਉਂਕਿ ਐਡਾ ਝੁੱਡੂ ਤੇ ਕੋਈ ਵੀ ਨਹੀਂ ਹੁੰਦਾ ਕਿ ਉਹਨੂੰ ਕਿਸੇ ਚੀਜ਼ ਦਾ 3500 ਰੁਪਈਆ ਮਿਲਿਆ ਔਰ ਦੂਜੇ ਪਾਸੇ 1800 ਮਿਲਿਆ ਤੇ ਉਹ 1800 ਵਾਲੇ ਨੂੰ ਵੇਚੇ। ਓਬਵੀਅਸਲੀ ਆ, ਕੁਦਰਤੀ ਤੌਰ ਤੇ ਗੱਲ ਹੈ ਕਿ 3500 ਵਾਲੇ ਕੋਲ ਜਾਊਗਾ।
2 ਸਾਲ इदां ਚੱਲੂਗਾ। ਜਦੋਂ ਤੁਸੀਂ ਪ੍ਰਾਈਵੇਟ ਬੰਦੇ ਨੂੰ ਫਸਲ ਵੇਚਣ ਲੱਗ ਪਏ, ਉੱਥੋਂ ਨਗਦਨਾਮਾ ਫੜਨ ਲੱਗ ਪਏ, ਤਾਂ ਤੁਹਾਡਾ ਆੜ੍ਹਤੀਆ ਜਿਹਨੂੰ ਅੱਜ ਦਾਮੀ ਮਿਲਦੀ ਹੈ, ਜਿਹੜਾ ਤੁਹਾਨੂੰ 1.25 ਰੁਪਏ ਤੋਂ ਲੈ ਕੇ ਤੇ 2.5 ਰੁਪਏ ਤੱਕ ਠੋਕਦਾ ਆ, ਉਹਨੇ ਤੁਹਾਡੇ ਤੋਂ ਕੀ ਲੈਣਾ? ਉਹਨੇ ਵਹੀਆਂ ਕਰਕੇ ਅਲਮਾਰੀ 'ਚ ਬੰਦ, ਤੇ ਜਿਹੜੇ ਪੈਸੇ ਆ ਨਗਦਨਾਮਾ ਔਰ ਤੁਹਾਡੇ ਖਿਲਾਫ ਕਰੂਗਾ ਕੇਸ, ਕਿਸੇ ਤੇ ਜਿਹਦੇ ਤੋਂ ਸਟਾਮ ਲਿਖਾਇਆ, ਕਿਸੇ ਨੂੰ ਸਿਵਲ ਕੋਰਟ ਲੈ ਕੇ ਜਾਊ, ਕਿਸੇ ਦਾ ਬਿਆਨਾ ਲਾਊਗਾ, ਕਿਸੇ ਦਾ 138 ਦਾ ਚੈੱਕ ਲਾਊਗਾ, ਸਾਰਾ ਕੁਝ ਸਾਨੂੰ ਸਾਰਿਆਂ ਨੂੰ ਪਤਾ ਜੋ ਕੁਝ ਹੁੰਦਾ। ਸੋ ਜਦੋਂ ਆੜ੍ਹਤੀਆ ਖਤਮ ਹੋ ਗਿਆ, ਉਸੇ 1.5-2 ਸਾਲ ਦੇ ਸਮੇਂ ਦੇ ਦਰਮਿਆਨ ਜਦੋਂ ਅਸੀਂ ਪ੍ਰਾਈਵੇਟ ਮੰਡੀ 'ਚ ਫਸਲ ਵੇਚਣ ਲੱਗ ਪਏ, ਤਾਂ ਜਿਹੜੀ ਸਰਕਾਰੀ ਮੰਡੀ ਹੈ ਸਾਡੇ ਪਿੰਡਾਂ ਦੇ ਵਿੱਚ, ਉਹਨਾਂ 'ਚ ਉੱਗੂਗਾ ਗੋਡੇ-ਗੋਡੇ ਘਾਹ ਜਾਂ ਜਵਾਇਆ। ਪਹਿਲਾਂ ਜਦੋਂ ਅਸੀਂ ਛੋਟੇ-ਛੋਟੇ ਹੁੰਦੇ ਸੀ, ਜਾਂ ਸਾਡੀ ਉਮਰ ਤੋਂ ਪਹਿਲਾਂ ਵੀ ਬਜ਼ੁਰਗ ਦੱਸਦੇ ਵੀ ਜਵਾਇਆ ਹੁੰਦਾ ਸੀ ਇੱਥੇ, ਜਦੋਂ ਪੁਰਾਣੇ ਬੁੱਢੇ ਫਲੇ ਗਾਉਂਦੇ ਹੁੰਦੇ ਸੀ ਨਾ, ਕਿ ਫਲਿਆਂ ਦੇ ਨਾਲ ਜਿਹੜਾ ਹੈਗਾ ਗਹਾਈ ਕਰਦੇ ਸੀ, ਉਦੋਂ ਜਵਾਇਆ ਉੱਗਦਾ ਸੀਗਾ। ਉਦੋਂ ਬਾਅਦ ਭਖੜਾ ਉੱਗਣ ਲੱਗ ਪਿਆ, ਤੇ ਮੁੜ ਕੇ ਲੋਕਾਂ ਨੇ ਜਿਸਮਾਂ ਪਾ ਕੇ ਜਿਹੜੀਆਂ ਆਪਣੀਆਂ ਜ਼ਮੀਨਾਂ ਨੇ ਉਹਨਾਂ ਨੂੰ ਵਾਹਨ ਕਰ ਲਿਆ ਜਾਂ ਫਰਟਾਈਲ ਕਰ ਲਿਆ। ਜਦੋਂ ਤੁਹਾਡੀਆਂ ਮੰਡੀਆਂ 'ਚੋਂ ਜਵਾਇਆ ਉੱਗਾ, ਔਰ ਜਿਵੇਂ ਅੱਜ ਕੱਲ੍ਹ ਅਸੀਂ ਇਸ ਗੱਲ ਵਿੱਚ ਕੋਈ ਸ਼ਰਮ ਮਹਿਸੂਸ ਨਹੀਂ ਕਰਨੀ ਚਾਹੀਦੀ ਕਿ ਅਸੀਂ ਪਿੰਡਾਂ 'ਚ ਸ਼ਾਮਲਾਤਾਂ ਦੱਬ ਲੀਆਂ। ਅਸੀਂ ਪਿੰਡਾਂ 'ਚ ਜਰਾ ਕੁ ਫੁਰਤ ਲੈ ਕੇ ਚਲੋ, ਕੋਈ ਮਾਇਦਾ ਨਾਲ ਬਾਂਹ ਖੜੀ ਕਰਕੇ ਕਹੇ ਕਿ ਹਾਂ ਮੇਰੇ ਪਿੰਡ ਦਾ ਜਿਹੜਾ ਛੱਪੜ ਆ ਉਹ ਸਾਫ਼ ਸੂਰਤ ਹੈਗਾ, ਜਿੰਨਾ ਸ਼ਾਮਲਾਟ 'ਚ ਪੰਚਾਇਤੀ ਜ਼ਮੀਨ 'ਚ, ਜਿੰਨਾ ਰੈਵਨਿਊ ਵਿਭਾਗ ਦੀਆਂ ਫਰਦਾਂ 'ਚ ਬੋਲਦਾ ਆ। ਚੌਥਾ ਹਿੱਸਾ ਛੱਪੜ ਵੀ ਨਹੀਂ ਰਹਿ ਗਏ, ਚੌਥਾ ਹਿੱਸਾ ਸ਼ਾਮਲਾਟ ਜ਼ਮੀਨਾਂ ਵੀ ਨਹੀਂ ਰਹਿ ਗਈਆਂ। ਜੇ ਕਿਸੇ ਥੱਲੇ ਆ ਤੇ 10-10 ਸਾਲ 20-20 ਸਾਲ ਉਹ ਵਾਹੀ ਜਾਂਦਾ, ਜਿਵੇਂ ਵੈਦ ਮਾਲਕ ਹੁੰਦਾ, ਕੋਈ ਰੋਕਦਾ ਨਹੀਂ ਪਿੰਡ 'ਚ ਜਾ ਕੇ ਕਿ ਸਾਡਾ ਝਗੜਾ ਹੋ ਜਾਏਗਾ, ਸਾਡੀ ਲੜਾਈ ਹੋ ਜਾਏਗੀ। ਉਸੇ ਤਰੀਕੇ ਹੀ ਜਦੋਂ ਮੰਡੀ ਖਤਮ ਹੋ ਗਈ, ਜਦੋਂ ਆੜ੍ਹਤੀਆ ਖਤਮ ਹੋ ਗਿਆ, ਤਾਂ ਤੀਜੇ ਚੌਥੇ ਸਾਲ ਕੀ ਹੋਣਾ ਕਿ ਉਸੇ ਲਾਲੇ ਬਾਣੀਏ ਕੋਲ ਜਦੋਂ ਤੁਸੀਂ ਫਸਲ ਹਾੜੀ ਦੀ ਜਾਂ ਸੌਣੀ ਦੀ ਲੈ ਕੇ ਗਏ, ਤੇ ਉਹਨੇ ਕਹਿਣਾ ਸਰਦਾਰ ਜੀ ਰੇਟ ਮਿਲੂਗਾ 1500 ਰੁਪਏ ਕੁਆਂਟਲ। ਤੁਸੀਂ ਮਾਰਨੀਆਂ ਚੀਕਾਂ, ਔਰ ਹੋ ਸਕਦਾ ਕਿ ਉਦੋਂ ਜਿਹੜੀ ਗਵਰਨਮੈਂਟ ਆ ਉਹ ਕਹੇ ਜੀ ਵੇਖੋ ਅਸੀਂ ਤਾਂ ਬੜੇ ਕਿਸਾਨ ਹਿਤੈਸ਼ੀ ਆ, ਇਸ ਗੱਲ ਨੂੰ ਸਮਝੋ। ਜਿਹੜੇ ਤੁਹਾਨੂੰ ਵਾਰ-ਵਾਰ ਕਹਿੰਦੇ ਆ ਨਾ ਕਿ ਅਸੀਂ ਕਿਸਾਨ ਹਿਤੈਸ਼ੀ ਆ, ਅਸੀਂ ਕਿਸਾਨਾਂ ਦੇ ਹੱਕਾਂ 'ਚ ਤੁਹਾਡੇ ਹਕੂਕਾਂ ਦੀ ਰਾਖੀ ਕਰਦੇ ਆ, ਹੋ ਸਕਦਾ ਕੇਂਦਰ ਸਰਕਾਰ ਕਵੇ ਕਿ ਤੁਹਾਡੀ ਜਿਹੜੀ ਫਸਲ ਹੈ ਉਹਦਾ ਰੇਟ ਹੋ ਗਿਆ ਜੀ 2500 ਰੁਪਏ ਝੋਨੇ ਦਾ ਤੇ 3000 ਕਣਕ ਦਾ। ਤੁਸੀਂ ਸਤੰਬਰ ਮਹੀਨੇ 'ਚ ਅਕਤੂਬਰ ਮਹੀਨੇ 'ਚ ਝੋਨਾ ਵੱਢਿਆ, ਪ੍ਰਾਈਵੇਟ ਮੰਡੀ 'ਚ ਚਲੇ ਗਏ ਵੀ ਲਓ ਜੀ ਟਰਾਲੀ ਡੀਲੋਡ ਕਰਤੀ ਹੈ। ਜਿਹੜਾ ਲਾਲੇ ਦਾ ਮੈਨੇਜਰ ਉਹਨੇ ਕਹਿਣਾ ਜੀ ਰੁਪਈਆ ਮਿਲਣਾ 1500। ਤੁਸੀਂ ਕਹੋਗੇ ਕਿ ਯਾਰ ਸਰਕਾਰ ਤਾਂ ਕਹਿੰਦੀ ਹੈ ਕਿ ਰੇਟ ਹੈਗਾ 3500 ਰੁਪਈਆ। ਉਹਨੇ ਕਹਿਣਾ ਕੋਈ ਗੱਲ ਨਹੀਂ, ਬੜੇ ਸ਼ੌਂਕ ਨਾਲ ਸਰਕਾਰੀ ਮੰਡੀ 'ਚ ਜਾ ਕੇ ਵੇਚ ਲਾ। ਸੋ ਇਸ ਗੱਲ ਦਾ ਜਵਾਬ ਸਾਡੇ ਵੱਡੇ ਭੈਣ ਜੀ ਸਰਦਾਰਨੀ ਹਰਸਿਮਰਤ ਕੌਰ ਬਾਦਲ, ਸਰਦਾਰ ਸੁਖਬੀਰ ਸਿੰਘ ਬਾਦਲ ਔਰ ਇਹਨਾਂ ਦੇ ਥੱਲੇ ਜਿਹੜੇ ਸਿਪਾਹੀ ਹੈ ਉਹ ਦੇ ਦੇਣ। ਅਸੀਂ ਇਹਨਾਂ ਤੋਂ ਮਾਫੀ ਵੀ ਮੰਗਾਂਗੇ ਔਰ ਇਹਨਾਂ ਦੀਆਂ ਜੁੱਤੀਆਂ ਤੇ ਸਾਡਾ ਸਿਰ। ਕਿ ਇਸ ਗੱਲ ਦਾ ਤੁਹਾਡੇ ਕੋਲੇ ਕੀ ਤਰਕ ਹੈ? ਜਦੋਂ ਮੰਡੀ ਟੁੱਟ ਗਈ, ਪ੍ਰਾਈਵੇਟ ਪਲੇਅਰ ਜਿਹੜਾ ਹੈਗਾ ਉਹ ਆਪਦੀ ਮਨਮਰਜ਼ੀ ਦੀ ਰੇਟ, ਜਿਹੜਾ ਹੁਣ ਸਬਜ਼ੀ ਵੇਚਦੇ ਆ, ਕੀ ਹੁੰਦਾ ਸਾਡੇ ਨਾਲ? ਬਾਸਮਤੀ ਵੇਚਦੇ ਆ, ਕੀ ਹੁੰਦਾ ਸਾਡੇ ਨਾਲ? ਔਰ 23 ਫਸਲਾਂ ਨੇ, ਮੈਂ ਤੁਹਾਨੂੰ ਅੱਜ ਸਵਾਮੀਨਾਥਨ ਰਿਪੋਰਟ ਬਾਰੇ ਵੀ ਦੱਸ ਕੇ ਜਾਊਂਗਾ, ਜਿਹੜੀ 22 ਮਹੀਨੇ ਲਾ ਕੇ ਬਣਾਈ ਸੀਗੀ, ਔਰ ਉਸ ਤੋਂ ਬਾਅਦ 2006 ਤੋਂ ਅੱਜ 14 ਸਾਲ ਹੋ ਗਏ, ਹਲੇ ਤੱਕ ਲਾਗੂ ਨਹੀਂ ਹੋਈ। ਉਹਦੇ ਤੋਂ ਸਰਕਾਰ ਕਿਉਂ ਡਰਦੀ ਹੈ? ਸੋ ਇਸ ਗੱਲ ਦਾ ਇਹਨਾਂ ਕੋਲੇ ਕੋਈ ਜਵਾਬ ਨਹੀਂ। ਉਹਨੇ ਕਹਿਣਾ ਠੀਕ ਹੈ ਤੂੰ ਵੇਚਣਾ ਸਰਕਾਰੀ ਮੰਡੀ 'ਚ ਜਾ ਕੇ। ਜਦੋਂ ਮੰਡੀ ਨਾ ਰਹੀ, ਜਦੋਂ ਆੜ੍ਹਤੀਆਂ ਨਾ ਰਿਹਾ, ਕਿੱਥੇ ਜਾਓਗੇ? ਔਰ ਘਰੇ ਤਾਂ ਤੁਸੀਂ 5 ਕਿੱਲਿਆਂ ਦੀ ਫਸਲ ਵੀ ਨਹੀਂ ਸਾਂਭ ਸਕਦੇ, ਜਿਹੜੀ ਤੁਹਾਨੂੰ ਹਰੀ ਕ੍ਰਾਂਤੀ ਇਹਨਾਂ ਨੇ ਲਿਆ ਕੇ ਦਿੱਤੀ ਹੈ ਨਾ। ਪਹਿਲਾਂ ਕਹਿੰਦੇ ਸੀ ਖੇਤੀ ਕਰਮਾ ਸੇਤੀ, ਅਸੀਂ ਕਿਹਾ ਨਹੀਂ, ਖੇਤੀ ਖਸਮਾ ਸੇਤੀ। ਵੀ ਜਿਹੜਾ ਖਸਮ ਹੈ ਉਹ ਚੜ ਕੇ ਰਹਿੰਦਾ ਫਸਲ ਦੇ ਉੱਤੇ, ਉਹਦੀ ਧੌਣ ਦੇ ਉੱਤੇ। ਹੁਣ ਕੁਦਰਤ ਨੂੰ ਵੀ ਅਸੀਂ ਨਿਰਾਸ਼ ਕੀਤਾ, ਔਰ ਉਹ ਅਕਾਲ ਪੁਰਖ ਪਰਮਾਤਮਾ ਦੀ ਜਿਹੜੀ ਮਾਰ ਹੈ ਉਹ ਵੀ ਸਾਨੂੰ ਕਿਤੇ ਨਾ ਕਿਤੇ ਵੱਜਣੀ ਸੀ। ਅਸੀਂ ਕਹਿੰਦੇ ਆ ਨਾ ਧਰਤੀ ਮਾਂ ਆ। ਜਨਾਨੀ ਬਾਂਝ ਹੋਵੇ ਕਿਸੇ ਪਿੰਡ ਦੇ ਵਿੱਚ ਤੇ ਰਿਸ਼ਤੇਦਾਰ ਵੀ ਮੂੰਹ ਮੋੜ ਲੈਂਦੇ ਆ, ਨਵੀਂ ਸੱਜ ਵਿਆਹੀ ਦੇ ਮੱਥੇ ਨਹੀਂ ਲੱਗਣ ਦਿੰਦੇ। ਜ਼ਮੀਨਾਂ ਨੂੰ ਅਸੀਂ ਬਾਂਝ ਕਰ ਲਿਆ, ਤਾਂ ਉਹਦਾ ਖਮਿਆਜਾ ਵੀ ਸਾਨੂੰ ਜਿਹੜਾ ਹੈਗਾ ਭੁਗਤਣਾ ਪੈਣਾ। ਸੋ ਪਹਿਲੀ ਗੱਲ ਤਾਂ ਇਹਨਾਂ ਨੂੰ ਇਹ ਪੁੱਛੋ ਕਿ ਜਦੋਂ APMC ਜਿਹੜੇ ਹੈਗੇ ਮੰਡੀ ਟੁੱਟ ਗਈ, ਔਰ ਜਦੋਂ ਉਹ ਪ੍ਰਾਈਵੇਟ ਬੰਦਾ ਤੁਹਾਨੂੰ ਘੱਟ ਰੇਟ ਦਊਗਾ, ਉਦੋਂ ਅਸੀਂ ਕਿੱਥੇ ਜਾ ਕੇ ਰੋਵਾਂਗੇ? ਕਿਹਦੇ ਅੱਗੇ ਜਾ ਕੇ ਆਪਦੀ ਜਿਹੜੀ ਹੈਗੀ ਆ ਫਰਿਆਦ ਕਰਾਂਗੇ? ਔਰ ਦੂਸਰਾ, ਅਗਰ ਸਰਕਾਰ ਇੰਨੀ ਹੀ ਸੱਚੀ ਆ ਕਿ ਠੀਕ ਆ ਘੱਟੋ ਘੱਟ ਸਮਰਥਨ ਮੁੱਲ ਜਿਹੜਾ ਨਹੀਂ ਟੁੱਟਣਾ, MSP ਨਹੀਂ ਟੁੱਟਣੀ, ਤਾਂ ਉਸ ਕਾਨੂੰਨ ਦੇ ਵਿੱਚ ਸਿਰਫ ਇੱਕ ਲਾਈਨ ਲਿਖਣੀ ਆ ਸੁਧਾਰਨ ਤੌਰ ਦੇ ਉੱਪਰ ਕਿ ਜਿਹੜਾ ਵੀ ਕਾਰਪੋਰੇਟ ਪ੍ਰਾਈਵੇਟ ਬੰਦਾ ਜਿਹਨੂੰ ਇਹ ਖੁੱਲ੍ਹ ਦੇਣ ਜਾ ਰਿਹਾ ਹੈ ਇਸ ਆਰਡੀਨੈਂਸ ਦੇ ਜ਼ਰੀਏ, ਉਹਦੇ ਲਈ ਇਹ ਜ਼ਰੂਰੀ ਹੋਊਗਾ ਕਿ ਜੋ ਵੀ MSP ਹੈਗੀ ਆ ਘੱਟੋ ਘੱਟ ਉਹਦੇ ਉੱਪਰ ਫਸਲ ਖਰੀਦਣੀ ਜ਼ਰੂਰੀ ਹੈ। ਇਹ ਇੱਕ ਲਾਈਨ ਲਿਖਣ 'ਚ ਕਿੱਡੀ ਕੁ ਮੌਤ ਪੈਂਦੀ ਹੈ, ਕਿੱਡਾ ਕੁ ਵੱਡਾ ਜ਼ੋਰ ਲੱਗਣਾ ਸਰਕਾਰ ਦਾ। ਔਰ ਤੁਹਾਨੂੰ ਵੀ ਇਹ ਗੱਲ ਸਮਝ ਆਉਂਦੀ ਹੈ ਕਿ ਜੇ ਮੈਂ ਘੜੀ ਤੁਹਾਨੂੰ ਵੇਚਣੀ ਹੈ ਤਾਂ ਇਹਦਾ ਰੇਟ ਜੇ 2000 ਰੁਪਈਆ, ਤਾਂ ਜੇ ਮੈਨੂੰ ਮੈਂ ਤੁਹਾਨੂੰ ਕਹਾਂ ਕਿ 2000 ਤੋਂ ਘੱਟ ਨਹੀਂ ਤੁਸੀਂ ਖਰੀਦ ਸਕਦੇ, ਤੇ ਜੇ ਮੈਂ ਕਹਾਂ ਕਿ ਨਹੀਂ ਮੈਂ ਆਪਦੀ ਮਨਮਰਜ਼ੀ ਦਾ ਰੇਟ ਲਾਉਂਗਾ, ਬਾਜ਼ਾਰ ਦੇ ਵਿੱਚ ਉਹ ਕੰਪਨੀ ਜਿਹੜੀ ਹੈਗੀ ਉਹ ਤੁਹਾਨੂੰ 2000 ਤੇ ਤੁਹਾਡੇ ਤੋਂ ਵੇਚ ਲੂਗੀ ਜਾਂ ਖਰੀਦ ਲੂਗੀ। ਇਟ ਮੀਨਸ ਮੇਰੀ ਮਨਮਰਜ਼ੀ ਹੋ ਗਈ। ਔਰ ਦੂਜਾ ਢਾਂਚਾ ਤੁਸੀਂ ਬਰਾਬਰ ਤੇ ਖਤਮ ਕਰ ਰਹੇ ਹੋ। 2-3 ਉਦਾਹਰਨਾਂ ਨੇ।
ਜਦੋਂ ਅਸੀਂ ਨਿੱਕੇ ਹੁੰਦੇ ਸੀ ਤਾਂ ਪਿੰਡਾਂ 'ਚ ਦੂਰਦਰਸ਼ਨ ਚੱਲਦਾ ਹੁੰਦਾ ਸੀ, ਲੋਕ ਸੀਰੀਅਲ ਵੇਖਦੇ ਹੁੰਦੇ ਸੀ ਕਿ ਪੁਰਾਣੇ ਗੁਰਪ੍ਰੀਤ ਘੁੱਗੀ ਦੇ ਜਾਂ ਕੋਈ ਹੋਰ ਜਿਹੜਾ ਹੈਗਾ ਚਿੱਤਰਹਾਰ ਆਉਂਦਾ ਹੁੰਦਾ ਸੀ, ਖਬਰਾਂ ਆਉਂਦੀਆਂ ਹੁੰਦੀਆਂ ਸੀ। ਜਦੋਂ ਤੋਂ 90 ਦੇ ਦਹਾਕੇ ਤੋਂ ਬਾਅਦ ਪ੍ਰਾਈਵੇਟ ਚੈਨਲ ਆਏ ਆ, PTC ਆ ਗਿਆ ਜੀ, ਆ ਜੀ ਪੰਜਾਬੀ ਆ ਗਿਆ ਜੀ, ਆ ਨਿਊਜ਼ 18 ਆ ਗਿਆ ਜੀ, ਆ ਫਲਾਨਾ ਵੈਬ ਚੈਨਲ ਆ ਗਿਆ ਜੀ, ਅੱਜ ਦੂਰਦਰਸ਼ਨ ਕਿੱਥੇ ਹੈ? ਇਹ ਦੇਸੀ ਉਦਾਹਰਨਾਂ ਨੇ ਆਪਦੇ ਨਿਗਾਹ ਦੜਾਓ, ਅੱਜ ਦੂਰਦਰਸ਼ਨ ਕਿੱਥੇ ਆ? ਜਿਹੜਾ ਸਰਕਾਰੀ ਸੀਗਾ ਜਿਹਦੇ 'ਚ ਸਾਰਾ ਕੁਝ ਸਾਰੇ ਨੋਰਮਸ ਫੋਲੋ ਕਰਦੇ ਕੀਤੇ ਜਾਂਦੇ ਸੀ ਔਰ ਉਹਨਾਂ ਨੂੰ ਲੱਖ ਲੱਖ 1.5 ਲੱਖ ਰੁਪਈਆ ਤਨਖਾਹ ਮਿਲਦੀ ਸੀ। ਪ੍ਰਾਈਵੇਟ ਚੈਨਲ ਵਾਲੇ ਸਾਡੇ ਭਰਾ ਬੈਠੇ, ਇਹਨਾਂ ਨੂੰ ਪੁੱਛੋ ਕਿੰਨੀਆਂ ਇਹਨਾਂ ਨੂੰ ਤਨਖਾਹਾਂ ਮਿਲਦੀਆਂ। ਸਾਰਾ ਕੁਝ ਖਤਮ ਹੋ ਗਿਆ। ਫੇਰ ਸਾਡੇ ਘਰਾਂ 'ਚ ਅੱਜ ਤੋਂ 20 ਸਾਲ ਪਹਿਲਾਂ ਜਿਹੜੇ ਹੈਗੇ ਆ ਲੈਂਡਲਾਈਨ ਟੈਲੀਫੋਨ ਲੱਗੇ ਸੀ। ਕਈ ਵਾਰੀ ਗੁਆਂਢੀਆਂ ਦੇ ਘਰੇ, ਪਿੰਡ 'ਚ ਮੁਹੱਲੇ 'ਚ 2-4 ਟੈਲੀਫੋਨ ਜਿਹੜੇ ਸਾਹਿਬੇ ਜਦਾਦ ਬੰਦੇ ਉਹਨਾਂ ਦੇ ਘਰਾਂ 'ਚ ਲੱਗੇ ਸੀ, ਹਰੇ ਨੀਲੇ ਚਿੱਟੇ ਰੰਗ ਦੇ। ਗੁਆਂਢੀਆਂ ਦੇ ਘਰੇ ਟੈਲੀਫੋਨ ਸੁਣਨ ਜਾਈਦਾ ਸੀ। ਉਸ ਤੋਂ ਬਾਅਦ ਜੀ ਸਪਾਈਸ ਆ ਗਿਆ। ਕਹਿੰਦੇ ਆ ਵੀ ਉਹ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਹੋਰੀ ਲੈ ਕੇ ਆਏ ਸੀ, ਜਦੋਂ 17 ਰੁਪਏ ਇਨਕਮਿੰਗ ਤੇ 20 ਰੁਪਏ ਆਊਟਗੋਇੰਗ ਹੁੰਦੀ ਸੀ। ਔਰ ਉਸ ਤੋਂ ਬਾਅਦ ਰਿਲਾਇੰਸ ਆ ਗਿਆ, ਹੋਰ ਏਅਰਟੈਲ ਤੇ ਕਿੰਨੀਆਂ ਕੰਪਨੀਆਂ ਆ ਗਈਆਂ। ਅੱਜ ਸਾਡੇ ਲੈਂਡਲਾਈਨ ਟੈਲੀਫੋਨ ਕਿੱਥੇ ਨੇ? ਖਤਮ ਹੋ ਗਿਆ। ਔਰ ਕੇਂਦਰ ਸਰਕਾਰ ਨਰਿੰਦਰ ਮੋਦੀ ਕਹਿੰਦਾ ਕਿ ਮੈਂ ਜਿਹੜਾ BSNL ਆ, ਜਿਹਨੂੰ ਭਾਰਤ ਸੰਚਾਰ ਨਿਗਮ ਲਿਮਟਿਡ ਕਹਿੰਦੇ ਆ, ਉਹਨੂੰ ਵੇਚ ਦੇਣਾ, ਕਿਉਂਕਿ 에ਅਰਲਾਈਨ ਵੇਚ ਦੇਣ ਲੱਗਾ। ਕਹਿੰਦੇ ਤੁਹਾਡਾ ਅੰਮ੍ਰਿਤਸਰ ਵਾਲਾ ਸਟੇਸ਼ਨ ਵੀ ਵੇਚ ਦੇਣ ਲੱਗੇ। ਉਹ ਗੱਲਾਂ ਫੇਰ ਕਰਾਂਗੇ ਰਾਜਨੀਤਿਕ, ਕਿ ਜਿਹੜੀ ਚੀਜ਼ ਘਾਟੇ 'ਚ ਆ ਉਹ ਕਿਉਂ ਕੋਈ ਬੰਦਾ ਲੈਂਦਾ ਵੀ ਸਰਕਾਰ ਕੋਲੋਂ ਘਾਟੇ 'ਚ ਆ, ਪ੍ਰਾਈਵੇਟ ਲਾਲਾ ਉਹਨੂੰ ਖਰੀਦ ਰਿਹਾ। ਮੰਨ ਲਓ ਤੁਹਾਡੀ ਜ਼ਮੀਨ ਆ, ਬੰਜਰ ਆ, ਜਾਂ ਉਹਦੇ 'ਚ ਕਲਰ ਆ, ਜਾਂ ਉਹਦੇ 'ਚ ਸੇਮ ਆ, ਜਾਂ ਉੱਥੇ ਮੋਟਰ ਹੈ ਨਹੀਂ, ਉੱਥੇ ਬੋਰ ਹੈ ਨਹੀਂ, ਉੱਥੇ ਨਹਿਰੀ ਪਾਣੀ ਨਹੀਂ ਪੈਂਦਾ, ਤੇ ਕੋਈ ਬੰਦਾ ਬਾਹਰੋਂ ਆ ਕੇ ਤੁਹਾਨੂੰ 16 ਲੱਖ ਦੀ ਥਾਂ ਤੇ 20 ਲੱਖ ਵੀ ਦੇਣ ਡਿਆ, ਉਹਦੇ ਮੱਥੇ ਨੂੰ ਮਾੜਾ ਮੋਟਾ ਹੱਥ ਮਾਰੋ। ਚੱਕਰ ਕੀ ਹੈ? ਕਿ ਜਾਂ ਕੋਈ ਇਹ ਆ ਵੀ ਤੁਹਾਡੇ ਘਰੇ ਮੱਝ ਬਾਪੂ ਦਾ ਮੂੰਹ ਵੇਖ ਕੇ ਉੜਕ ਪੈਂਦੀ ਆ, ਤੇ ਦੂਜਾ ਜਦੋਂ ਜਾ ਕੇ ਟੀਕਾ ਲਾਉਂਦਾ ਉੱਥੇ ਜਾ ਕੇ ਦੁੱਧ ਉਹੀ 5-7 ਕਿਲੋ ਦੇਣ ਲੱਗ ਪੈਂਦੀ ਆ। ਸੋ ਇਹ ਗੱਲਾਂ ਸਾਨੂੰ ਧਿਆਨ 'ਚ ਲਿਆਉਣੀਆਂ ਪੈਣਗੀਆਂ। ਸੋ ਜਦੋਂ ਮੰਡੀ ਟੁੱਟ ਗਈ, ਸਾਡੇ ਕੋਲੇ ਕੋਈ ਜਿਹੜਾ ਹੈਗਾ ਅਲਟਰਨੇਟਿਵ ਹੀ ਨਹੀਂ ਰਹਿਣਾ। ਅਸੀਂ ਜਿਹੜਾ ਮਖਾਜ ਬਣ ਜਾਣਾ ਵਾ, ਅਸੀਂ ਤਰਸ ਦੇ ਪਾਤਰ ਬਣ ਜਾਣਾ ਇਹਨਾਂ ਲਾਲਿਆਂ ਦੇ, ਇਹਨਾਂ ਕਾਰਪੋਰੇਟ ਵਰਲਡ ਦੇ ਜਿਹੜੇ ਵੱਡੇ ਵੱਡੇ ਠੇਕੇਦਾਰ ਆ। ਔਰ ਜਿਹੜੇ ਸਾਡੇ ਵਪਾਰੀ ਭਰਾ ਨੇ, ਕੁਛ ਜਿਹੜੇ ਉਹਨਾਂ ਨੂੰ ਲੱਗਦਾ ਕਿ ਹਾਂ ਇਹ ਤੇ ਇਕੱਲੇ ਕਿਸਾਨਾਂ ਦੀ ਲੜਾਈ ਹੈ। ਅਗਲਿਆਂ ਨੇ ਫਿਰੋਜ਼ਪੁਰ ਦੇ ਵਿੱਚ ਵੱਡੇ ਤੋਂ ਵੱਡਾ ਜਿਹੜਾ ਬੰਦਾ ਸਰਮਾਏਦਾਰ ਆ, ਉਹ ਕਿੰਨੇ ਪੈਸੇ ਲਾ ਸਕਦਾ? 5 ਕਰੋੜ, 10 ਕਰੋੜ, 20 ਕਰੋੜ ਲਾ ਦੂਗਾ, 50 ਕਰੋੜ ਲਾ ਦੂਗਾ, 100 ਲਾ ਦੂਗਾ। ਤੁਹਾਡੀ ਗੱਲ ਸੁਣੋ, 100 ਕਰੋੜ ਤੋਂ ਵੱਧ ਲਾਉਣ ਵਾਲਾ ਫਿਰੋਜ਼ਪੁਰ ਦੇ ਵਿੱਚ ਕੀ ਪੂਰੇ ਜ਼ਿਲ੍ਹੇ ਦੇ ਵਿੱਚ ਕੋਈ ਬਾਈ ਦਾ ਲਾਲ ਨਹੀਂ ਹੋਊ। ਔਰ ਉਹਦੇ ਬਰਾਬਰ ਜਦੋਂ ਦਿੱਲੀ ਤੋਂ ਗੌਤਮ ਅਡਾਨੀ ਨੇ 5000 ਕਰੋੜ ਇਨਵੈਸਟ ਕੀਤਾ ਨਾ, ਤੇ ਜਿਵੇਂ 5 ਲੱਖ ਦੇ ਸਾਹਮਣੇ 500 ਦੀ ਕੋਈ ਵੁਕਤ ਨਹੀਂ, ਹੋਵੇ 5000 ਕਰੋੜ ਦੇ ਸਾਹਮਣੇ 50 ਕਰੋੜ ਦੀ ਵੀ ਕੋਈ ਵੁਕਤ ਨਹੀਂ। ਸੋ ਉਹ ਵੀ ਆਪਦੇ ਮਨਾਂ ਦੇ ਵਿੱਚੋਂ ਵਹਿਮ ਕੱਢ ਦੇਣ ਕਿ ਇਹ ਕੱਲੀ ਕਿਸਾਨਾਂ ਦੀ, ਕੱਲੇ ਜਿਹੜੇ ਫਾਰਮਰ ਜਾਂ ਅਗਰੇਰੀਅਨ ਲੋਕ ਨੇ ਉਹਨਾਂ ਦੀ ਲੜਾਈ ਹੈ, ਉਹਨਾਂ ਦੀ ਵੀ ਨਾਲ ਹੀ ਲੜਾਈ ਹੈ। ਆਹ ਰਿਲਾਇੰਸ ਫਰੈਸ਼ ਸਟੋਰ ਖੁੱਲੇ ਨੇ, ਦੇਖੋ ਬੈਸਟ ਪ੍ਰਾਈਸ ਖੁੱਲੇ ਨੇ, ਡੀ-ਮਾਰਟ ਖੁੱਲੇ ਨੇ। ਅੱਜ ਪਿੰਡਾਂ 'ਚ ਛੋਟੀਆਂ ਦੁਕਾਨਾਂ ਜਿਹੜੇ ਛੋਟੇ ਦੂਰ, ਜਿਹਨੂੰ ਅਸੀਂ ਰੂਰਲ ਰਿਮੋਟ ਏਰੀਆ ਕਹਿ ਦਿੰਦੇ ਆ, ਜਿੱਥੇ ਪੈਟਰੋਲ ਡੀਜ਼ਲ ਵੀ 20-20, 50-50 ਲੀਟਰ ਸਟੋਰ ਕਰਕੇ ਰੱਖਿਆ ਜਾਂਦਾ, ਉੱਥੇ ਤਾਂ ਬਚਿਆ। ਜਿਹੜੇ ਨੇੜੇ ਦੇ ਪਿੰਡ ਨੇ ਉੱਥੇ ਕਿੱਥੇ ਆ ਛੋਟਾ ਕਰਿਆਨਾ? ਮੁੰਡਾ ਯੈਂਕੀ ਬੈਲਟ ਬੁਲਟ ਲਾ ਕੇ ਆ ਜਾਂਦਾ, ਘਰ ਵਾਲੀ ਨੂੰ ਨਾਲ ਲੈ ਕੇ ਵੀ ਚੱਲ ਤੈਨੂੰ ਬਿਊਟੀ ਪਾਰਲਰ ਛੱਡ ਦੇਣਾ, ਤੇ ਮੈਂ ਜਿਹੜਾ ਜੋ ਲਿਆਉਣਾ ਉੱਥੇ ਸਬਜ਼ੀਆਂ ਬਤਾਊਂ। ਵੀ ਉਹਨਾਂ ਨੇ ਐ ਲਸ਼ਕਾਏ ਹੁੰਦੇ ਆ ਵੀ ਜਿਵੇਂ ਕਹਿ ਲਓ ਵੀ ਇੰਨੀ ਸਫਾਈ ਹੁੰਦੀ ਆ ਕਿ ਰੇਹੜੀ ਫੜੀ ਵਾਲੇ ਦੀ ਸਬਜ਼ੀ ਜਿਹੜੀ ਹਾਲਾਂਕਿ ਉਹਦੇ ਨਾਲੋਂ ਚੰਗੀ ਔਰ ਤਾਜ਼ੀ ਹੋ ਸਕਦੀ ਹੈ, ਅਸੀਂ ਨਹੀਂ ਲੈਂਦੇ। ਸੋ ਉਹ ਤੁਹਾਡੀ ਮਾਰ ਹੀ ਸਾਨੂੰ ਇਸ ਹਿਸਾਬ ਨਾਲ ਮਾਰਨੀ ਹੈ ਕਿ ਸਾਨੂੰ ਪਤਾ ਨਹੀਂ ਲੱਗਣਾ ਕਿ ਕਿਵੇਂ ਅਸੀਂ ਰਗੜੇ ਗਏ। ਸੋ ਪਹਿਲਾ ਇਹ ਐਕਟ ਜਿਹੜਾ ਹੈਗਾ, ਇਹਦੇ ਬਾਰੇ ਇਹ 2-3 ਗੱਲਾਂ ਸੀਗੀਆਂ ਕਿ ਮੰਡੀ ਤੁਹਾਡੀ ਜਦੋਂ ਟੁੱਟ ਗਈ ਤੁਸੀਂ ਕੀ ਕਰੋਗੇ। ਔਰ ਦੂਜਾ ਜਿਹੜਾ ਮੈਂ ਸ਼ੁਰੂਆਤੀ ਗੱਲ ਦੱਸ ਕੇ ਹਟਿਆ, 2 ਸਵਾਲ ਜਿਹੜਾ ਦੂਸਰਾ ਉਹਨਾਂ ਨੂੰ ਪੁੱਛਣਾ ਕਿ ਜਦੋਂ ਮੰਡੀ ਟੁੱਟ ਗਈ ਤਾਂ 2019-20 ਦੇ ਵਿੱਚ 3626 ਕਰੋੜ ਰੁਪਈਆ, 3626 ਕਰੋੜ ਰੁਪਈਆ ਪੰਜਾਬ ਸਰਕਾਰ ਨੇ ਕਮਾਇਆ। ਔਰ ਉਹ ਪੈਸੇ ਲੈਂਦੇ ਕਿਹਦੇ ਤੋਂ? ਜਿਹੜਾ ਖਰੀਦਦਾਰ ਆ, ਜਿਹੜਾ ਕੋਈ ਪਰਚੇਜ਼ਰ ਆ ਪ੍ਰਾਈਵੇਟ। ਸਾਡੀਆਂ ਏਜੰਸੀਆਂ ਕਿਹੜੀਆਂ ਨੇ? FCI ਹੈ, ਫੂਡ ਸਪਲਾਈ ਹੈ। ਕਦੇ ਸਕੂਟਰ ਵੇਖਿਆ ਨਹੀਂ ਤੁਸੀਂ ਯਾਰ? ਜੇ ਮੈਂ ਗੱਲ ਕਰਦਾ ਪਰ ਇੱਧਰ ਧਿਆਨ ਦਿਓ, ਸਕੂਟਰ ਉਹੀ ਹੈ ਜਿਹੜਾ ਰੋਜ਼ ਆਪਾਂ ਵੇਖਦੇ ਹਾਂ। ਮਤਲਬ ਅਸੀਂ ਡੇਵੀਏਟ ਹੋ ਜਾਂਦੇ ਆ। ਇਹ ਹਲੇ ਤਾਂ ਨਿੱਕਾ ਜਿਹਾ ਕੰਮ ਆ, ਇੱਥੇ ਹੋਰ ਵੀ ਡਾਂਗਾ ਖੋਟੇ ਲੈ ਕੇ ਆਉਣਗੇ, ਇੱਥੇ ਪਾਣੀ ਵਾਲਾ ਵੀ ਸਿਸਟਮ ਲੈ ਕੇ ਆਉਣਗੇ, ਤੁਹਾਨੂੰ ਡਰਾਉਣਗੇ, ਬੜਾ ਕੁਝ ਹੋਣਾ ਵਾ। ਜੇ ਆਪਾਂ ਡਰਨਾ ਆ ਤਾਂ ਫਿਰ ਇਹਨਾਂ ਦੀ ਇੰਨੀ ਮਿਹਨਤ ਜਿਹੜੀ ਕੀਤੀ ਇੰਨੇ ਦਿਨਾਂ ਦੀ, ਤੁਹਾਡੀ ਸਾਰਿਆਂ ਦੀ ਸੰਗਤ ਦੀ ਜਿਹੜੀ ਹੈਗੀ ਆ, ਉਹ ਬੇਮਾਇਨੇ ਹੋ ਜਾਂਦੀ ਹੈ। ਅੱਧੀ ਲੜਾਈ ਅਸੀਂ ਜਿੱਤ ਚੁੱਕੇ ਹਾਂ। ਬਾਕੀ ਜਿਹੜਾ ਹੈਗਾ ਅਗਲਾ ਪ੍ਰੋਗਰਾਮ ਤੁਹਾਨੂੰ ਪ੍ਰਧਾਨ ਜੀ ਨੇ ਦੱਸਿਆ, ਉਹ ਲਗਾਤਾਰ ਚੱਲੂਗਾ। ਔਰ ਅੱਗੋਂ ਉਸ ਵਾਹਿਗੁਰੂ ਅਕਾਲ ਪੁਰਖ ਦੇ ਹੱਥ ਆ ਸਾਰਾ ਕੁਝ। ਇਹ ਸਰਕਾਰਾਂ ਜਿਹੜੀਆਂ ਜਾਂ
ਇਹ ਤਾਂ ਬੜਾ ਕੁਛ ਹੈ। ਇਹ ਅਗਰ ਇਹਨਾਂ ਦੇ ਵੱਸ ਹੁੰਦਾ ਤੇ ਅਬਦਾਲੀ ਤੋਂ ਲੈ ਕੇ ਔਰ ਮੁਗਲਾਂ ਤੋਂ ਲੈ ਕੇ ਹੁਣ ਤੱਕ, ਔਰ ਇੰਦਰਾ ਗਾਂਧੀ ਕਿਸੇ ਟਾਈਮ ਕਹਿੰਦੀ ਸੀ ਕਿ ਮੇਰੇ ਤੋਂ ਬਿਨਾਂ ਤਾਂ ਪਤਾ ਨਹੀਂ ਹਿਲਦਾ, ਨਰਿੰਦਰ ਮੋਦੀ ਤੇ ਉਹਦੇ ਪਾਸ ਕੋ ਵੀ ਨਹੀਂਗਾ ਜਦੋਂ ਉਹਨੇ ਐਮਰਜੈਂਸੀ ਲਾਈ ਸੀ 74 ਤੋਂ ਲੈ ਕੇ 78 ਤੱਕ। ਉਹ ਜਿਹੜੇ ਸਾਡੇ ਬਜ਼ੁਰਗਾਂ ਨੇ ਵੇਖੀ ਹਾਲੇ ਤੇ ਕੁਝ ਵੀ ਨਹੀਂ ਹੋਇਆ। ਸੋ ਨਵੀਂ ਪੀੜ੍ਹੀ ਨੂੰ ਵੀ ਇਹ ਗੱਲ ਸੋਚਣੀ ਵਿਚਾਰਨੀ ਚਾਹੀਦੀ ਹੈ। ਸੋ ਦੋ ਗੱਲਾਂ ਧਿਆਨ ਨਾਲ ਸੁਣ ਲਓ, ਬੜੀ ਮਿਹਰਬਾਨੀ ਹੋਊਗੀ। ਆਪਾਂ ਸੀਗੇ ਕਿ 3626 ਕਰੋੜ ਰੁਪਈਆ ਪਿਛਲੇ ਸਾਲ ਸਰਕਾਰ ਨੇ ਕਮਾਇਆ, ਔਰ ਲਿਆ ਕਿਹਨਾਂ ਤੋਂ ਆ? ਵਪਾਰੀਆਂ ਤੋਂ, ਜਿਹੜੇ ਵਪਾਰੀ ਖਰੀਦਣ ਆਉਂਦੇ ਸੀ। ਸਾਡੇ ਕੋਲੋਂ ਤੇ ਜਿਹੜਾ ਰੁਪਈਆ ਬੋਰੀ ਇੰਸਪੈਕਟਰ ਲੈਂਦਾ, ਔਰ ਅਸੀਂ ਉਦੋਂ ਵੀ ਚੁੱਪ ਕਰਕੇ ਮੂਕ ਦਰਸ਼ਕ ਬਣ ਕੇ ਦੇ ਦਿੰਦੇ ਆ। ਆੜਤੀ ਨੂੰ ਕਹਿੰਦੇ ਕਿ ਕੋਈ ਗੱਲ ਨਹੀਂ, ਠੀਕ ਆ। ਉਦੋਂ ਵੀ ਸਾਡੇ ਜੇ ਕੋਈ ਕਿਸਾਨ ਯੂਨੀਅਨ ਨਾਲ ਆਉਂਦਾ ਤੇ ਅਸੀਂ ਕਹਿੰਦੇ ਆ ਵੀ ਇਹ ਤੇ ਮੂਰਖ ਆ, ਇਹ ਤੇ ਮਕਾਲ ਪਵਾਉਂਦਾ ਸਾਡੀ। ਸੋ 3626 ਕਰੋੜ ਰੁਪਈਏ ਦੇ ਨਾਲ ਹੀ ਉਹਦੇ ਵਿੱਚ 100 ਕਰੋੜ ਰੁਪਈਆ ਹੋਰ ਪਾ ਕੇ ਜਿਹੜਾ ਹੈਗਾ ਵਾ ਤੁਹਾਡਾ 4625 ਕਰੋੜ ਰੁਪਈਆ ਕਰਜ਼ਾ, ਜਿਹੜਾ 2-2 ਲੱਖ ਰੁਪਈਆ ਕੈਪਟਨ ਅਮਰਿੰਦਰ ਸਿੰਘ ਨੇ ਦਿੱਤਾ। ਇਹ ਰਿਕਾਰਡ ਹੈ, ਸਰਕਾਰੀ ਫਾਈਲਾਂ ਸਾਨੂੰ ਨਾ ਕਿਸੇ ਨੇ ਦੇਣੀਆਂ, ਨਾ ਸਾਨੂੰ ਪਤਾ ਲੱਗਣਾ। ਔਰ ਜਿਹੜੇ ਕੋਈ ਪੱਤਰਕਾਰ ਭਾਈਚਾਰੇ ਨਾਲ ਲੋਕ ਆ, ਉਹਨਾਂ ਤੇ ਵੀ ਇਹ ਦਬਾਅ ਪਾ ਲੈਂਦੇ ਆ ਕਿ ਇਹ ਖਬਰ ਜਿਹੜੀ ਆ ਬਾਹਰ ਨਹੀਂ ਜਾਣੀ ਚਾਹੀਦੀ। ਔਰ ਫਿਰ ਉਸ ਤੋਂ ਬਾਅਦ ਮੈਂ ਤੁਹਾਨੂੰ ਸੜਕਾਂ ਦੀ ਗੱਲ ਦੱਸੀ ਹੈ ਕਿ 62,242 ਕਿਲੋਮੀਟਰ ਸੜਕਾਂ ਨੇ, ਉਹਨਾਂ ਦਾ ਬਾਈਪਾਸ ਕੌਣ ਹੈ, ਉਹ ਕੌਣ ਬਣਾਊਗਾ? ਸਾਡੇ ਸ਼ਹਿਰ ਦਾ ਤੁਸੀਂ ਹਾਲ ਵੇਖ ਲਓ, ਜਾਂ ਕਿਸੇ ਵੀ ਪੰਜਾਬ ਦੇ ਸ਼ਹਿਰ 'ਚ ਚਲੇ ਜਾਓ, ਕਹਿੰਦੇ ਘਾਉਂਦੇ ਚੋਟੀ ਦੇ ਜਿਹੜੇ ਸ਼ਹਿਰ ਆ, ਅੰਮ੍ਰਿਤਸਰ, ਪਟਿਆਲਾ, ਮਹਾਰਾਜਾ ਸਾਹਿਬ ਦਾ ਸ਼ਹਿਰ ਔਰ ਲੁਧਿਆਣਾ, ਤਿੰਨ ਹੀ ਵੱਡੇ ਸ਼ਹਿਰ ਨੇ। ਮਾਨਚੈਸਟਰ ਕਿਹਾ ਜਾਂਦਾ ਲੁਧਿਆਣਾ, ਉੱਥੇ ਵੀ ਹੁਣ ਪਿਛਲੇ ਹਫ਼ਤੇ ਮੀਂਹ ਪਿਆ ਤੇ ਗੋਡੇ ਪਾ। ਸੋ ਜਦੋਂ ਉਹ 3-4 ਹਜ਼ਾਰ ਕਰੋੜ ਰੁਪਈਆ ਵੀ ਸਰਕਾਰ ਕੋਲੋਂ ਚਲਿਆ ਗਿਆ, ਸਾਡੀਆਂ ਸੜਕਾਂ ਕਿੰਨੇ ਬਣਾਉਣੀਆਂ ਨੇ? ਫਿਰ 6,000 ਮੁਲਾਜ਼ਮ ਆ ਮੰਡੀ ਬੋਰਡ ਦਾ, ਔਰ ਇਹ ਕਹਿੰਦੇ ਆ ਜੀ ਨਹੀਂ ਮੁਲਾਜ਼ਮਾਂ ਨੂੰ ਕੁਝ ਨਹੀਂ ਹੋਣਾ। ਜਦੋਂ ਮੰਡੀ ਬੋਰਡ ਹੀ ਨਾ ਰਿਹਾ, ਜਦੋਂ ਤੁਸੀਂ ਮੰਡੀ ਭੰਗ ਕਰਦੀ, ਘਰ ਹੀ ਢਾਤਾ, ਤੇ ਫਿਰ ਘਰ ਦੇ ਲੋਕ ਜਾਂ ਤਾਂ ਛੱਪਰ ਪਾ ਕੇ ਬਹਿਣਗੇ ਤੇ ਜਾਂ ਸੜਕ ਤੇ ਬਹਿਣਗੇ ਦਰੀ ਵਿਛਾ ਕੇ। ਮਿਹਰਬਾਨੀ। ਸੋ ਇਹ ਦੋ ਸਿੱਧੇ ਸਵਾਲ ਆ। ਜਿਹੜਾ ਵੀ ਕੋਈ ਤੁਹਾਡੇ ਨਾਲ ਤਰਕ ਵਿਤਰਕ ਕਰਦਾ, ਤੁਹਾਡੇ ਨਾਲ ਬਹਿਸ ਕਰਦਾ ਕਿ ਤੁਹਾਨੂੰ ਪਤਾ ਨਹੀਂ ਜੀ, ਤੁਹਾਨੂੰ ਫਲਾਣੇ ਬੰਦੇ ਨੇ ਮਿਸਲੀਡ ਕਰਤਾ, ਤੁਹਾਨੂੰ ਗਲਤ ਜਿਹੜੇ ਹੈਗੇ ਪੜ੍ਹਾਉਂਦੇ, ਉਹਨਾਂ ਨੂੰ ਇਹ ਦੋ ਸਵਾਲ ਪੁੱਛੋ ਵੀ ਇੱਕ ਤਾਂ ਜਿਹੜੀ ਐਮਐਸਪੀ ਹੈ ਉਹਦੇ ਤੇ ਤੁਸੀਂ ਕਹਿੰਦੇ ਹੋ ਤੋੜੀ ਨਹੀਂ ਗਈ, ਪਰ ਉਹਦੇ ਤੇ ਜ਼ਰੂਰੀ ਕਿਉਂ ਨਹੀਂ ਕੀਤਾ ਗਿਆ? ਦੂਜਾ ਉਹਦੇ ਵਿੱਚ ਆ ਕਿ ਜੇ ਤੁਹਾਨੂੰ ਕੋਈ ਇਹ ਦੁੱਖ ਤਕਲੀਫ ਹੁੰਦੀ ਹੈ ਤੇ ਤੁਸੀਂ ਐਸਡੀਐਮ ਕੋਲੇ ਅਪੀਲ ਕਰ ਲਓ। ਐਸਡੀਐਮ ਕਿਹਦੇ ਪਾਣੀ ਆ ਰਿਹਾ? ਐਸਡੀਐਮ ਤੱਕ ਹੀ, ਐਸਡੀਐਮ ਦਾ ਜਿਹੜਾ ਉੱਪਰ ਬੌਸ ਆ, ਡੀਸੀ ਦੇ ਡੀਸੀ ਦਾ ਬੌਸ, ਕਮਿਸ਼ਨਰ ਤੇ ਕਮਿਸ਼ਨਰ ਦਾ ਬੌਸ, ਚੀਫ ਸੈਕਟਰੀ, ਉਹਦੀ ਵੀ ਇੰਨੀ ਔਕਾਤ ਨਹੀਂ ਹੈਗੀ ਕਿ ਉਹ ਮੁੱਖ ਮੰਤਰੀ ਦੇ ਸਾਹਮਣੇ ਆਇਆ ਅੱਖ ਚੱਕ ਕੇ ਵੀ ਗੱਲ ਕਰ ਲਵੇ। ਅਸੀਂ ਸ਼ਰਾਬ ਦਾ ਮਸਲਾ ਜਦੋਂ ਕਰਨਾ, ਅਵਤਾਰ ਸਿੰਘ ਚੀਫ ਸੈਕਟਰੀ ਸੀਗੇ। ਚੀਫ ਸੈਕਟਰੀ ਉਹ ਅਫਸਰ ਹੁੰਦਾ ਜਿਹਦੇ ਥੱਲੇ ਸਾਰੇ ਪੰਜਾਬ ਦੇ ਡੀਸੀ ਹੁੰਦੇ ਆ। ਮੁੱਖ ਮੰਤਰੀ ਦੇ ਸਾਹਮਣੇ ਉਹਦੀ ਜਿਹੜੀ ਪਾਵਰ ਆ ਉਹ ਵੀ ਕਰਕ ਜਿੰਨੀ ਹੈ। ਮੁੱਖ ਮੰਤਰੀ ਚਾਹੇ ਜਦੋਂ ਮਰਜ਼ੀ ਚਿੱਠੀ ਫੜਾ ਕੇ ਉਹਨੂੰ ਕਹਿ ਦੇ ਵੀ ਚੱਲ ਘਰ ਨੂੰ, ਤੇਰੀ ਲੋੜ ਨਹੀਂ, ਤੇਰੀ ਥਾਂ ਤੇ ਨਵਾਂ ਬੰਦਾ ਲਾਤਾ। ਸੋ ਡੀਸੀ ਦੀ ਤਾਂ ਔਕਾਤ ਹੀ ਕੀ ਆ ਉਹਨਾਂ ਐਕਟਾਂ ਦੇ ਸਾਹਮਣੇ। ਔਰ ਅਗਰ ਕਹਿੰਦੇ ਕਿ ਉੱਥੇ ਨਹੀਂ ਤਾਂ ਡਿਪਟੀ ਕਮਿਸ਼ਨਰ ਦੇ ਸਾਹਮਣੇ ਅਪੀਲ ਕਰ ਲਓ। ਜੇ ਸਰਕਾਰ ਸੱਚੀ ਹੈ ਤਾਂ ਸਰਕਾਰ ਸਾਨੂੰ ਇਹ ਕਿਉਂ ਨਹੀਂ ਹੱਕ ਦਿੰਦੀ ਕਿ ਜੇ ਸਾਨੂੰ ਕੋਈ ਮੁਸੀਬਤ ਹੈ ਤਾਂ ਅਸੀਂ ਸਿਵਲ ਕੋਰਟ ਜਾ ਸਕਦੇ ਹਾਂ? ਭਾਵੇਂ ਉੱਥੇ ਵੀ ਸਾਨੂੰ ਵਰਿਆਂ ਬੱਧੀ ਇਨਸਾਫ ਨਾ ਮਿਲੇ, ਪਰ ਸਾਡੇ ਕੋਲ ਅਦਾਲਤ 'ਚ ਜਾਣ ਦਾ ਹੱਕ ਤਾਂ ਹੋਣਾ ਚਾਹੀਦਾ। ਇਹਨਾਂ ਕਾਨੂੰਨਾਂ ਦੇ ਵਿੱਚ ਤੁਹਾਡੇ ਕੋਲ ਉਹ ਹੱਕ ਵੀ ਜਿਹੜਾ ਹੈਗਾ ਉਹ ਲਿਆ ਹੋਇਆ। ਸੋ ਦੂਜਾ ਜਿਹੜਾ ਹੈਗਾ, ਇੱਧਰ ਪਲੀਜ਼ ਮਿਹਰਬਾਨੀ ਕਰਕੇ ਵੇਖੋ, ਸੰਗਤ ਜਿਹੜੀ ਹੈਗੀ ਉਠਾ ਰਹੇ ਨੇ ਜਾਂ ਕੀ ਮਸਲਾ ਹੈਗਾ? ਠੀਕ ਹੈ, ਚੁੱਪਚਾਪ ਰੌਲਾ ਨਾ ਪਾਓ, ਗੱਲਬਾਤ ਚੱਲਣ ਦੀ ਬੋਲਦੇ। ਸਮੂਹ ਸੰਗਤ ਨੂੰ ਬੇਨਤੀ ਹੈ ਕਿ ਸ਼ਾਂਤੀ ਵਰਤਾਈ ਰੱਖੋ। ਔਰ ਇੱਧਰ ਖੱਬੇ ਹੱਥ ਆ ਕੇ ਅਗਰ ਪੁਲਿਸ ਮੁਲਾਜ਼ਮ ਕਹਿ ਰਹੇ ਆ ਜਾਂ ਸਾਡੇ ਵਲੰਟੀਅਰ ਕਹਿ ਰਹੇ ਆ ਤਾਂ ਇੱਧਰਲੇ ਪਾਸੇ ਖੱਬੇ ਹੱਥ ਚਾਨਣੀ ਟੈਂਟ ਲਗਾ ਦਿੱਤਾ ਗਿਆ, ਇੱਥੇ ਸਾਰੀ ਸੰਗਤ ਸਤਿਕਾਰ ਸਹਿਤ ਆ ਕੇ ਬੈਠਣ। ਦੂਜਾ ਐਕਟ ਆ ਜਿਹਦੇ ਤਹਿਤ ਤੁਹਾਡੀਆਂ ਜ਼ਮੀਨਾਂ ਲੈਣੀਆਂ ਵਾ, ਉਹਦੇ 'ਚ ਬੜੇ ਲੋਕਾਂ ਨੂੰ ਵਹਿਮ ਹੈ ਕਿ ਕੋਈ ਕਿਸੇ ਦੀ ਜ਼ਮੀਨ ਧੱਕੇ ਨਾਲ ਕਿਵੇਂ ਲੈ ਸਕਦਾ, ਜਿਹਨੂੰ ਲੈਂਡ ਐਕੁਜੀਸ਼ਨ ਐਕਟ। ਉਹਦੋਂ ਬਜ਼ੁਰਗ ਮੇਰੇ ਕੋਲ ਆਏ, ਕੁਝ ਕਹਿੰਦੇ ਜੀ ਤੁਸੀਂ ਭੂਮੀ ਗ੍ਰਹਿਣ ਐਕਟ ਬਾਰੇ ਨਹੀਂ ਕੁਝ ਦੱਸਿਆ। ਜਦੋਂ ਸੰਵਿਧਾਨ ਲਾਗੂ ਹੋਇਆ 26 ਜਨਵਰੀ 1950 ਨੂੰ, ਜਿਹਨੂੰ ਅਸੀਂ ਗਣਤੰਤਰ ਦਿਵਸ ਕਹਿੰਦੇ ਆ, ਔਰ ਉਸ ਤੋਂ ਬਾਅਦ ਇੰਦਰਾ ਗਾਂਧੀ ਨੇ ਜਿਹੜੀ ਪਹਿਲੀ ਅਮੈਂਡਮੈਂਟ ਕੀਤੀ ਹੈ ਸੰਵਿਧਾਨ ਦੇ ਵਿੱਚ ਆ ਕੇ 1976 ਦੇ ਔਰ 78 ਦੇ ਵਿੱਚ ਸ਼ਾਇਦ ਵੱਡੀ ਹੈ, ਬਾਅਦ 42ਵੀਂ ਸੋਧ ਕੀਤੀ ਸੀ। ਉਸ ਤੋਂ ਪਹਿਲਾਂ ਭੂਮੀ ਗ੍ਰਹਿਣ ਐਕਟ ਵਾਲਾ ਜਿਹੜਾ ਲੈ ਕੇ ਆਏ। ਉਦੋਂ ਪਹਿਲਾਂ ਕਾਨੂੰਨ ਕੀ ਸੀ ਕਿ ਕੋਈ ਸਰਕਾਰ ਕਿਸੇ ਦੀ ਜ਼ਮੀਨ ਜਿਹੜੀ ਹੈਗੀ ਆ ਧੱਕੇ ਨਾਲ ਨਹੀਂ ਲੈ ਸਕਦੀ। ਸੋਧ ਕਰਕੇ ਇਹਨਾਂ ਨੇ ਕਹਿ ਦਿੱਤਾ ਕਿ ਜ਼ਮੀਨ ਲੈ ਲੂਗੀ, ਪਰ ਤੁਹਾਨੂੰ ਮੁਆਵਜ਼ਾ ਜਿਹੜਾ ਹੈਗਾ ਬਣਦਾ ਦਿੱਤਾ ਜਾਊਗਾ, ਤੁਹਾਡੀ ਮਰਜ਼ੀ ਦੇ ਖਿਲਾਫ ਨਹੀਂ ਲੈ ਸਕਦੇ। ਹੁਣ ਜਿਹੜਾ ਇਹ ਕਾਨੂੰਨ ਆ, ਇਹਦੇ ਤਹਿਤ ਹੋਣਾ ਕੀ ਹੈ ਅਸਲ ਦੇ ਵਿੱਚ, ਦੋ ਤਿੰਨ ਸਿੰਘਾਂ ਨੂੰ ਬੇਨਤੀ ਹੈ ਕਿ ਸ਼ਾਂਤੀ ਨਾਲ ਜਿਹੜਾ ਹੈਗਾ ਸਾਰੀ ਸੰਗਤ ਨੂੰ ਇੱਧਰ ਕੋਈ ਨਾ ਉਧਰ ਪਿੱਛੇ ਬਿਠਾ। ਇਸ ਕਾਨੂੰਨ ਦੇ ਤਹਿਤ ਤੁਹਾਡੀ ਜਿਹੜੀ ਜ਼ਮੀਨ ਹੈ ਤੁਹਾਨੂੰ ਆ ਕੇ ਠੇਕੇਦਾਰੀ ਸਿਸਟਮ ਜਿਹਨੂੰ ਅਸੀਂ ਕਹਿ ਦਿੰਦੇ ਆ,
ਅੱਜ ਪਿੰਡ ਦਾ ਜਿਹੜਾ ਵੀ ਕੋਈ ਜ਼ਿਮੀਂਦਾਰ ਜਿਹੜਾ ਆਪ ਵੀ ਖੇਤੀ ਕਰਨੀ ਚਾਹੁੰਦਾ ਔਰ ਮੁੰਡਾ ਉਹਦਾ ਮਾੜਾ ਮੋਟਾ ਬਾਹਰ ਨਿਕਲ ਜਾਂਦਾ ਜਾਂ ਕਿਤੇ ਪੰਜਾਬ ਪੁਲਿਸ 'ਚ ਸਿਪਾਹੀ ਲੱਗ ਗਿਆ ਜਾਂ ਕਿਤੇ ਕਲਰਕ ਲੱਗ ਗਿਆ ਤੇ ਉਹ ਕਹਿੰਦਾ ਪਾਪਾ ਸਾਰੀ ਉਮਰ ਕਸ਼ਹਿਰਿਆਂ 'ਚੋਂ ਮਿੱਟੀ ਨਹੀਂ ਨਿਕਲੀ ਤੇ ਚੱਲ ਹੁਣ ਪੁੱਤਰ 50,000 ਤਨਖਾਹ ਲੈਣ ਲੱਗ ਪਿਆ ਤੇ ਖੇਤੀ ਛੱਡ। ਉਹ ਕਹਿੰਦਾ ਨਹੀਂ ਪੈਸੇ ਨਹੀਂ ਬਚਦੇ ਉਹਨੇ ਚਿਰ ਨੂੰ ਕੋਈ ਨਾ ਕੋਈ ਜਿਹੜਾ ਮਿਹਨਤ ਮਸ਼ੱਕਤ ਕਰਨ ਵਾਲਾ ਜਿਹੜਾ ਕੋਈ ਠੇਕੇ ਵਾਲੀ ਪੈਲੀ 'ਚੋਂ 10,000 ਸਾਲ ਦਾ ਬਚਾ ਲੈਂਦਾ ਉਹ ਆਉਂਦਾ ਕਿ ਭਾਊ ਜੀ ਮੈਨੂੰ ਦੇ ਦਿਓ ਤੇ ਮੈਂ ਤੁਹਾਨੂੰ 65,000 ਰੁਪਈਆ ਦੇ ਦਿੰਦਾ। ਬੰਦੇ ਦੇ ਮੂੰਹ 'ਚ ਪਾਣੀ ਆ ਜਾਂਦਾ ਵੀ ਵਾਕਈ ਨਾਲੇ ਤਾਂ ਮਿੱਟੀ ਨਾਲ ਮਿੱਟੀ ਹੁੰਨੇ ਆ ਖੱਜਲ ਹੁੰਨੇ ਆ ਕਿਉਂਕਿ ਬੀਜਣ ਤੋਂ ਲੈ ਕੇ ਵੱਢ ਕੇ ਵੇਚਣ ਤੱਕ ਖੱਜਲ ਖੁਆਰੀ ਹੈ। ਜਦੋਂ ਮੀਂਹ ਪੈਂਦੇ ਆ ਜਦੋਂ ਬੱਦਲ ਹੀ ਆਇਆ ਹੁੰਦਾ ਤਾਂ ਕਿਸਾਨ ਦੀ ਜਿਹੜੀ ਹੈਗੀ ਆ ਜਾਨ ਮੁੱਠੀ 'ਚ ਆ ਜਾਂਦੀ ਹੈ। ਜੇ ਕਿਤੇ ਭੁੱਲ ਭੁਲੇਖੇ ਬਾਸਮਤੀ ਲਾ ਲਈਏ ਤੇ ਜਦੋਂ ਐ ਲੰਮੀ ਪਈ ਹੁੰਦੀ ਵਿਛੀ ਹੁੰਦੀ ਆ ਤਾਂ ਬੰਦੇ ਦਾ ਜੀ ਕਰਦਾ ਇੱਥੇ ਹੀ ਸਲਫਾਸ ਦੀਆਂ ਗੋਲੀਆਂ ਖਾ ਕੇ ਮਰ ਜਾਈਏ ਕਿਉਂਕਿ ਬਚਣਾ ਹੀ ਕੁਛ ਨਹੀਂਗਾ। ਸੋ ਜਦੋਂ ਤੁਹਾਨੂੰ 60,000 ਦੀ ਥਾਂ ਤੇ 80,000 ਦਿੱਤਾ ਲਾਲੇ ਨੇ ਜਿਹੜੇ ਕਾਰਪੋਰੇਟ ਵਾਲੇ ਆ ਤਾਂ ਅਸੀਂ ਇੱਕ ਦੂਜੇ ਨਾਲ ਲੜ ਕੇ ਜਿਹੜਾ ਹੈਗਾ ਜ਼ਮੀਨਾਂ ਠੇਕੇ ਤੇ ਦੇਣੀਆਂ ਔਰ ਉਹਨਾਂ ਨੇ ਲੀਜ਼ ਕਿੰਨੇ ਸਾਲ ਲਈ ਕਰਨੀ ਹੈ 10 ਸਾਲ ਲਈ 20 ਸਾਲ। ਹੁਣ ਜੇ ਕੋਈ ਸਾਡੀ ਜ਼ਮੀਨ ਠੇਕੇ ਤੇ ਲੈਂਦਾ ਤੇ ਅਸੀਂ ਉਹਦੇ ਨਾਲ ਲੜਦੇ ਆ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਕਿ ਤੂੰ ਯਾਰ ਵੱਟ ਟੇਢੀ ਕਰਤੀ ਤੂੰ ਖਾਲਾ ਨਹੀਂ ਸਾਫ਼ ਕੀਤਾ ਤੂੰ ਸਾਡਾ ਮੋਗੇ ਦਾ ਪੈਪ ਤੋੜਤਾ ਤੂੰ ਮੋਟਰ ਨਹੀਂ ਬਣਾਈ ਜਾਂ ਫਲਾਹ ਹੋ ਗਿਆ ਤੇ ਤਾਰ ਘੱਟ ਪਵਾ ਲਈ ਆ ਜਾਂ ਡੋਰੀ ਨਹੀਂ ਕੱਸੀ ਉਹ ਹੋ ਗਿਆ ਆ ਹੋ ਗਿਆ। ਸੱਜੇ ਖੱਬੇ 20 ਬਹਾਨੇ ਲੱਭਦੇ ਆ ਇਹਨੂੰ ਖੱਜਲ ਕਰਨ ਲਈ ਵੀ ਇਹਨੂੰ ਲੱਗੇ ਵੀ ਨਹੀਂ ਜ਼ਮੀਨ ਦਾ ਮਾਲਕ ਤੇ ਉਹੀ ਆ ਮੈਂ ਠੇਕੇਦਾਰ ਹਾਂ। ਔਰ ਜੇ ਠੇਕੇਦਾਰ ਦਾ ਮੁੰਡਾ 3-5 ਕਰੇ ਵੀ ਅਸੀਂ ਠੇਕੇ ਤੇ ਲਈਏ ਤੇ ਅਸੀਂ ਬੜੇ ਚੌੜੇ ਹੋ ਕੇ ਕਹਿੰਦੇ ਆ ਵੀ ਤੈਨੂੰ ਬੈ ਥੋੜਾ ਕਰਤੀ ਠੇਕੇ ਤੇ ਦਿੱਤੀ ਆ ਤੀਰ ਹੋ ਜਾ ਇੱਥੋਂ ਵਾਲੀ ਗੱਲ। ਉਦੋਂ ਨਹੀਂ ਕਿਸੇ ਨੇ ਕਹਿਣ ਦੇਣਾ ਕਿ ਤੀਰ ਹੋ ਜਾ ਉਹਨੇ ਕਹਿਣਾ ਬਾਪੂ ਉੱਥੇ ਖਲੋ ਵੱਟ ਤੇ 10 ਸਾਲਾਂ ਬਾਅਦ ਗੱਲ ਕਰਾਂਗੇ। 10 ਸਾਲ ਦੀ ਲੀਜ਼ ਕੀਤੀ 80,000 ਦੇ ਹਿਸਾਬ ਨਾਲ ਔਰ ਉਹਦੇ 'ਚ ਲਿਖਿਆ ਕਿ 10% ਹਰ ਸਾਲ ਵਧਾਊਗਾ 2-4 ਸਾਲ ਵਧਾਉਣਗੇ ਵੀ ਫਿਰ ਤੁਸੀਂ ਗਾਲਾਂ ਕੱਢੋਗੇ ਇਹੋ ਜਿਹੇ ਕਿਸਾਨ ਮਜ਼ਦੂਰ ਜਥੇਬੰਦੀਆਂ ਨੂੰ ਕਿ ਇਹ ਤਾਂ ਸਾਨੂੰ ਮੂਰਖ ਬਣਾਉਂਦੇ ਸੀ ਸਾਡਾ ਤਾਂ ਕੰਮ ਹੀ ਬੜਾ ਵਧੀਆ। ਪਿਛਲੀ ਵਾਰੀ 80,000 ਸੀ 10% ਦੇ ਹਿਸਾਬ ਨਾਲ 88,000 ਹੋ ਗਿਆ ਹੌਲੀ ਹੌਲੀ ਲੱਖ ਤੋਂ ਪਾਰ ਹੋ ਜਾਣਾ। ਪਰ 2 ਸਾਲਾਂ ਬਾਅਦ ਉਹਨਾਂ ਨੇ ਤੁਹਾਨੂੰ ਉਵੇਂ ਅੱਖਾਂ ਵਿਖਾਉਣੀਆਂ ਜਿਵੇਂ ਮੈਂ ਤੁਹਾਨੂੰ ਮੰਡੀ ਵਾਲੀ ਗੱਲ ਦੱਸੀ ਹੈ ਕਿ ਜੇ ਤੈਨੂੰ ਜ਼ਿਆਦਾ ਤਕਲੀਫ ਹੈ ਨਾ ਤੇ ਜਾ ਕੇ ਉੱਥੇ ਐਸਡੀਐਮ ਦੀ ਅਦਾਲਤ 'ਚ ਮੇਰੇ ਖਿਲਾਫ ਕੇਸ ਕਰ ਦੇ। ਔਰ ਹੁਣ ਅਸੀਂ ਕੀ ਕਰਦੇ ਹਾਂ ਸਾਨੂੰ ਕੋਈ ਦੁੱਖ ਤਕਲੀਫ ਹੁੰਦੀ ਹੈ ਤੇ ਅਸੀਂ ਥਾਣੇ ਦੇ ਥਾਣੇਦਾਰ ਕੋਲ ਚਲੇ ਜਾਂਦੇ ਹਾਂ ਉਹਦੀ ਮੁੱਠੀ ਗਰਮ ਕਰ ਦਿੰਦੇ ਹਾਂ। ਜੇ ਫਿਰ ਵੀ ਨਹੀਂ ਮੰਨਦਾ ਕਿਸੇ ਐਮਐਲਏ ਤੋਂ ਕਹਾ ਲੈਂਦੇ ਆ। ਜੇ ਫਿਰ ਵੀ ਨਹੀਂ ਮੰਨਦਾ ਤੇ ਮੰਨ ਲਓ ਸਾਡੇ ਗੁਆਂਢੀ ਹਲਕੇ 'ਚ ਮੰਤਰੀ ਆ ਉਹਦੇ ਕੋਲੇ ਚਲੇ ਜਾਂਦੇ ਆ। ਜੇ ਫਿਰ ਵੀ ਨਹੀਂ ਮੰਨਦਾ ਤੇ ਉਦੋਂ ਪਰੇ ਚਲੇ ਜਾਂਦੇ ਆ ਕਿਸੇ ਹੋਰ ਵੱਡੇ ਖੱਬੀ ਖਾਨ ਕੋਲ ਜਿਹੜਾ ਮਹਾਰਾਜਾ ਸਾਹਿਬ ਦੇ ਨੇੜੇ ਆ। ਤੇ ਜਦੋਂ ਬਾਦਲ ਸਾਹਿਬ ਹੁੰਦੇ ਸੀ ਉਦੋਂ ਮੋਟਰਸਾਈਕਲ ਖਿੱਚਦੇ 3 ਜਣੇ ਬਹਿ ਕੇ ਤੇ ਲੰਬੀ ਨੂੰ ਸਿੱਧਾ ਕਰ ਦਿੰਦੇ ਵੀ ਬਾਦਲ ਪਿੰਡ ਚਲੇ ਜਾਂਦੇ ਆ ਦਿਆਲ ਸਿੰਘ ਕੋਲੀਆਂ ਵਾਲੇ ਨੂੰ ਲੈ ਕੇ ਤੇ ਉੱਥੋਂ ਟੈਲੀਫੋਨ ਕਰਾ ਲਾਂਗੇ। ਕਰਦੇ ਆ ਨਾ ਏਦਾਂ ਕਰਦੇ ਰਹੇ ਅਸੀਂ ਸਾਰੇ। ਜਦੋਂ ਬਾਪੂ ਜੋਰਾ ਸਿੰਘ ਮਾਨ ਹੁੰਦਾ ਸੀ ਤੇ ਇੱਥੋਂ ਸਿੱਧਾ ਹੀ ਤੁਰਦੇ ਸੀ ਥੱਲੇ ਇਹਨਾਂ ਨੂੰ ਕੋਈ ਲੱਭਦਾ ਹੀ ਨਹੀਂ ਸੀ ਕਹਿੰਦੇ ਉਹ ਦਬਕਾ ਬੜਾ ਮਾਰਦਾ ਅਫਸਰ ਨੂੰ। ਔਰ ਹੁਣ ਜੋਰਾ ਸਿੰਘ ਮਾਨ ਦੇ ਮੁੰਡਿਆਂ ਦੀ ਪੈੜੀ ਵੀ ਇਸੇ ਕਾਨੂੰਨ ਦੇ ਤਹਿਤ ਹੀ ਵਿੱਚ ਆ ਜਾਣੀ ਹੈ। ਸੋ ਮੈਂ ਉਹਨਾਂ ਨੂੰ ਵੀ ਸਾਡੇ ਵੱਡੇ ਭਰਾ ਨੇ ਸਰਦਾਰ ਬਲਦੇਵ ਸਿੰਘ ਮਾਨ ਜੀ ਉਹਨਾਂ ਨੂੰ ਵੀ ਬੇਨਤੀ ਕਰਦਾ ਕਿਉਂਕਿ ਅੱਜ ਅਕਾਲੀ ਦਲ ਦੇ 5-4 ਬੰਦੇ ਜਿਹੜੇ ਹੈਗੇ ਉੱਪਰ ਕੇ ਸਾਹਮਣੇ ਆਏ ਆ ਕਿ ਬੀਜੇਪੀ ਦੇ ਪ੍ਰੋਫੈਸਰ ਆਰਪੀ ਸਿੰਘ ਨੇ ਉਹਨਾਂ ਨੇ ਵੀ ਕਿਹਾ ਆ ਕਿ ਇਹ ਵਾਕਈ ਗਲਤ ਹੈਗੇ ਆ। ਸੋ ਜਿੰਨੀ ਜ਼ਿਲ੍ਹੇ ਦੀ ਅਕਾਲੀ ਲੀਡਰਸ਼ਿਪ ਹੈ ਉਹਨਾਂ ਨੂੰ ਵੀ ਹੱਥ ਬੰਨ੍ਹ ਕੇ ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਇਸ ਗੱਲ ਨੂੰ ਸਮਝੋ ਜਦੋਂ ਪਾਣੀ ਪੁਲਾਂ ਥੱਲੇ ਦੀ ਵਗ ਗਿਆ ਫਿਰ ਵਗੇ ਪਾਣੀ ਕਦੇ ਵਾਪਸ ਨਹੀਂ ਆਉਂਦੇ। ਸੋ ਉੱਥੇ ਮੈਂ ਵਾਪਸ ਆਉਣਾ ਕਿ ਹੁਣ ਆਪਾਂ ਕੀ ਕਰਦੇ ਹਾਂ ਕਦੇ ਐਮਐਲਏ ਦੀ ਸਿਫਾਰਿਸ਼ ਪਵਾ ਲਈ ਕਦੇ ਕਿਸੇ ਮੰਤਰੀ ਦੀ ਪਵਾ ਲਈ। ਜਦੋਂ ਕਾਨੂੰਨ ਬਣ ਗਿਆ ਉਹਨਾਂ ਮੰਤਰੀਆਂ ਦੇ ਉੱਪਰ ਵੀ ਇਹ ਉਨਾ ਹੀ ਲਾਗੂ ਹੋਣਾ ਵਾ ਪ੍ਰਧਾਨ ਮੰਤਰੀ ਦੇ ਉੱਪਰ ਵੀ ਉਨਾ ਹੀ। ਸੋ ਅਸੀਂ ਕਿੱਥੇ ਜਾ ਕੇ ਰੋਣਾ ਰੋਵਾਂਗੇ। ਅਦਾਲਤ 'ਚ ਜਾਣ ਦਾ ਹੱਕ ਜਿਹੜਾ ਸਾਡੇ ਕੋਲੋਂ ਇਹਨਾਂ ਨੇ ਖੋਹ ਲਿਆ। ਐਸਡੀਐਮ ਤੇ ਡੀਸੀ ਦੀ ਕਿੰਨੀ ਤਾਕਤ ਆ ਉਹ ਮੈਂ ਤੁਹਾਨੂੰ ਦੱਸਤੀ ਉਹ ਸਾਨੂੰ ਹੀ ਦਬਕੇ ਮਾਰਨ ਜੋਗੇ ਆ ਥਾਣੇ ਦੇ ਥਾਣੇਦਾਰ ਨੇ। ਮੈਂ ਪਬਲਿਕ ਇਕੱਠ 'ਚ ਗੱਲ ਕਰਨੀ ਨਹੀਂ ਚਾਹੁੰਦਾ। ਇੱਥੇ ਥਾਣਿਆਂ ਦੇ ਵਿੱਚ ਜੋ ਵਾਪਰਦਾ ਵਾ ਇਹ ਜੇ ਸੁਣਦੇ ਆ ਤੇ ਇਹਨਾਂ ਨੂੰ ਪਤਾ ਕਿ ਕਿਵੇਂ ਹੁਕਮ ਦੇ ਭੱਬੂ ਆ ਤੇ ਕਿਹਨਾਂ ਦੀਆਂ ਜੇਬਾਂ 'ਚੋਂ ਇਹਨਾਂ ਦੇ ਫੈਸਲੇ ਨਿਕਲਦੇ ਆ ਕਿ ਪਰਚਾ ਕੱਟਦੇ ਪਰਚਾ ਕੈਂਸਲ ਕਰਦੇ ਫਲਾਣੇ ਨੂੰ ਫੜ ਲਿਆ ਫਲਾਣੇ ਨੂੰ ਲੰਮਾ ਪਾ ਲਾ ਫਲਾਣੇ ਨੂੰ ਛੱਡ ਦੇ। ਉਹ ਰਾਜਨੀਤਿਕ ਗੱਲਾਂ ਨੇ ਕਿ ਕਿਸ ਤਰ੍ਹਾਂ ਜਿਹੜਾ ਰਾਜਨੀਤਿਕ ਸਿਸਟਮ ਗੰਦਲਾ ਹੋਇਆ ਇਹਦਾ ਹੱਲ ਜਾਂ ਤਾਂ ਸੰਘਰਸ਼ ਨੇ ਜਾਂ ਜੇਕਰ ਰਾਜਨੀਤੀ ਬਦਲੇ ਉਹ ਇਹਦਾ ਸੋਲੂਸ਼ਨ ਹੈਗਾ। ਇਹ ਆਪਦੀ ਥਾਂ ਤੇ ਤੰਗ ਨੇ। ਹੁਣ ਅੱਜ ਜਿਹੜੇ ਵੱਡੇ ਜ਼ਿਮੀਂਦਾਰ ਨੇ ਇੱਕ ਗੱਲ ਰਹਿ ਗਈ ਕਿ ਜਿਨ੍ਹਾਂ ਨੂੰ ਇਹ ਵਹਿਮ ਆ ਕਿ ਮੇਰੇ ਕੋਲੇ ਰੁਪਈਆ ਵੀ ਕੋਈ 20-25-50 ਲੱਖ ਹੈਗਾ 10 ਲੱਖ ਵਿਆਜ ਤੇ ਚੱਲਦਾ 15 ਲੱਖ ਵੱਡੀ ਭੈਣ ਨੂੰ ਦਿੱਤਾ 2 ਲੱਖ ਬਿਜਲੀ ਦੀ ਭੂਆ ਫੜ ਕੇ ਲੈ ਗਈ ਸੀ। ਇੱਦਾਂ ਦੇ ਵੀ ਹੈਗੇ ਨਾ ਪਿੰਡਾਂ 'ਚ ਗੁਆਂਢੀ ਨੂੰ ਭਾਵੇਂ 10,000 ਦੇ ਤੇ ਜਿੱਥੋਂ ਵਿਆਜ ਆਉਣੀ ਹੁੰਦੀ ਆ ਉੱਥੇ ਕਿਤੇ ਵੀ। ਸੋ ਉਹਨਾਂ ਨੇ ਕੀ ਉਹਨਾਂ ਨੂੰ ਵਹਿਮ ਆ ਕਿ ਸਾਡੇ ਕੋਲ ਤਾਂ ਯਾਰ ਅਸੀਂ ਤਾਂ ਸਾਡਾ ਜਦਾਦ ਘਰ ਦੀ ਮਸ਼ੀਨ ਆ 2-2 ਟਰੈਕਟਰ ਖੜੇ ਆ ਸਾਰੇ ਸੰਗ ਖੜੇ ਆ। ਸਿਆਣੇ ਕਹਿੰਦੇ ਰੋਡ ਤੇ ਗਲੀ ਦੇ ਕੱਖ ਦੀ ਵੀ ਪੈ ਜਾਂਦੀ ਆ। ਹਾਂ ਇਹ ਕੋਈ ਨਹੀਂ ਹੁੰਦਾ ਦੁਨੀਆ ਦੇ ਵਿੱਚ। ਉਹ ਜੇ ਕੋਈ ਅਖਾਣ ਬਣੇ ਨਾ ਕੌਣ ਆਖੇ ਰਾਣੀ ਅੱਗਾ ਢੱਕਦਾ ਕਹਿੰਦੇ ਕਿ 100 ਰੱਖਾਂ ਵਾਲੀ ਰਾਣੀ ਸੀਗੀ ਤੇ ਕਹਿੰਦੀ ਮੇਰੇ ਕੋਲ ਤਾਂ 100 ਰੱਖੇ ਖਰਾਬ ਹੋ ਗਿਆ ਤੇ ਮੁੜ ਕੇ ਜਿਹੜੇ ਨਵੇਂ ਰਹਿ ਗਏ
ਉਹ ਸੌਣਾ ਨਾਲ ਹੀ ਉਹਦਾ ਜਿਹੜਾ ਉਹ ਰਸ ਘੋੜਾ ਚੱਲਣਾ ਸੀ। ਫਿਰ ਇੱਕ ਰਸਾਲੀ ਕੋ ਜਾਣਾ ਪੈ ਗਿਆ ਕਿ ਭੈਣ ਬਣ ਕੇ ਦੇ ਦਿਆ ਤੇ ਫਲਾਣੀ ਥਾਂ ਤੇ ਜਾਣਾ ਹੈ। ਸੋ ਲੋੜ ਜ਼ਿੰਦਗੀ 'ਚ ਕਿਸੇ ਦੀ ਵੀ ਪੈ ਸਕਦੀ ਆ। ਹੁਣ ਇਹ ਗੱਲ ਉਹਨਾਂ ਵਾਸਤੇ ਜਿਹੜੇ ਆਪਦੇ ਆਪ ਨੂੰ ਸਹਿਬੇ ਜਦਾਦ ਕਹਿੰਦੇ ਕਿ ਜਦੋਂ ਪਿੰਡ ਦੇ ਵਿੱਚ 85% ਮਾਰਜਨਲ ਫਾਰਮਰ ਆ ਪੰਜਾਬ ਦੇ ਵਿੱਚ। ਪੰਜਾਬ 'ਚ ਟੋਟਲ 37-37 ਹਜ਼ਾਰ ਰੁਪਇਆ ਹੈ ਔਰ 1 ਕਰੋੜ 37 ਲੱਖ ਕਿੱਲੇ ਦੇ ਨੇੜੇ ਜ਼ਮੀਨ ਹੈ ਔਰ 3 ਲੱਖ ਮਜ਼ਦੂਰ ਭਰਾ ਨੇ ਔਰ 138 ਜ਼ੋਨ ਬਣਾਏ ਹੋਏ ਇਹਨਾਂ ਨੇ ਜਿਹੜੇ ਪਾਣੀ ਵਾਲੇ ਆ। ਔਰ ਉਹਦੇ ਚ ਬਹੁਤੇ ਜ਼ੋਨ ਡਾਰਕ ਜ਼ੋਨ ਤੇ ਚਲੇ ਗਏ ਜਿਹੜੀਆਂ ਰਿਸਰਚਾਂ ਕਰਦੇ ਆਏ ਕਿ ਜਿਹੜਾ ਉਤਲਾ ਤਾਲਿਆ ਉਹਦੇ ਚੋਂ ਜਿਹੜਾ ਹੈਗਾ ਪਾਣੀ ਖਤਮ ਹੋ ਗਿਆ, ਦੂਜੇ ਤੇ ਅਸੀਂ ਪਹੁੰਚ ਗਏ। ਕਿ ਪਹਿਲਾਂ ਉੱਤੇ ਪੱਖੇ ਚੱਲਦੇ ਸੀਗੇ ਮੋਟਰਾਂ, ਮੁੜ ਕੇ ਮੋਨੋ ਬਲਾਕ ਆਈਆਂ, ਮੁੜ ਕੇ ਖੁੱਲੀਆਂ ਬਣ ਗਈਆਂ, ਮੁੜ ਕੇ ਸਬਸਿਡੀ ਆ ਗਈ। ਔਰ ਹੁਣ ਉਹਨੂੰ ਥਾਂ ਜਿਹੜਾ ਹੈਗਾ ਥੱਲੇ ਵਾਲਾ ਕੋਈ ਜਿਹੜਾ ਸਿਸਟਮ ਆ ਉਹ ਕਰਨਾ ਪੈਣਾ। ਐਸਡੀਐਮ ਸਾਹਿਬ ਜੀ ਆਇਆਂ ਕਹਿੰਦੇ ਆਏ ਨੇ ਬਾਬਾ ਜੀ ਸਤਿ ਸ਼੍ਰੀ ਅਕਾਲ। ਸਾਡੀ ਗੱਲ ਸੁਣ ਕੇ ਅਗਰ ਪਹੁੰਚਾਉਣ ਤਾਂ ਤੱਕ ਸੋ ਜਿਹੜੇ ਸਹਿਬੇ ਜਦਾਦ ਨੇ, ਸਹਿਬੇ ਹੈਸੀਅਤ ਨੇ, ਉਹਨਾਂ ਨੂੰ ਐਂ ਲੱਗਦਾ ਕਿ ਸਾਡੀ ਜ਼ਮੀਨ ਥੋੜਾ ਕਿਸੇ ਨੇ ਲੈ ਲੈਣੀ। ਜਦੋਂ ਪਿੰਡ ਦੇ ਜਿਵੇਂ ਤੁਹਾਨੂੰ ਦੱਸਿਆ ਕਿ 85% ਮਾਰਜਨਲ ਫਾਰਮਰ ਆ ਜਿਹਦੇ ਕੋਲੇ 5 ਕਿੱਲਿਆਂ ਤੋਂ ਘੱਟ ਜ਼ਮੀਨ ਹੈ। ਐਸਡੀਐਮ ਹੀ ਇੱਧਰ ਨੂੰ ਮੂੰਹ ਕਰਦਾ ਜਿਵੇਂ ਤੁਹਾਨੂੰ ਦੱਸਦਾ ਸਾਰੇ ਉਧਰ ਹੀ ਦੇਖਣ ਲੱਗ ਪਏ। ਜੇ ਨਾ ਦੱਸਦੇ ਫਿਰ ਤੁਸੀਂ ਕਹਿਣਾ ਕੋਈ ਨਹੀਂ ਆਪਦੀ ਬੰਦੇ ਵਰਗੇ ਬੰਦੇ ਹੁੰਦੇ ਆ ਤੁਸੀਂ ਨਹੀਂ ਟੱਕਰੇ ਤੁਹਾਨੂੰ ਕੋਈ ਫਾਇਦਾ ਨਹੀਂ ਲਾਉਣ ਲੱਗਾ। ਇਹਨਾਂ ਕੋਲ ਵੱਡੀ ਤੋਂ ਵੱਡੀ ਜਿਹੜੀ ਤਾਕਤ ਹੋ ਗਈ ਹੈ ਤੁਹਾਡੇ 307 ਦਾ ਬੰਦਾ ਕਰਦਾ ਜਿਹੜਾ ਇਹ ਰੋਕ ਕੇ ਕੋਈ ਤੁਹਾਨੂੰ ਮਾਰ ਨਹੀਂ ਮਾਰ ਸਕਦਾ। ਉਸ ਤੋਂ ਬਾਅਦ ਹੋਈ ਆ ਜਾਂ ਬੰਦਾ ਮਾਰ ਕੇ ਤੁਹਾਡੇ ਉੱਤੇ ਕੌਣ ਵੀ 302 ਦਾ ਬੱਚਾ ਦੇਣਾ। ਇਸੇ ਕਰਕੇ ਸਾਨੂੰ ਧਰਉਂਦੇ ਆ ਅਸੀਂ ਕਰਦੇ ਨੇ ਕਿ ਯਾਰ ਠੀਕ ਹੈ ਅਸੀਂ ਕਿਹਨਾਂ ਦੇ ਵਾਸਤੇ 1960 ਚ ਭਗਤ ਸਿੰਘ ਜੰਮਿਆ ਸੀਗਾ ਔਰ ਜਦੋਂ 1928 ਚ ਉਹਨੇ ਕਾਂਗਰਸ ਨੂੰ ਵਾਸਤਾ 21 ਸਾਲਾਂ ਦਾ ਸੀ ਉਹ 23 ਦਾ ਸੀ ਜਦੋਂ ਸਾਰੇ ਸਾਲ ਕਰਦੇ। ਅਗਰ ਉਹਨਾਂ ਦੀਆਂ ਗੱਲਾਂ ਕਰਨੀਆਂ ਸਾਡੀਆਂ ਬੀਬੀਆਂ ਨੇ ਭੈਣਾਂ ਨੇ ਘਰੇ ਫੇਰ ਤਾਂ ਮੇਰੀ ਮਾਤਾ ਦਾ ਹੋਰ ਜਦੋਂ ਕਿਸੇ ਸੰਤ ਦੇ ਦੀਵਾਨ ਹੁੰਦੀਆਂ ਉਹ ਕਹਿੰਦੇ ਜੀ ਸਾਹਿਬਜ਼ਾਦੇ ਛੋਟੇ ਛੋਟੇ ਸੀ ਨੀਆਂ ਚ ਚੁਣ ਲੈ ਉਹਨਾਂ ਨੂੰ ਨਹੀਂ ਭੇਜਦੀ ਆ ਪੂਰੀਆਂ ਹਾਏ ਬੜਾ ਸਾਡੇ ਗੁਰੂ ਦਾ ਸਬਰ ਸੀ, ਬੜਾ ਸਾਡੇ ਗੁਰੂ ਦਾ ਸਿਰ ਸੀ। ਤੇ ਜਦੋਂ ਆਪਦਾ ਮੁੰਡਾ ਕਹਿੰਦਾ ਵੀ ਮੈਂ ਉੱਥੇ ਮਾੜਾ ਮੋਟਾ ਕੋਈ ਲੜਾਈ ਕਰਨ ਜਾਣਾ ਉਦੋਂ ਕਹਿੰਦੇ ਨਾ ਬੁੱਕਰ ਤੂੰ ਜਾਨੀ ਉਹ ਗਵਾਂਢੀ ਨੇ ਤੇ ਮੁੰਡੇ ਚਲੇ ਗਏ ਟਰਾਲੀ ਪਰ। ਫਿਰ ਏਦਾਂ ਨਹੀਂ ਲੜਾਈਆਂ ਲੜੀਆਂ ਜਾਂਦੀਆਂ ਹੁੰਦੀਆਂ, ਏਦਾਂ ਨਹੀਂ ਕਦੇ ਕਾਮਯਾਬੀਆਂ ਮਿਲਦੀਆਂ। ਤੁਸੀਂ ਸਾਰੇ ਸਾਹ ਕਰੋ ਬੜੀ ਸਾਡਾ ਰਿਣੀ ਆ ਤੁਹਾਡਾ ਕਿ ਤੁਸੀਂ ਇੱਥੇ ਪਹੁੰਚੇ ਹੋ, ਸਾਰੇ ਬੈਠੇ ਹੋ, ਹੱਥ ਨੂੰ ਹੱਥ ਸਾਨੂੰ ਤੁਸੀਂ ਕਿ ਰੋਕ ਨੂੰ ਰੋਕ ਮਿਲਦਾ, ਲੱਥੇ ਨੂੰ ਦੱਬਾ ਮਿਲਦਾ ਰਹੇ ਤੇ ਗੱਲ ਨਾ ਤੁਰਦੀ ਆਈਦੀ ਹੈ। ਸੋ 87% ਬਾਅਦ ਫਾਰਮਰ ਨੇ ਮੁੱਕਿਆ ਮਾਰੇ ਦੱਸ ਕੇ ਰੱਖਿਆ ਹੈ ਤਾਂ ਅਗਰ 400 ਭਰਿਆ ਤੇ 400 ਚ 85% ਦੇ ਹਿਸਾਬ ਨਾਲ 300 ਦੇ ਕਰੀਬ ਜਿਹੜੇ ਬੰਦੇ ਨੇ ਉਹਨਾਂ ਕੋਲੇ 5-5 ਕਿੱਲੇ। ਜਦੋਂ 5 ਕਿੱਲਿਆਂ ਵਾਲੇ ਨੇ ਮਜਬੂਰੀ ਬਲ ਪ੍ਰਾਪਤੀ ਪੈਣੀ ਕਾਰਪੋਰੇਟ ਨੂੰ ਲਾੜੇ ਨੂੰ ਠੇਕੇ ਤੇ ਦੇ ਕੇ 80,000 ਤੇ 10,000 ਲੱਖ ਰੁਪਏ ਦੇ ਲਾਲਚ ਦੇ ਵਿੱਚ ਤਾਂ ਤੁਹਾਡੀ ਜ਼ਮੀਨ ਹੁਣ ਉਹਨਾਂ ਦੀ ਕਿਤੇ ਆਈਸੋਲੇਟ ਕੀਤੀ ਤਾਂ ਹੈ ਨਹੀਂ ਕਿ 50 ਕਿੱਲੇ ਜਿਹੜੇ ਹੈਗੇ ਉਹ ਇੱਕ ਟਾਪੂ ਵਾਂਗੂ ਪਾਸੇ ਦੇ ਆ ਉਹਦੇ ਨਾਲ ਕੋਈ ਕਿਸੇ ਦੀ ਵੱਟ ਨਹੀਂ ਲੱਗਦੀ ਜਾਂ ਕੋਈ ਸੜਕ ਨਹੀਂ ਲੱਗਦੀ ਜਾਂ ਕੋਈ ਨਹਿਰ ਨਹੀਂ ਲੱਗਦੀ। ਤੁਹਾਡੇ ਜਦੋਂ ਗੁਆਂਢੀ ਨੇ ਜ਼ਮੀਨ ਦੇ ਦਿੱਤੀ ਤਾਂ ਉਹਨਾਂ ਕੋਲੇ ਬੜੇ ਹੱਥ ਹੀਲੇ ਨੇ। ਅਗਲੇ ਦਾ ਜਦੋਂ 1000 ਕਿੱਲੇ ਦਾ ਫਾਰਮ ਇੱਥੋਂ ਲੈ ਕੇ ਮੱਲਾਂ ਵਾਲੇ ਤੱਕ ਜਾਂ ਖਾਈ ਤੱਕ ਹੋਇਆ ਤਾਂ ਤੁਹਾਡੇ ਜਿਹੜੇ 20-50 ਕਿੱਲੇ ਵਿੱਚ ਹੋਏ। ਇਹਦੀ ਉਦਾਹਰਨ ਜੇ ਤੁਹਾਡੇ ਚੋਂ ਕਦੇ ਕੋਈ ਲਵਲੀ ਯੂਨੀਵਰਸਿਟੀ ਗਿਆ ਹੋਵੇ, ਕਿਸੇ ਦੇ ਬੱਚੇ ਪੜ੍ਹਦੇ ਹੋਣ ਜਾਂ ਕੋਈ ਨੌਜਵਾਨ ਮੁੰਡੇ ਖੜੇ ਆ LPU ਜਿਹਨੂੰ ਕਹਿੰਦੇ ਉਹ ਉਹਨਾਂ ਦੀ ਕਿਤੇ ਨਾ ਲੱਡੂਆਂ ਦੀ ਦੁਕਾਨ ਹੁੰਦੀ ਸੀ ਕਿਸੇ ਜ਼ਮਾਨੇ ਦੇ ਵਿੱਚ। ਤੁਸੀਂ ਇਹ ਵੇਖੋ ਜਿਹੜੇ ਲੱਡੂ ਵੇਚਦੇ ਸੀ ਉਹਨਾਂ ਨੇ 500 ਕਰੋੜ ਦੀ ਯੂਨੀਵਰਸਿਟੀ ਸਥਾਪਿਤ ਕਰਤੀ ਤੇ ਜਿਹੜਾ 50 ਕਿੱਲੇ ਵਾਲਾ ਜ਼ਿਮੀਂਦਾਰ ਸੀ ਉਹਦੇ 2.5 ਵਿਕੇ, ਉਹਦੇ ਕੋਲੇ 2.5 ਰਹਿ ਗਏ। ਭਾਵੇਂ ਉਹਨੇ ਕੁੜੀ ਦਾ ਵਿਆਹ ਕਰਨ ਲਈ ਵੇਚਿਆ, ਭਾਵੇਂ ਘਰ ਪਾਉਣ ਲਈ, ਔਰ ਭਾਵੇਂ ਕਿਸੇ ਦਾ ਸਿਰ ਪਾੜ ਕੇ 26 ਦਾ ਪਰਚਾ ਰੱਦ ਕਰਾਉਣ ਵਾਲਾ, ਇਹ ਵੀ ਕੰਮ ਕਰਦੇ ਨਾ ਅਸੀਂ ਨਾਲ। ਤੇ ਮੇਰੀ ਫਲਾਣੇ ਨੇ ਕੁੜੀ ਨਹੀਂ ਮੰਨ ਦਿੱਤੀ, ਮੈਂ ਫਿਰ ਮਾਰਿਆ ਸਿਰ 'ਚ ਪਾਵਾ ਤੇ ਟੇਢਾ ਕਰਕੇ ਸੁੱਟਤਾ ਤੇ ਮੁੜ ਕੇ ਉੱਥੇ ਥਾਣੇ 'ਚ ਜਿਹੜਾ ਹੋਮਗਾਰਡ ਦਾ ਜਵਾਨ ਉਹਦੇ ਗੋਡੇ ਨੱਪੀ ਜਾਂਦੇ ਆ ਵੀ ਯਾਰ ਭਰਾ ਬਣ ਕੇ SHO ਨਾਲ ਮਿਲਾ ਦੇ, ਕਰਦੇ ਆ ਨਾ ਏਦਾਂ। ਸੋ ਇਹ ਸਾਰੇ ਉਹਨਾਂ ਸਾਰੇ ਲੋਕਾਂ ਵਾਸਤੇ ਵੀ ਆ ਕਿ ਅਸੀਂ ਸਾਡਾ ਜਿਹੜਾ ਹੈਗਾ ਵਿੱਤ ਘਟਦਾ ਗਿਆ ਔਰ ਜਿਹੜਾ ਇੱਕ ਛੋਟਾ ਦੁਕਾਨਦਾਰ ਵੀ ਸੀ ਉਹ ਅੱਜ ਕਿੱਥੇ ਪਹੁੰਚ ਗਿਆ। ਮੈਂ ਤੁਹਾਨੂੰ ਜਿਹੜੀ ਗੱਲ ਦੱਸਣ ਲੱਗਾ ਕਿ ਜ਼ਮੀਨ ਇਹਨਾਂ ਨੇ ਹਥਿਆਉਣੀ ਕਿਵੇਂ ਆ। ਲਵਲੀ ਯੂਨੀਵਰਸਿਟੀ ਦੇ ਵਿੱਚ ਇੱਕ ਬੰਦਾ ਆਣ ਗਿਆ ਸੀ, ਉਹ ਕਹਿੰਦਾ ਮੈਂ ਨਹੀਂ ਆਪਦੀ ਪੈੜੀ ਦੇਣੀ। ਪੁਰਾਣੇ ਬੰਦਿਆਂ ਦੀ ਜਦੋਂ ਉਹਨਾਂ ਨੇ ਉਹ ਪ੍ਰੋਜੈਕਟ ਸ਼ੁਰੂ ਕੀਤਾ, ਜਦੋਂ ਅਸੀਂ ਫਗਵਾੜੇ ਤੋਂ ਜਲੰਧਰ ਜਾਂਦੇ ਹਾਂ ਤਾਂ ਖੱਬੇ ਹੱਥ ਬੜੀ ਵੱਡੀ ਯੂਨੀਵਰਸਿਟੀ ਹੈ। ਰਸ਼ਮੀ ਮਿੱਤਲ ਦੀ ਚੇਅਰਮੈਨ ਆ, ਬੜੀ ਉਹ ਵੀ ਤਕੱਬਰ ਨਾਲ ਭਰੀ ਹੋਈ ਔਰਤ ਆ। ਖੈਰ ਉਸ ਪਾਸੇ ਨਹੀਂ ਆਪਾਂ ਜਾਣਾ। ਔਰ ਉਹ ਕਹਿੰਦਾ ਮੈਂ ਨਹੀਂ ਜ਼ਮੀਨ ਦੇਣੀ, ਭਾਵੇਂ ਮੈਨੂੰ 50 ਕਰੋੜ ਦੇ ਦਿਓ ਕਿੱਲੇ ਦਾ। ਉਹਨੇ ਅੱਜ ਵੀ ਆਪਣੀ ਜ਼ਮੀਨ ਤਾਂ ਬਚਾਈ ਹੋਈ ਆ। ਐ ਟਰੈਕਟਰ ਲੈ ਕੇ ਲੰਘਦਾ, ਹੁਣ ਉਹਦਾ ਟਰੈਕਟਰ ਵੀ ਨਹੀਂ ਜਾਣੋਂ ਰੋਕ ਸਕਦੇ। ਉਹਨਾਂ ਨੇ ਇੱਧਰੋਂ ਸੜਕ ਕੱਢਦੀ, ਇੱਧਰੋਂ ਸੜਕ ਕੱਢਦੀ, ਉਹਦੇ ਉੱਪਰ ਫਲਾਈਓਵਰ ਬਣਾਤਾ। ਉਹ ਤਾਂ ਬੰਦਾ ਚਲੋ ਬਹੁਤ ਸਬਰ ਵਾਲਾ ਔਰ ਅੜ ਗਿਆ, ਜਾਂ ਉਹਦੇ ਘਰੇ ਕੁਝ ਦਾਣੇ ਹੋਣਗੇ ਖਾਣ ਨੂੰ ਤੇ ਉਹ ਕਹਿੰਦਾ ਕੋਈ ਗੱਲ ਨਹੀਂ। ਜਿਵੇਂ ਮੈਨੂੰ ਕਹਿੰਦੇ ਆ ਮੇਰੇ ਨਾਲ ਜਿਹੜੇ ਮੁੰਡੇ ਆਉਂਦੇ ਆ ਵੀ ਉਹ ਤਾਂ ਵਕੀਲ ਆ, ਉਹਨੂੰ ਕਿਸੇ ਨੇ ਕੁਝ ਕਹਿਣਾ, ਉਹਦੇ ਘਰੇ ਤੇ 2 ਕਿੱਲੇ ਵੀ ਹੈਗੇ ਆ, ਤੁਸੀਂ ਜਾ ਕੇ ਐਵੇਂ ਪੁੜੇ ਕਟਾ ਲੈਣੇ ਉਹਦੇ ਨਾਲ।
ਕਹਿੰਦੇ ਹਨਾ ਤੁਹਾਨੂੰ ਵੀ ਜਿਹੜਾ ਕੋਈ 20 ਕਿੱਲਿਆਂ ਨੂੰ ਕਹਿੰਦੇ ਹੋਣੇ ਵੀ ਉਹਦਾ ਤੇ ਪੁੱਤਰ ਕੰਮ ਚੱਲਦਾ, ਜਾਂ ਜਿਹੜੇ ਕੋਲ 3 ਭਰਾ ਨੇ ਉਹ ਤੇ 3 ਹੈਗੇ ਆ, ਤੂੰ ਐਵੇਂ ਨਾਲ ਤੁਰਿਆ ਫਿਰਦਾ ਧੱਕੇ ਖਾ। ਵੱਖੋ ਵੱਖਰੇ ਤਰੀਕੇ ਨਾਲ ਤੁਹਾਨੂੰ ਵਲਦੇ ਹੈ ਨਾ। ਇੱਥੇ ਸਕੂਲ ਦਾ ਮਸਲਾ ਸੀ, ਸਵੇਰੇ ਅਸੀਂ ਗਏ, ਕਹਿੰਦੇ ਜੀ ਆਏ ਆ ਜਾਓ, ਤੁਸੀਂ ਆ ਜਾਓ ਤੁਹਾਡੇ ਪਰ। ਮੈਂ ਕਿਹਾ ਜੀ ਆ ਸਾਰੇ ਬੰਦੇ ਅੱਜ ਸਾਰਿਆਂ ਦਾ ਕਰਨਾ ਤਾਂ ਠੀਕ ਹੈ ਨੇ, ਤੇ ਅਸੀਂ ਵਿਕਾਊ ਮਾਲ ਨਹੀਂ ਹੈਗਾ ਵੀ ਸਾਨੂੰ ਅੰਦਰ ਵਾੜ ਕੇ ਸਮੋਸੇ ਖਵਾ ਲਓ ਤੇ ਅਸੀਂ ਬਾਹਰ ਜਾ ਕੇ ਕਹਿ ਦਈਏ ਭਾਈ ਤੁਹਾਡਾ ਕਰਾ ਦਿੰਦੇ, ਬਾਕੀਆਂ ਨੂੰ ਮਾਰੋ ਗੋਲੂ। ਸੋ ਜਿਹੜੇ ਲੋਕ ਉਹ, ਜਿਵੇਂ ਤੁਹਾਨੂੰ ਉਹਨਾਂ ਦੀ ਉਦਾਹਰਨ ਦਿੱਤੀ ਆ ਕਿ ਉਹ ਸਿਰ ਵਾਲਾ ਬੰਦਾ ਸੀ ਅੜ ਗਿਆ, ਜਿਹੜੇ ਦੂਜੇ ਵਿਅਕਤੀ ਨੇ ਜਦੋਂ ਤੁਹਾਡੇ ਨਾਲ ਨਿਗਾਹ ਮਾਰ ਕੇ ਵੇਖੋ, ਆਪਦੇ ਖੇਤ ਚ ਆਪਦੀ ਨਿਗਾਹ ਲੈ ਕੇ ਜਾਓ 1 ਮਿੰਟ ਲਈ ਕਿ ਤੁਹਾਡੀ ਕੋਈ 5 ਕਿੱਲਿਆਂ ਦੀ ਲੈਣ ਆ ਜਾਂ 10 ਕਿੱਲਿਆਂ ਦਾ ਟੱਕ ਹੈ, ਉਹਦੇ ਨਾਲ ਜਦੋਂ ਗੁਆਂਢੀ ਨੇ ਜ਼ਮੀਨ ਦੇ ਦਿੱਤੀ, ਉਹਨਾਂ ਨੇ ਆਪਦੇ ਹਿਸਾਬ ਨਾਲ ਥੰਮੀਆਂ ਲਾਉਣੀਆਂ, ਵਾੜਾਂ ਲਾਉਣੀਆਂ। ਹੁਣ ਤੇ ਹੱਲ ਨਾਲ ਵੀ ਵੱਟ ਧੱਕੀ ਜਾਵੇ, ਜਾਂ ਕਿਤੇ ਅਗਲਾ ਵਿੱਚ ਜੇ ਰਾਤ ਬਰਾਤੇ ਸ਼ਰਾਰਤ ਨਾਲ ਵਿੱਚ ਬੁਰਜੀ ਕੱਢ ਜੇ ਔਰ ਕਿਤੇ ਸਾਡਾ ਫਾਲਾ ਵੀ ਟੁੱਟ ਜੇ ਨਾ ਖਹਿ ਕੇ ਤੇ ਹੱਲ ਵਿੰਗੀ ਹੋਵੇ, ਅਗਲੇ ਨੂੰ ਕਹਿੰਦੇ ਆ ਪੈਸੇ ਦੇ ਮਿਸਤਰੀ ਨੂੰ ਜਾ ਕੇ, ਤੇਰਾ ਕਰਕੇ ਵਿੰਗੀ ਹੋਈ ਹੈ। ਕਰਦੇ ਆ ਨਾ ਇਦਾਂ, ਨਹੀਂ ਤੇ ਉਹਦੇ ਘਰੇ ਗੇੜੇ ਤੇ ਗੇੜਾ ਰੱਖੀ ਆਉਂਦੇ ਆ। ਉਦੋਂ ਕੀ ਹੈ ਕਿ ਤੁਸੀਂ ਮੈਨੇਜਰ ਕੋਲ ਜਾਓਗੇ, ਉਹਨੇ ਕਹਿਣਾ ਮੇਰੇ ਤਾਂ ਵਾਸੀ ਕੁਛ ਨਹੀਂ, ਤਾਂ ਸਾਰਾ ਕੁਝ ਦਿੱਲੀੋਂ ਬੰਬੇ ਤੋਂ ਚੱਲਦਾ ਵਾ। ਹੁਣ ਸਾਡੀ ਤੇ ਮੋਗੇ ਜਾਣ ਦੀ ਕਾਦੀ, ਸਾਡੇ ਚ ਬਹੁਤੇ ਲੁਧਿਆਣੇ ਜਾਓਗੇ 3-4 ਦਿਨ ਦੱਸਦੇ ਰਹਿੰਦੇ, ਗੁਰੂਆ ਮੈਂ ਲੁਧਿਆਣੇ ਗਿਆ, ਹਾਂ ਯਾਰ ਬੜਾ ਥੱਕ ਗਿਆ, ਬੜਾ ਉੱਥੇ ਰਸ਼ ਬੜਾ ਸੀ, ਉੱਥੇ ਗਰਮੀ ਬੜੀ ਸੀ, ਉੱਥੇ ਪ੍ਰਦੂਸ਼ਣ ਬੜਾ ਸੀ, ਉੱਥੇ ਦੁਕਾਨਾਂ ਬੜੀਆਂ ਵੱਡੀਆਂ ਸੀ, ਫਲਾਣੀ ਚੀਜ਼ ਮਹਿੰਗੀ ਬੜੀ ਸੀ। ਗੋਲ ਗੱਪਿਆਂ ਦੇ ਵੀ ਸਿਫਤਾਂ ਕਰੀ ਜਾਂਦੇ, ਗੋਲ ਗੱਪੇ ਖਾਦੇ ਸਵਾਦ ਬੜੇ ਸੀ ਲੁਧਿਆਣਿਓਂ। ਤੇ ਜੇ ਕੋਈ ਪਰਾਂ ਚੰਡੀਗੜ੍ਹ ਜਾਵੇ, ਭਾਵੇਂ ਤਰੀਕ ਭੁਗਤ ਨਹੀਂ ਜਾਵੇ, ਤੇ ਉਹ ਤੇ ਮਹੀਨਾ ਮੁੜ ਕੇ ਸਿਰ ਖਾਂਦਾ ਰਹਿੰਦਾ। ਮੈਂ ਚੰਡੀਗੜ੍ਹ ਗਿਆ ਹਾਂ, ਉੱਥੇ ਫਿਰ ਚਲੇ ਗਏ, ਉੱਥੇ ਨਾ ਕੁਲਚੇ ਬੜੇ ਸਵਾਦ ਸੀ। ਸੋ ਬੰਬੇ ਤਾਂ ਅਸੀਂ ਕਿੱਥੋਂ ਜਾਣਾ, ਔਰ ਉਹ ਸਾਰਾ ਕੰਮ ਚੱਲਣਾ ਜੀ ਉੱਥੋਂ। ਔਰ ਜਿਹੜੇ ਮੈਂ ਤੁਹਾਨੂੰ ਉਹਨਾਂ ਦੀ ਗੱਲ ਦੱਸ ਰਿਹਾ, ਜਿਹੜੇ ਸਹਿਬੇ ਹੈਸੀਅਤ ਲੋਕ ਆ, ਕਿ ਉਹਦੇ ਨਾਲ ਜਦੋਂ ਸਾਰੀ ਜ਼ਮੀਨ ਠੇਕੇ ਤੇ ਦੇਤੀ ਅਗਲੇ ਨੇ, ਔਰ ਤੁਹਾਡੀ ਜ਼ਮੀਨ ਦੇ ਨਾਲ ਅਗਲੇ ਕਹਿਣਗੇ ਜੀ ਅਸੀਂ ਇੱਥੇ ਮੱਛੀ ਫਾਰਮ ਬਣਾਉਣਾ, ਜਾਂ ਅਸੀਂ ਜੀ ਸਰਕਾਰ ਨਾਲ ਕੰਟਰੈਕਟ ਕਰ ਲਿਆ ਕਿ ਇੱਥੋਂ ਜਿਹੜੀ ਹੈਗੀ ਆ ਰੇਤ ਕੱਢ ਕੇ ਜਾਂ ਕੋਈ ਹੋਰ ਬਰਾਨੀ ਮਿੱਟੀ ਕੱਢ, ਕਿਉਂਕਿ ਅਗਲੇ ਨੇ ਜ਼ਮੀਨ ਠੇਕੇ ਤੇ ਲਈ ਆ, ਕਾਗਜ਼ ਰੱਖੇ ਹੋਏ ਆ। ਤੇ ਜਦੋਂ ਤੁਹਾਡੀ ਹੌਲੀ ਹੌਲੀ ਮਰਲਾ ਕਰਕੇ ਸਰਸਾਈ ਕਰਕੇ ਡਿੱਗਦੀ ਗਈ ਵਿੱਚ, ਜਦੋਂ 20 ਕਿੱਲੇ ਵਾਲੇ ਟੱਕ ਚੋਂ 5-4 ਕਿੱਲੇ ਥੱਲੇ ਜਾਵੇ, ਤੁਸੀਂ ਆਪ ਹੀ ਉਹਨੂੰ ਕਹਿਣਾ ਵੀ ਨਹੀਂ ਤੇ ਪਟਵਾਰੀ ਦੀਆਂ ਫਰਦਾਂ 'ਚ ਰਹਿ ਜਾਣੀਆਂ, ਇੱਥੇ ਤੇ ਬਚਣਾ ਹੀ ਕੁਛ ਨਹੀਂ। ਤੇ ਸੋ ਲੈ ਲਾ। ਸੋ ਇਹ ਸਾਰੀਆਂ ਗੱਲਾਂ ਨੇ ਮੋਟਾ ਮੈਂ ਤੁਹਾਨੂੰ ਅਗਰ ਤੀਸਰਾ ਜਿਹੜਾ ਐਕਟ ਅਖੀਰ ਦੇ ਉੱਪਰ ਰਹਿ ਗਿਆ, ਸਮਾਂ ਮੈਂ ਕਾਫੀ ਲੈ ਲਿਆ, ਸ਼ਾਇਦ ਕੁਛ ਮੈਨੂੰ ਵੀ ਆਦਤ ਆ, ਮੈਨੂੰ ਲੱਗਦਾ ਹੁੰਦਾ ਕਿ ਜੇ 2 ਗੱਲਾਂ ਤੁਹਾਨੂੰ ਅੱਗੇ ਜਾ ਕੇ ਤੁਸੀਂ ਦੱਸ ਸਕੋ। ਜਿਹੜਾ ਐਸੈਂਸ਼ੀਅਲ ਕਮੋਡਿਟੀ ਐਕਟ ਹੈ, ਉਹਦੇ 'ਚ ਇਹਨਾਂ ਨੇ ਖੁੱਲ੍ਹ ਦੇਤੀ ਹੈ ਕਿ ਤੁਸੀਂ ਜਿੰਨਾ ਮਰਜ਼ੀ ਜਿਹੜਾ ਹੈਗਾ ਚੀਜ਼ਾਂ ਨੂੰ ਸਟਾਕ ਕਰ ਸਕਦੇ ਜੇ। ਔਰ ਬਹੁਤੇ ਲੋਕਾਂ ਨੂੰ ਇਹ ਨਹੀਂ ਪਤਾ ਵੀ ਉਹਦੇ 'ਚ ਕੀ ਆਉਂਦਾ ਵਾ। ਉਹਦੇ 'ਚ ਆਲੂ ਆਉਂਦੇ ਆ, ਗੰਢੇ ਆਉਂਦੇ ਆ, ਦਾਲਾਂ ਆਉਂਦੀਆਂ ਵਾ, ਉਹਦੇ 'ਚ ਪੈਟਰੋਲੀਅਮ ਜਿਹੜਾ ਤੇਲ, ਡੀਜ਼ਲ, ਗਰੀਸ ਸਾਰਾ ਕੁਝ ਆਉਂਦਾ। ਪਹਿਲਾਂ ਕੀ ਸੀ ਕਿ ਜੇ ਕੋਈ ਲਾਲਾ ਬਾਣੀਆਂ ਕੋਈ ਜਿਹੜਾ ਹੈਗਾ ਸਟੋਰ ਵਾਲਾ ਚੀਜ਼ਾਂ ਨੂੰ ਸਟੋਰ ਕਰਕੇ ਰੱਖਦਾ ਹੈ, ਤਾਂ ਤੁਸੀਂ ਜਿਹੜਾ ਹੈਗਾ ਸ਼ਿਕਾਇਤ ਕਰ ਸਕਦੇ ਜੇ ਡੀਸੀ ਨੂੰ ਜਾਂ ਕਿਸੇ ਹੋਰ ਨੂੰ ਕਿ ਕੰਟਰੋਲ ਰੇਟ ਤੇ ਵੇਚੀਆਂ ਜਾਣ। ਹੁਣ ਕੀ ਆ ਕਿ ਉਹਦੀ ਮਰਜ਼ੀ ਹੋਊਗੀ, ਜਿੰਨਾ ਮਰਜ਼ੀ ਰੇਟ ਲਾਵੇ ਔਰ ਜਿੰਨਾ ਮਰਜ਼ੀ ਚੀਜ਼ਾਂ ਨੂੰ ਸਟਾਕ ਕਰ ਸਕੇ। ਔਰ ਉਹਦੇ 'ਚ ਉਹਨਾਂ ਨੇ ਇਹ ਨਹੀਂ ਕਹਿਣਾ ਕਿ ਕਿਸਾਨ ਨੂੰ ਮਹਿੰਗੀ ਲਾਉਣੀ ਆ ਔਰ ਦੁਕਾਨਦਾਰ ਨੂੰ ਸਸਤੀ ਲਾ ਦਿੰਦੇ ਆ। ਸੋ ਇਹਨਾਂ ਸਾਰੇ ਜਿਹੜਾ ਹੈਗਾ ਲੋਕਾਂ ਦੇ ਉੱਪਰ ਉਹ ਬਾਜ਼ ਗਿਰਨੀ ਆ। ਔਰ ਬਿਜਲੀ ਸੋਧ ਬਿੱਲ ਜਿਹੜਾ 2020 ਹੈ, ਉਹਦੇ ਬਾਰੇ ਤੁਹਾਨੂੰ ਇਹਨਾਂ ਨੇ ਸ਼ੁਰੂ 'ਚ ਦੱਸ ਹੀ ਦਿੱਤਾ ਕਿ ਜਿਹੜਾ ਮੋਟਰਾਂ ਦੇ ਬਿੱਲ ਲਾਉਣ ਜਾ ਰਹੀ ਹੈ ਸਰਕਾਰ, ਔਰ ਸਾਡੇ ਜਿਹੜੇ ਦਲਿਤ ਮਜ਼ਦੂਰ ਭਰਾ ਨੇ ਉਹਨਾਂ ਦੀ ਜਿਹੜੀ 200 ਯੂਨਿਟ ਮਾਫ ਆ, ਉਹ ਵੀ ਤੁਹਾਡੇ ਤੋਂ ਲੈਣ ਜਾ ਰਹੇ ਆ। ਔਰ ਸਵਾਮੀਨਾਥਨ ਕਮਿਸ਼ਨ 'ਚ, ਕਿਉਂਕਿ ਕਾਗਜ਼ਾਂ 'ਚ ਫਾਈਲਾਂ 'ਚ ਬਹੁਤ ਕੁਛ ਆ। ਇੱਕ CACP ਨਾਮ ਦੀ ਸੰਸਥਾ ਵਾ, ਕਮਿਸ਼ਨ ਫਾਰ ਐਗਰੀਕਲਚਰ ਕਾਸਟ ਐਂਡ ਪ੍ਰਾਈਸਿਸ, ਉਹਦੇ 'ਚ 23 ਫਸਲਾਂ ਨੇ, ਜਿਹਦੇ 'ਚ ਮਕਈ ਵੀ ਆ। ਹੁਣ ਇਹ ਕਹਿੰਦੇ MSP ਖਤਮ ਨਹੀਂ ਹੋਣਾ, ਇਹਨਾਂ ਨੂੰ ਪੁੱਛੋ ਮਕਈ ਦਾ ਕੀ ਹਾਲ ਹੈ। 600-700 ਤੋਂ ਵੱਧ ਕੋਈ ਮਕਈ ਲੈਣ ਨੂੰ ਤਿਆਰ ਨਹੀਂ। ਔਰ ਜਿਹੜਾ E-NAM ਪ੍ਰੋਗਰਾਮ ਇਹ ਕਹਿੰਦੇ ਆ ਨਾ ਕਿ ਤੁਸੀਂ ਇੰਟਰਨੈਟ ਤੇ ਵੇਚ ਲਿਆ ਕਰੋਗੇ ਆਪਦੀ ਕਣਕ, ਸੈਂਪਲ ਵਿਖਾ ਕੇ, 2006 ਚ ਬਿਹਾਰ 'ਚ ਸ਼ੁਰੂ ਕਰਤਾ ਸੀਗਾ। ਔਰ ਬਿਹਾਰ ਦੇ ਕਿਸਾਨ ਦੀ ਆਮਦਨੀ ਸਾਲ ਦੀ ਕਿੰਨੀ ਹੈ? 2900 ਕੁਛ ਰੁਪਏ। ਔਰ ਪੰਜਾਬ ਦੀ ਕਿੰਨੀ ਹੈ? 28373 ਰੁਪਏ ਐਵਰੇਜ ਜਿਹੜੀ ਹੈ। ਹਰਿਆਣੇ ਦੀ 18000 ਕੁਛ ਹੈ। ਸੋ ਫਰਕ ਦੇਖੋ, ਉੱਥੇ ਮਾਡਲ ਇਹਨਾਂ ਦਾ ਫੇਲ ਹੋ ਚੁੱਕਿਆ। ਔਰ ਜਿਹੜੇ ਸਾਡੇ ਕਾਂਗਰਸੀ ਭਰਾ ਨੇ ਇਹ ਕਹਿੰਦੇ ਕਿ ਅਸੀਂ ਤਾਂ ਤੁਹਾਡੇ ਨਾਲ ਆ। ਕੈਪਟਨ ਅਮਰਿੰਦਰ ਸਿੰਘ ਨੇ ਜਿਹੜਾ ਹੈਗਾ ਪਾਸ ਕਰਤਾ ਵਿਧਾਨ ਸਭਾ 'ਚ। ਜਦੋਂ ਸਰਕਾਰ ਬਣੀ ਆ 4 ਫਰਵਰੀ ਨੂੰ ਵੋਟਾਂ ਪਈਆਂ ਆ 2017 ਚ, ਔਰ 14 ਅਗਸਤ 2017 ਚ ਕੈਪਟਨ ਅਮਰਿੰਦਰ ਸਿੰਘ ਨੇ ਜਿਹੜਾ ਹੈਗਾ ਆਉਂਦਿਆਂ ਸਹੀ ਪਾ ਕੇ ਕੋਈ ਗੱਲ ਤਜਵੀਜ਼ ਜਿਹੜੀ ਹੈਗੀ ਹੈ ਕਹਿਤਾ ਕਿ ਠੀਕ ਹੈ ਜੀ APMC ਜਿਹੜੀ ਹੈਗੀ ਹੈ ਤੋੜ ਦਿਓ। ਸੋ ਪਹਿਲਾਂ ਤੁਸੀਂ ਆਪ ਹੀ ਕਹਿੰਦੇ ਹੋ ਕਿ ਠੀਕ ਹੈ ਤੋੜ ਦਿਓ, ਔਰ ਹੁਣ ਗੋਂਗਲੋਂ ਤੋਂ ਮਿੱਟੀ ਝਾੜਨ ਲਈ ਲੋਕਾਂ ਦੇ ਅਥਰੂ ਪੁੰਝਣ ਵਾਸਤੇ ਜਿਹੜਾ ਹੈਗਾ ਇਹ ਡਰਾਮਾ ਕਰਦੇ ਹੋ ਕਿ ਮੈਂ ਵਿਧਾਨ ਸਭਾ ਚ ਇਹਨੂੰ ਜਿਹੜਾ ਰੱਦ ਕਰਤਾ। ਸੋ ਅਖੀਰ ਦੇ ਵਿੱਚ ਤੁਸੀਂ ਸਾਰੇ ਆਏ ਹੋ, ਜਾਗੇ ਹੋ, ਅਸੀਂ ਵੀ ਜਿੰਨਾ ਸਾਡਾ ਵਿੱਚ ਆ ਸਮਾਂ ਕੱਢ ਕੇ ਤੁਹਾਡੇ 'ਚ ਆਏ ਆ। ਔਰ ਅਗਾਂਹ ਵੀ ਜੋ ਵੀ ਜਥੇਬੰਦੀ ਪ੍ਰੋਗਰਾਮ ਲਿਖੂਗੀ ਨਿਰਸਵਾਰਥ ਹੋ ਕੇ ਵੋਲੰਟਰਲੀ ਜਿੰਨੇ ਜੋਗੇ ਵੀ ਹੈਗੇ ਆ ਸਾਥ ਸਹਿਯੋਗ ਦਿਆਂਗੇ। ਕੋਈ ਸ਼ੇਰ ਹੈ ਨਾ ਕਿ
जुबान मिली भी तो कब बेजुबानों को जब सुनाने के लिए कोई दास्तां ही ना रही। अगर हुण भी ना असीं बोले, हुण भी ना असीं उठे, तो हुण हालात हो जाने कि जो सुनाउण वास्ते कोई दास्तान ही ना रही। जाए कुछ सुरजीत पात्र एक थां ते लिखदा कि इत्थों कुल परिंदे उड़ गए, इत्थों मेघ भी आउंदे मुड़ गए, इत्थे करन अजकल बिरख भी किते होर जाण दे मशवरे। ਅਸੀਂ ਧਰਤੀ ਨੂੰ ਉੱਥੇ ਲੈ ਆਏ ਆ ਵੀ ਇੱਥੋਂ ਦੇ ਜਿਹੜੇ ਰੁੱਖ ਆ ਇਹ ਵੀ ਕਹਿੰਦੇ ਆ ਵੀ ਇੱਥੋਂ ਕਿਤੇ ਉੱਡ ਪੁੱਟ ਜਾਈਏ, ਦਫਾ ਹੋ ਜਾਈਏ ਇਸ ਕਿੱਤੇ ਨੂੰ ਛੱਡ ਕੇ। ਔਰ ਹਿਜਰਤ ਕਰਕੇ ਬਹੁਤ ਸਾਰੇ ਲੋਕਾਂ ਨੂੰ ਇਹ ਲੱਗਦਾ ਵੀ ਕੁੜੀ ਮੁੰਡੇ ਨੂੰ ਬਾਹਰ ਘੱਲ ਦਿਆਂਗੇ ਤੇ ਸਾਡਾ ਸ਼ਹਿਰ ਜਿਹੜਾ ਹੈਗਾ ਭੱਜਣਾ ਜਿਹੜਾ ਹੈਗਾ ਕਿਸੇ ਵੀ ਮੁਸੀਬਤ ਦਾ ਹੱਲ ਨਹੀਂ। ਜਿੰਨਾ ਭੱਜੋਗੇ ਅਗਲਾ ਹੋਰ ਭਜਾਊਗਾ। ਪਿੰਡ 'ਚ ਵੀ ਹੁੰਦਾ ਨਾ ਜਿਹੜਾ ਜਿੰਨਾ ਡਰਦਾ ਉਹਨੂੰ ਅਗਲਾ ਉਨਾ ਹੀ ਡਰਾਉਂਦਾ। ਅਖੀਰ ਤਾਂ ਜਿਹਨੂੰ ਕਹਿੰਦੇ ਆ ਅੱਖ ਚੱਬਣਾ ਹੀ ਪੈਂਦਾ। ਜੇ ਪਹਿਲਾਂ ਚੱਬ ਲਓਗੇ ਵਕਤ ਰਹਿੰਦਿਆਂ ਤੇ ਰੋਟੀ ਬਚ ਜੂਗੀ। ਇਹ ਰੋਟੀ ਦੀ ਹੋਂਦ ਦੀ ਚੁੱਲ੍ਹੇ ਦੀ ਲੜਾਈ ਔਰ ਇਹਦੇ 'ਚ ਸਾਰਿਆਂ ਨੇ ਰਗੜੇ ਜਾਣਾ ਵਾ। ਪਿੰਡਾਂ 'ਚ ਜਿਹੜੇ ਸਾਡੇ ਕੋਈ ਵੀਰ ਭਰਾ ਨੇ ਉਹਨਾਂ ਨੂੰ ਦੱਸਿਆ ਕਰੋ, ਉਹਨਾਂ ਨੂੰ ਕਹੋ ਕਿ ਜਿਹੜਾ ਹੈਗਾ ਤਗੜੇ ਹੋਈਏ, ਚੱਲੀਏ। ਕੋਈ ਜੇ ਸਾਨੂੰ ਕਿਸੇ ਨੇ ਫਾਇਰ ਹੀ ਲਾਇਆ ਤੇ ਤੁਹਾਨੂੰ ਵੀ ਨਹੀਂ ਲਾ ਦੇਣਾ। ਨਹੀਂ ਵੀ ਤੁਰਦੇ ਇੱਕ ਵਾਰੀ ਦੋ ਵਾਰੀ ਵਾਰ-ਵਾਰ ਕਹੋ। ਜਦੋਂ ਕਿਤੇ ਕੁੜੀ ਮੁੰਡੇ ਦਾ ਰਿਸ਼ਤਾ ਕਰਦੇ ਆ ਘਰ ਸਾਹਮਣੇ ਚੰਗਾ ਹੁੰਦਾ ਤੇ ਵਾਰ-ਵਾਰ ਕਹਿੰਦੇ ਆ ਨਾ ਯਾਰ ਇੱਕ ਵਾਰੀ ਫਿਰ ਪੁੱਛਾਂ ਇੱਕ ਵਾਰ ਉਹਨਾਂ ਨੂੰ ਕਹੀਂ ਸਾਡੇ ਬਾਰੇ ਫਲਾਣੇ ਬੰਦੇ ਨੂੰ ਪੁੱਛ, ਸਾਡੇ ਬਾਰੇ ਸਰਪੰਚ ਨੂੰ ਪੁੱਛੀ ਇੱਕ ਵਾਰ, ਸਾਡੇ ਬਾਰੇ ਫਲਾਣੇ ਨੂੰ ਕੁਛ ਨਹੀਂ। ਵਾਰ-ਵਾਰ ਕਹਿੰਦੇ ਆ ਨਾ ਵੀ ਕਿਤੇ ਹੱਥੋਂ ਨਾ ਨਿਕਲ ਜੇ। ਜਾਂ ਸਾਡਾ ਕੋਈ ਆਪਦਾ ਨਿੱਜੀ ਕੰਮ ਹੁੰਦਾ ਕਿਤੇ ਸਿਫਾਰਿਸ਼ ਪਾਉਣੀ ਆ, ਪੈਸੇ ਚੁੱਕੀ ਫਿਰਦੇ ਆ ਯਾਰ 2 ਲੱਖ ਗੁਰੂਆ 50,000 ਹੋਰ ਦੇ ਦਿਆਂਗੇ ਉਹਨੂੰ, ਕਹੀਂ ਹੋਰ ਦੇ ਦਿਆਂਗੇ 50,000। ਮੈਂ ਬਾਪੂ ਨਾਲ ਗੱਲ ਕੀਤੀ ਸੀ, ਕੋਈ ਗੱਲ ਨਹੀਂ, ਕੰਮ ਹੋਣਾ ਚਾਹੀਦਾ। ਸੋ ਉਵੇਂ ਇਹ ਸਾਡੀ ਲੜਾਈ ਹੈ। ਔਰ ਇਹਦੇ 'ਚ ਭਾਵੇਂ ਕੋਈ 5 ਕਿੱਲਿਆਂ ਵਾਲਾ, ਭਾਵੇਂ ਕੋਈ 50 ਵਾਲਾ, ਭਾਵੇਂ ਕੋਈ ਦੁਕਾਨਦਾਰ ਹੈ, ਵਧਾਂਗੇ ਤੇ ਸਾਡੇ ਵਾਲੀ ਦੇਖੋ ਜੇ ਅਸੀਂ ਹਾਂ, ਮੈਂ ਚੰਗਾ ਭਲਾ ਮੇਰਾ ਕੰਮਕਾਰ ਆ, ਘਰੇ ਰੋਟੀ ਹੈ, ਸਭ ਕੁਛ ਆ, ਟੁੱਟੜ ਫੁੱਟੜ ਆਪਦਾ ਸ਼ਹਿਰੀ ਜਾ ਕੇ ਮੁੜ ਸਕਦੇ ਹਾਂ। ਇਹ ਸਾਰੇ ਜਿਨ੍ਹਾਂ ਦੇ ਅਸੀਂ ਖਿਲਾਫ ਬੋਲਦੇ ਪਏ ਸਾਰੇ ਮੇਰੇ ਦੋਸਤ ਨੇ। ਤਿੰਨ SHO ਨੇ ਇੱਥੇ ਕੁੱਲਗੜੀ, ਸਦਰ ਔਰ ਸਿਟੀ, ਜਿਹੜੇ ਪਹਿਲਾਂ ਸੀ ਜਾਂ ਉਹਨਾਂ 'ਚ ਹੁਣ ਵੀ SDM ਸਾਹਿਬ ਨੇ, ਹੋਰ ਵੀ ਨੇ। ਪਰ ਜਿੱਥੇ ਤੁਹਾਡੇ ਹੱਕ ਦੀ ਹਿੱਤ ਦੀ ਲੜਾਈ ਹੈ, ਗੁਰੂ ਨਾਨਕ ਸਾਹਿਬ ਮਹਿਤਾ ਕਾਲੂ ਦੇ ਖਿਲਾਫ ਹੋ ਕੇ ਚਲੇ ਗਏ ਸੀ। ਨਹੀਂ ਤੇ ਅਸੀਂ ਤਾਂ ਉਹਨਾਂ ਨੂੰ ਵੀ ਵੰਡ ਲਿਆ। ਮੈਂ ਕੱਲ ਵੀ ਗੱਲ ਕੀਤੀ ਸੀ ਸਾਡੀਆਂ ਕਮਜ਼ੋਰੀਆਂ ਕੀ ਨੇ। ਅਸੀਂ ਕਹਿੰਦੇ ਹਾਂ ਗੁਰੂ ਨਾਨਕ ਸਾਹਿਬ ਬੇਦੀ ਹੈ, ਗੁਰੂ ਗੋਬਿੰਦ ਸਿੰਘ ਜਾਂ ਗੁਰੂ ਹਰਗੋਬਿੰਦ ਸਾਹਿਬ ਜਾਂ ਗੁਰੂ ਰਾਮਦਾਸ ਉਹ ਸੋਢੀ ਹੈ, ਗੁਰੂ ਅਮਰਦਾਸ ਭੱਲਾ, ਜਿਹੜੇ ਮੁਕਤਸਰ ਵਾਲੇ ਉਹ ਮਲਵਈ ਨੇ, ਜਿਹੜੇ ਤਰਨਤਾਰਨ ਵਾਲੇ ਉਹ ਭਾਊ ਨੇ, ਜਿਹੜੇ ਉਧਰੋਂ ਆਏ ਉਹ ਲਾਹੌਰੀਏ ਨੇ, ਇੱਧਰ ਰਾਜੇ ਜੰਗਾਂ ਦੀ ਪੱਤੀ ਆ, ਭੁੱਲਰਾਂ ਦੀ ਆ, ਫਲਾਨੀ ਧਮਕਾਨੀ, ਵੰਡੀਆਂ ਹੀ ਅਸੀਂ ਇੰਨੀਆਂ ਕੁ ਪਾਈਆਂ ਹੋਈਆਂ। ਪ੍ਰਧਾਨ ਜੀ ਸਾਹਿਬ ਜਸਵੀਰ ਸਿੰਘ ਜੀ ਕੱਲ ਉੱਥੇ ਬੋਲ ਰਹੇ ਸੀ ਕਿ ਅੱਜ ਤੋਂ 15 ਸਾਲ ਪਹਿਲਾਂ ਜਿਹੜਾ ਪੰਚਾਇਤਾਂ ਦਾ ਬੜਾ ਸਾਫ਼ ਸੁਥਰਾ ਸਿਸਟਮ ਹੁੰਦਾ ਸੀ ਤੇ ਪਿੰਡ 'ਚ ਕੋਈ ਦਖਲ ਨਹੀਂ ਦਿੰਦਾ ਸੀ। ਹੁਣ ਉਹਨਾਂ ਨੇ ਇਸ ਹਿਸਾਬ ਨਾਲ ਇਨਫਿਲਟ੍ਰੇਸ਼ਨ ਕੀਤੀ ਹੈ। ਸਾਡਾ ਤਾਂ ਪੂਰਾ ਜ਼ਿਲ੍ਹਾ, ਇਕੱਲਾ ਹਲਕਾ ਨਹੀਂ, ਮੈਂ ਉਹਦੇ ਨੂੰ ਦੱਸਿਆ ਸੀ 641 ਪਿੰਡ ਨੇ, 137 ਪਿੰਡ ਫਿਰੋਜ਼ਪੁਰ ਸ਼ਹਿਰੀ ਦੇ ਔਰ ਬਾਕੀ ਤਿੰਨਾਂ ਹਲਕਿਆਂ 'ਚ। ਜੀਰੇ ਹਲਕੇ ਤੋਂ ਸ਼ੁਰੂ ਹੋ ਜਾਓ, ਇੱਥੇ ਕੋਈ ਮਾਈ ਦਾ ਲਾਲ ਕਹਿ ਦੇ ਵੀ ਵੋਟਾਂ ਪਾ ਕੇ ਸਰਪੰਚ ਚੁਣਿਆ ਵਾ। ਗੁਰਦੁਆਰਾ ਸਾਹਿਬ ਗੁਰੂ ਸਾਹਿਬ ਦੀ ਹਜ਼ੂਰੀ 'ਚ ਜਾ ਕੇ ਨਾ ਆਪਦੇ ਧੀ ਪੁੱਤ ਦੇ ਹੱਥ ਤੇ ਰੱਖ ਕੇ ਕਹਿ ਦੇਵੇ ਕਿ ਹਾਂ ਵੋਟਾਂ ਪਾ ਕੇ ਚੁਣਿਆ। ਸੋ ਇਹ ਸਾਰੀਆਂ ਗੱਲਾਂ ਨੇ, ਇਹੋ ਜਿਹੀਆਂ ਗੱਲਾਂ ਕਰਾਂਗੇ ਤੇ ਇਹਨਾਂ ਕਹਿਣਾ ਰਾਜਨੀਤਿਕ ਫਲਾਣਾ ਕਾਂਗਰਸੀ ਹੈ, ਫਲਾਣਾ ਬਹੁਜਨ ਸਮਾਜ ਜਿਹੜਾ, ਫਲਾਣਾ ਆਮ ਆਦਮੀ ਪਾਰਟੀ ਵਾਲਾ, ਉਸ ਚੱਕਰ 'ਚ ਨਹੀਂ ਆਪਾਂ ਪੈਣਾ। ਅਵੇਅਰ ਕਰੀਏ। ਅੰਗਰੇਜ਼ੀ ਦੀ ਕਹਾਵਤ ਹੈ ਕਿ ਅਵੇਅਰਨੈਸ ਇਜ਼ ਦਾ ਐਮਪਾਵਰਮੈਂਟ। ਜਾਗਰੂਕਤਾ ਸਭ ਤੋਂ ਵੱਡੀ ਤਾਕਤ ਹੈ। ਜੇ ਜਾਗਦੇ ਆ ਤੇ ਕੋਈ ਤੁਹਾਨੂੰ ਸੜਕ ਤੇ ਰੋਕ ਕੇ 3-5 ਨਹੀਂ ਕਹਿ ਸਕਦਾ, ਤੁਹਾਨੂੰ ਦਬਕਾ ਨਹੀਂ ਮਾਰ ਸਕਦਾ, ਕਿਉਂਕਿ ਜਿਹੜੇ ਕਾਨੂੰਨ ਨੇ ਇਹਨਾਂ ਦੇ ਹੱਥ 'ਚ ਡੰਡੇ ਔਰ ਫੜਾਏ ਔਰ ਇਹਨਾਂ ਦੇ ਡੱਬਾਂ 'ਚ ਪਿਸਤੌਲ ਪਵਾਏ ਔਰ ਇਹਨਾਂ ਦੇ ਮੋਢਿਆਂ ਤੇ ਸਟਾਰ ਲਵਾਏ ਆ, ਉਸੇ ਕਾਨੂੰਨ ਨੇ ਤੁਹਾਨੂੰ ਇੱਥੇ ਬਹਿ ਕੇ ਧਰਨਾ ਲਾਉਣ ਦਾ ਹੱਕ ਦਿੱਤਾ। ਜਮਹੂਰੀਅਤ ਤੇ ਡੈਮੋਕ੍ਰੇਸੀ ਅਸੀਂ ਕਹਿੰਦੇ ਨਾ ਕਿ ਹਿੰਦੁਸਤਾਨ ਜਿਹੜਾ ਹੈਗਾ ਸੰਸਾਰ ਦੀ ਸਭ ਤੋਂ ਵੱਡੀ, ਇੰਡੀਅਨ ਡੈਮੋਕ੍ਰੇਸੀ ਇਜ਼ ਦਾ ਲਾਰਜੈਸਟ ਡੈਮੋਕ੍ਰੇਸੀ ਇਨ ਦਾ ਵਰਲਡ। ਔਰ ਅਬਰਾਹਮ ਲਿੰਕਨ ਜਿਹੜਾ 16ਵਾਂ ਰਾਸ਼ਟਰਪਤੀ ਹੋਇਆ ਅਮਰੀਕਾ ਦਾ, ਉਹਨੇ ਕਿਹਾ ਸੀ ਕਿ ਡੈਮੋਕ੍ਰੇਸੀ ਇਜ਼ ਦਾ ਗਵਰਨਮੈਂਟ ਆਫ ਦਾ ਪੀਪਲ, ਬਾਏ ਦਾ ਪੀਪਲ, ਫਾਰ ਦਾ ਪੀਪਲ। ਲੋਕਾਂ ਦੀ, ਲੋਕਾਂ ਵੱਲੋਂ ਲੋਕਾਂ ਲਈ ਚੁਣੀ ਹੋਈ ਸਰਕਾਰ। ਸੋ ਇਹ ਸਾਡੀ ਸਰਕਾਰ ਆ, ਸਾਡੇ ਇਹ ਭਰਾ ਨੇ ਸਾਡੀ ਸੇਵਾ ਵਾਸਤੇ ਹਾਜ਼ਰ ਨੇ। ਇਸੇ ਕਾਨੂੰਨ ਦੇ ਤਹਿਤ ਜਿਹੜਾ ਹੈਗਾ ਵਾ ਇਹਨਾਂ ਨੇ ਕੁਰਸੀਆਂ ਹਾਸਲ ਕੀਤੀਆਂ ਵਾ ਔਰ ਇਸੇ ਕਾਨੂੰਨ ਨੇ ਸਾਨੂੰ ਇੱਥੇ ਜਿਹੜਾ ਹੈਗਾ ਬੈਠਣ ਦਾ, ਧਰਨਾ ਲਾਉਣ ਦਾ ਹੱਕ ਦਿੱਤਾ। ਤੁਹਾਨੂੰ ਕੋਈ ਘਬਰਾਉਣ ਦੀ ਲੋੜ ਨਹੀਂ, ਕਿਉਂਕਿ ਜਥੇਬੰਦੀ ਨੇ ਪਹਿਲਾਂ ਇਹ ਗੱਲ ਕਹਿਤੀ ਸੀ ਕਿ ਅਸੀਂ ਨਾ ਤਾਂ ਕੋਈ ਹੁਲੜਬਾਜ਼ੀ ਕਰਨੀ ਹੈ, ਅਸੀਂ ਤਾਂ ਚਲੋ ਇਹਨਾਂ ਨਾਲ ਨਵੇਂ ਜੁੜੇ ਹਾਂ। ਪੁਰਾਣਾ ਇਹਨਾਂ ਦਾ ਜਿੰਨਾ ਵੀ ਰਿਕਾਰਡ ਆ 10-15 ਸਾਲ ਦਾ, ਕਿ ਅੱਜ ਤੱਕ ਇੱਕ ਵੀ ਜਗ੍ਹਾ ਕਿਤੇ ਭੰਨ ਤੋੜ ਨਹੀਂ ਕੀਤੀ ਗਈ, ਕਿਸੇ ਨਾਲ ਬਦਕਲਾਮੀ ਨਹੀਂ ਕੀਤੀ ਗਈ। ਹਾਂ, ਜੇ ਇਹ ਨਜਾਇਜ਼ ਤੌਰ ਤੇ ਆਪਣੀਆਂ ਵਾਟਰ ਕੈਨਨ ਲੈ ਕੇ, ਡੰਡੇ ਲੈ ਕੇ ਇੱਥੇ ਕਿਸੇ ਨੂੰ ਡਰਾਉਣ, ਕਿਸੇ ਦੇ ਗਿੱਟਿਆਂ ਤੇ ਡੰਡਾ ਮਾਰਨ ਦੀ ਕੋਸ਼ਿਸ਼ ਕਰਨ, ਤੇ ਫਿਰ ਉਹਦਾ ਜਿਹੜਾ ਜਵਾਬ ਆ ਉਹ ਉਸ ਕਿਸਮ ਦਾ ਦਿੱਤਾ ਜਾਊਗਾ। ਸਾਰੇ ਮੁਲਾਜ਼ਮ ਔਰ ਇੰਟੈਲੀਜੈਂਸ ਖੜੀ ਹੈ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਇਹ ਸਨ